कबीर टालै टोलै दिन गया, ब्याज बढ़न तो जाए। ना हर भजियो, ना खत फटियो, काल पहुंचो आए। ਇਹਦੇ ਪਦ ਅਰਥ ਨੇ ਜਿਹੜੇ ਉਹ ਇਸ ਢੰਗ ਦੇ ਨਾਲ ਨੇ ਜੀ ਕਿ ਟਾਲੇ ਟੋਲੇ ਦਾ ਅਰਥ ਹੈ ਟਾਲ ਮਟੋਲ ਕਰਨਾ, ਕਿ ਅੱਜ ਕਰਨਾ ਜਾਂ ਕੱਲ ਕਰਨਾ। ਇੱਥੇ ਜਿਹੜਾ ਦਿਨ ਸ਼ਬਦ ਆਇਆ ਹੈ, ਦਿਨ ਦੇ ਥੱਲੇ ਔਂਕੜ ਹੈ ਜਿਹੜਾ ਨੰਨੇ ਦੇ ਪੈਰ ਦੇ ਵਿੱਚ, ਇਸ ਦਿਨ ਸ਼ਬਦ ਦਾ ਅਰਥ ਹੈ ਉਮਰ ਦਾ ਹਰੇਕ ਦਿਨ, ਭਾਵ ਯਾਨੀ ਕਿ ਸਾਰੀ ਉਮਰ ਸਾਡੀ, ਸਦੀਵ ਉਮਰ, ਸਾਰੀ ਦੀ ਸਾਰੀ ਉਮਰ। ਵਿਆਜ ਜਿਹੜਾ ਸ਼ਾਹੂਕਾਰ ਪਾਸੋਂ ਅਸੀਂ ਰਾਸ ਪੂੰਜੀ ਲੈਂਦੇ ਹਾਂ, ਜਿਉਂ-ਜਿਉਂ ਸੂਦ ਚੜ੍ਹਦਾ ਹੈ ਤਿਉਂ-ਤਿਉਂ ਸੂਦ ਵੱਧ ਕੇ ਉਹ ਰਕਮ ਵੱਡੀ ਹੁੰਦੀ ਜਾਂਦੀ ਹੈ, ਯਾਨੀ ਕਿ ਜਿਹੜਾ ਮੂਲ ਪ੍ਰਿੰਸੀਪਲ ਹੁੰਦਾ ਹੈ ਉਸ ਤੋਂ ਉਹਦੇ ਉੱਤੇ ਉਹ ਵਿਆਜ ਲੱਗਦਾ ਜਾਂਦਾ ਹੈ ਤੇ ਉਹ ਰਕਮ ਜਿਹੜੀ ਵੱਧਦੀ ਜਾਂਦੀ ਹੈ। ਨਾ ਹਰ ਭਜਿਓ, ਨਾ ਖਤ ਫਟਿਓ, ਕਾਲ ਪਹੁੰਚੋ ਆਏ। ਇਸ ਪੰਕਤੀ ਦੇ ਅੰਦਰ ਖਤ ਦਾ ਜਿਹੜਾ ਅਰਥ ਹੈ, ਖਤ ਦਾ ਜਿਹੜਾ ਮਤਲਬ ਹੈ ਉਹ ਹੈ ਲੇਖਾ, ਯਾਨੀ ਕਿ ਵਿਕਾਰਾਂ ਤੇ ਆਸਾਂ ਦੇ ਸੰਸਕਾਰ ਜੋ ਮਨ ਵਿੱਚ ਟਿਕੇ ਰਹਿੰਦੇ ਨੇ ਸਾਡੇ, ਉਹਦਾ ਲੇਖਾ ਜੋਖਾ। ਹੁਣ ਇਸ ਪਾਵਨ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਜੀ ਦੇ ਜਿਹੜੇ ਸ਼ਲੋਕ ਦੇ ਅਰਥ ਨੇ ਉਹ ਇਹ ਨੇ, ਇਸ ਢੰਗ ਦੇ ਨਾਲ ਨੇ ਕਿ ਇਹ ਕਬੀਰ, ਜੋ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵੱਲੋਂ ਅੱਜ ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, ਵਿਕਾਰਾਂ ਤੇ ਆਸਾਂ ਦਾ ਵਿਆਜ ਵੱਧਦਾ ਜਾਂਦਾ ਹੈ। ਨਾ ਹੀ ਉਹ ਪਰਮਾਤਮਾ ਦਾ ਨਾਮ ਸਿਮਰਦੇ ਨੇ, ਨਾ ਹੀ ਉਹਨਾਂ ਦਾ ਵਿਕਾਰਾਂ ਤੇ ਆਸਾਂ ਦਾ ਇਹ ਲੇਖਾ ਮੁੱਕਦਾ ਹੈ। ਬਸ ਇਹਨਾਂ ਵਿਕਾਰਾਂ ਤੇ ਆਸਾਂ ਵਿੱਚ ਫਸੇ ਹੋਇਆਂ ਦੇ ਸਿਰ ਉੱਤੇ ਮੌਤ ਆਪੜਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਦੇ ਇਹ ਅਰਥ ਜਿਹੜੇ ਨੇ ਉਹਨਾਂ ਨੇ ਇਸ ਰੂਪ ਦੇ ਵਿੱਚ ਕੀਤੇ ਨੇ। ਜਦੋਂ ਅਸੀਂ ਇਹਨਾਂ ਸ਼ਲੋਕਾਂ ਦੀ ਵਿਚਾਰ ਸਾਂਝੀ ਕਰਨੀ ਹੈ, ਵਾਰ-ਵਾਰ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਪਿਛਲੇਰੇ ਜਿਹੜੇ ਸ਼ਲੋਕਾਂ ਦਾ ਪ੍ਰਕਰਣ ਹੈ ਉਹ ਸ਼ਲੋਕਾਂ ਦੇ ਪ੍ਰਕਰਣ ਨੂੰ ਆਪਣੇ ਮਾਈਂਡ ਵਿੱਚ ਜ਼ਰੂਰ ਰੱਖਣਾ ਹੈ। ਜਿਵੇਂ ਅਸੀਂ ਕੱਲ ਆਸ ਦੀ ਗੱਲ ਕੀਤੀ ਸੀ ਕਿ ਜਿਹੜਾ ਕਬੀਰ ਸਾਹਿਬ ਜੀ ਦਾ ਪਿਛਲੇਰਾ ਸ਼ਲੋਕ ਦੀ ਵਿਚਾਰ ਅਸੀਂ ਸਾਂਝੇ ਕਰ ਰਹੇ ਸਾਂ ਕਿ ਜਿੱਥੇ ਆਸ ਦੀ ਬਾਤ ਆ ਜਾਂਦੀ ਹੈ ਕਿ ਜਿੱਥੇ ਇੱਕ ਮਨੁੱਖ ਝੂਠੀਆਂ ਆਸ਼ਾਵਾਂ ਦੇ ਅੰਦਰ ਆਪਣੇ ਜੀਵਨ ਨੂੰ ਇੰਨਾ ਖਚਿਤ ਕਰ ਲੈਂਦਾ ਹੈ ਕਿ ਉਹਦਾ ਕੋਈ ਵੀ ਮਨੋਰਥ ਪੂਰਾ ਨਹੀਂ ਹੁੰਦਾ ਤੇ ਉਹ ਆਸਾਵਾਂ ਪੂਰੀਆਂ ਨਾ ਹੋਣ ਕਰਕੇ ਉਹ ਨਿਰਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹਨਾਂ ਆਸ਼ਾਵਾਂ ਦੇ ਵਿੱਚ ਫਸਿਆ ਹੋਇਆ ਮਨੁੱਖ, ਜਿਸਨੇ ਆਪਣੇ ਜੀਵਨ ਦੇ ਅੰਦਰ ਸ਼ੁਭ ਗੁਣ ਅਪਣਾਉਣੇ ਸੀਗੇ, ਜਿਸਨੇ ਆਪਣੇ ਜੀਵਨ ਦੇ ਅੰਦਰ श्रेष्ठ गुण अपना के अपने जीवन ਨੂੰ ਚੰਗਾ ਬਣਾਉਣਾ ਸੀਗਾ, ਉਹ ਆਪਣੇ ਅੰਦਰ ਚੇਂਜ ਕਰਨ ਦਾ ਯਤਨ ਨਹੀਂ ਕਰਦਾ, ਉਹ ਆਪਣੀ ਜ਼ਿੰਦਗੀ ਦੇ ਵਿੱਚ ਤਬਦੀਲੀ ਕਰਨ ਦਾ ਯਤਨ ਨਹੀਂ ਕਰਦਾ, ਉਹ ਆਪਣੀ ਲਾਈਫ ਨੂੰ ਬਦਲਣ ਦਾ ਯਤਨ ਨਹੀਂ ਕਰਦਾ, ਔਰ ਇਸੇ ਤਰ੍ਹਾਂ ਉਹਦਾ ਜਿਹੜਾ ਸਮਾਂ ਹੈ ਉਹ ਬਤੀਤ ਹੋ ਜਾਂਦਾ ਹੈ। ਉਹ ਉਸ ਆਪਣੀ ਚੰਗਿਆਈ ਨੂੰ ਉਹ ਪੈਂਡਿੰਗ ਪਾਉਂਦਾ ਰਹਿੰਦਾ ਹੈ, ਬੁਰਾਈ ਦੇ ਨਾਲ ਸਟਕ ਹੋਇਆ ਰਹਿੰਦਾ ਹੈ। ਤੇ ਫਿਰ ਕੀ ਹੁੰਦਾ ਹੈ ਕਿ ਉਹ ਜਿਹੜੀ ਬੁਰਾਈ, ਮਾਮੂਲੀ ਜੀ ਬੁਰਾਈ ਇੱਕ ਵਿਚਾਰ ਦੇ ਰੂਪ ਦੇ ਵਿੱਚ ਆਉਂਦੀ ਹੈ ਨਾ ਮਨ ਵਿੱਚ, ਫਿਰ ਉਹ ਨਿੱਕੀ ਜੀ ਇੱਕ ਬੁਰਾਈ ਵਾਲਾ ਵਿਚਾਰ ਜਾਂ ਨਿੱਕਾ ਜਿਹਾ ਇੱਕ ਜਿਹੜਾ ਬੀਜ ਬੀਜਿਆ ਸੀ ਅਸੀਂ ਨੈਗੇਟਿਵਿਟੀ ਦਾ ਆਪਣੇ ਸੋਚ ਵਿੱਚ, ਉਹ ਨਿੱਕਾ ਜਿਹਾ ਬੀਜ ਫਿਰ ਇੱਕ ਸਮਾਂ ਐਸਾ ਆ ਜਾਂਦਾ ਹੈ ਕਿ ਵਿਆਜ ਵਧਣ ਤੋਂ ਜਾਏ। ਜਿਵੇਂ ਕਿ ਕਿਸੇ ਕੋਲੋਂ ਅਸੀਂ ਕਿਸੇ ਵਿਆਜ ਲਿਆ, ਕਿਸੇ ਕੋਲੋਂ ਅਸੀਂ ਰਿਣ ਲਿਆ, ਕਰਜ਼ਾ ਲਿਆ, ਤੇ ਉਹ ਮੁੜ ਕੇ ਜੇ ਅਸੀਂ ਉਸ ਦਾ ਕਰਜ਼ਾ ਨਾ ਲਾਈਏ ਤੇ ਉਹ ਵੱਧਦਾ ਚਲਾ ਜਾਂਦਾ ਹੈ, ਵੱਧਦਾ ਚਲਾ ਜਾਂਦਾ ਹੈ, ਚੱਕਰਵਰਤੀ ਵਿਆਜ ਲੱਗਦਾ ਹੈ ਔਰ ਉਹ ਮੂਲ ਤੋਂ ਕਈ ਗੁਣਾ ਰਕਮ ਵੱਧ ਜਾਂਦੀ ਹੈ। ਫਿਰ ਬੰਦੇ ਕੋਲੋਂ ਉਹ ਵਿਆਜ ਜਿਹੜਾ ਹੈ ਉਹ ਦਿੱਤਾ ਨਹੀਂ ਜਾਂਦਾ ਔਰ ਉਹ ਕਰਜ਼ਦਾਰ ਹੋ ਕੇ ਜਹਾਨ ਤੋਂ ਚਲਾ ਜਾਂਦਾ ਹੈ। ਇਸੇ ਤਰ੍ਹਾਂ ਉਹ ਜਿਹੜਾ ਇੱਕ ਬੁਰਾਈ ਦਾ ਬੀਜ ਕਦੇ ਬੀਜਿਆ ਸੀ, ਬਜਾਏ ਕਿ ਉਹਦਾ ਹੱਲ ਕਰਨਾ, ਬਜਾਏ ਕਿ ਉਸ ਬੁਰਾਈ ਵਾਲੇ ਵਿਚਾਰ ਨੂੰ ਖਤਮ ਕਰਨਾ, ਬਜਾਏ ਕਿ ਉਸ ਬੁਰਾਈ ਵਾਲੇ ਆਪਣੀ ਸੋਚ ਨੂੰ ਖਤਮ ਕਰਨਾ ਜਾਂ ਆਪਣੇ ਉਸ ਭੈੜੀ ਮਨੋਬਿਰਤੀ, ਭੈੜੀ ਮਨੋਦਸ਼ਾ ਨੂੰ ਠੀਕ ਕਰਨਾ, ਅਸੀਂ ਉਸ ਨੂੰ ਪੈਂਡਿੰਗ ਪਾ ਦਿੰਦੇ ਹਾਂ ਕਿ ਨਹੀਂ ਚਲੋ ਅੱਜ ਤੇ ਸਾਡਾ ਜੀਵਨ ਚੱਲਿਆ ਆ ਰਿਹਾ, ਅੱਗੇ ਜਾ ਕੇ ਇਸ ਨੂੰ ਚੇਂਜ ਕਰ ਲਵਾਂਗੇ। ਪਰ ਐਸਾ ਹੁੰਦਾ ਨਹੀਂ, ਐਸਾ ਹੁੰਦਾ ਨਹੀਂ। ਤੇ ਫਿਰ ਕੀ ਹੁੰਦਾ ਹੈ? ਕਬੀਰ ਸਾਹਿਬ ਕਹਿੰਦੇ ਨੇ, ਨਾ ਹਰ ਭਜਿਓ, ਨਾ ਖਤ ਫਟਿਓ।
ਫਿਰ ਨਾ ਉਹ ਹਰੀ ਨੂੰ ਯਾਦ ਹੀ ਕਰਦਾ ਹੈ, ਯਾਨੀ ਕਿ ਸ਼ੁਭ ਗੁਣਾਂ ਨੂੰ ਚੇਤਾ ਹੀ ਰੱਖਦਾ ਹੈ, ਤੇ ਨਾ ਖੱਤ ਫਟਿਓ। ਫਿਰ ਜਿਹੜਾ ਉਹਦੀ ਸੋਚ ਦੇ ਅੰਦਰ ਜਿਹੜੇ ਉਸ ਲੇਖੇ ਜੋਖੇ ਨੂੰ ਉਸਨੇ ਖਤਮ ਕਰਨਾ ਸੀ ਨਾ, ਜਿਹਦੇ ਉੱਤੇ ਖੱਤ ਦਾ ਮਤਲਬ ਕਿ ਜਿਹਦੇ ਉੱਤੇ ਵਹੀ ਖਾਤਾ ਲਿਖਿਆ ਜਾਂਦਾ, ਮੁਨੀਮ ਜਿਹੜਾ ਵਿਆਜ ਲਿਖਦਾ ਹੈ, ਉਹਦੇ ਕੋਲ ਇੱਕ ਸਬੂਤ ਹੁੰਦਾ ਹੈ। ਜੇ ਕੋਈ ਮੁੱਕਰ ਜਾਵੇ ਨਾ, ਤੇ ਉਹਦੇ ਕੋਲ ਸਬੂਤ ਹੁੰਦਾ ਹੈ, ਭਾਈ ਆਹ ਸਬੂਤ ਹੈ ਤੇਰਾ, ਆਹ ਲਿਖਿਆ ਲੇਖਾ ਜੋਖਾ ਸਾਰਾ ਦਾ ਸਾਰਾ। ਹੁਣ ਜਦੋਂ ਤੱਕ ਤੂੰ ਆਪਣਾ ਮੂਲ ਮੋੜਦਾ ਨਹੀਂ, ਕਰਜ਼ਾ ਮੋੜਦਾ ਨਹੀਂ ਸਾਰਾ ਦਾ ਸਾਰਾ, ਉਦੋਂ ਤੱਕ ਇਸ ਨੂੰ ਅਸੀਂ ਫਾੜਾਂਗੇ ਨਹੀਂ, ਖਤਮ ਨਹੀਂ ਕਰਾਂਗੇ। ਇਸੇ ਤਰ੍ਹਾਂ ਸਾਨੂੰ ਉਸ ਕਰਜ਼ਦਾਰ ਦੀ ਜੀਵਨ ਨੂੰ ਮੁੱਖ ਰੱਖ ਕੇ ਕਬੀਰ ਸਾਹਿਬ ਸਮਝਾ ਰਹੇ ਨੇ ਕਿ ਸਾਡੀ ਵੀ ਮੈਂਟੈਲਿਟੀ ਵਿੱਚ ਉਹ ਸਾਰੇ ਬਈ ਖਾਤੇ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ, ਲਿਖੇ ਜਾ ਰਹੇ ਨੇ ਕਿ ਕਦੇ ਤੇਰਾ ਇਹ ਭੈੜਾ ਫੁਰਨਾ ਆਇਆ ਸੀ, ਕਦੇ ਤੇਰੀ ਇਹ ਭੈੜੀ ਡਿਜ਼ਾਇਰ ਨੂੰ ਪੂਰਾ ਕਰਨ ਦਾ ਤੇਰਾ ਮਨ ਬਣਿਆ ਸੀ, ਮਨੋਦਸ਼ਾ ਬਣੀ ਸੀ, ਫਿਰ ਤੂੰ ਉਸ ਮਨੋਦਸ਼ਾ ਨੂੰ ਪੂਰਾ ਵੀ ਕੀਤਾ, ਉਹ ਪੂਰਾ ਵੀ ਕੀਤਾ, ਔਰ ਉਹ ਤੇਰੇ ਮਨ ਵਿੱਚ ਅੰਕਿਤ ਹੈ ਕਿ ਤੂੰ ਕਿਹਦੇ ਨਾਲ ਗਲਤ ਕੀਤਾ, ਕਿਸੇ ਨਾਲ ਤੂੰ ਗਲਤ ਬਿਹੇਵ ਕੀਤਾ, ਤੂੰ ਨਸ਼ਿਆਂ ਦੇ ਵਿੱਚ ਪਿਆ, ਜਾਂ ਇੱਕ ਨਿੱਕੀ ਜਿਹੀ ਸੋਚ ਦੇ ਕਰਕੇ ਤੂੰ ਕੁਝ ਗਲਤ ਐਸਾ ਕੋਈ ਵੀ ਕਰਮ ਕੀਤਾ, ਐਸੀ ਕੋਈ ਵੀ ਸੋਚ ਸੋਚੀ, ਉਹ ਫਿਰ ਤੇਰੀ ਸ਼ਖਸੀਅਤ ਵਿੱਚ ਹੌਲੀ ਹੌਲੀ ਉਹ ਸ਼ਾਮਲ ਹੋ ਗਿਆ, ਔਰ ਅੱਜ ਉਸ ਭੈੜੀ ਆਦਤ ਤੋਂ ਛੁਟਕਾਰਾ ਪ੍ਰਾਪਤ ਕਰਨਾ ਤੇਰੇ ਆਪਣੇ ਵੱਸ ਦੀ ਗੱਲ ਨਹੀਂ ਰਹੀ। ਤੇ ਫਿਰ ਕੀ ਹੋਇਆ ਕਿ ਕਾਲ ਪਹੁੰਚੋ ਆਏ। ਕਾਲ ਦਾ ਮਤਲਬ ਹੈ ਮੌਤ। ਇੱਥੇ ਉਹ ਮੌਤ ਤੇ ਆਉਣੀ ਹੈ ਜਿਹੜੀ ਸਰੀਰਕ ਮੌਤ ਹੈ। ਇੱਥੇ ਨਾਲ ਦੇ ਨਾਲ ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਤੇਰਾ ਕਾਲ ਯਾਨੀ ਕਿ ਤੇਰੀ ਆਤਮਿਕ ਮੌਤ ਹੋ ਗਈ, ਉਹ ਤੇਰੇ ਸਿਰ ਤੇ ਆ ਕੇ ਖੜੀ ਹੋ ਗਈ ਔਰ ਤੈਨੂੰ ਪਤਾ ਵੀ ਨਹੀਂ ਲੱਗਿਆ। ਉਹ ਐਸੀ ਅਵਸਥਾ ਦੇ ਅੰਦਰ ਜੀਵਨ ਬਤੀਤ ਕਰਨ ਕਰਕੇ ਜਿਹਦੇ ਅੰਦਰ ਤੂੰ ਸ਼ੁਭ ਗੁਣਾਂ ਨੂੰ ਟਾਲਦਾ ਰਿਹਾ, ਔਰ ਉਹ ਟਾਲਣ ਦੇ ਕਰਕੇ ਕੀ ਹੋਇਆ ਕਿ ਤੇਰੀ ਲਾਈਫ ਦੇ ਅੰਦਰ ਐਸੀ ਅਵਸਥਾ ਆ ਗਈ ਕਿ ਤੇਰੀ ਜ਼ਮੀਰ ਦੀ ਮੌਤ ਹੋ ਗਈ। ਹੁਣ ਇਸ ਨੂੰ ਸਮਝਣਾ ਹੈ ਕਿ ਅਸੀਂ ਟਾਲਦੇ ਕਿਵੇਂ ਹਾਂ, ਜਾਂ ਚੰਗੇ ਗੁਣਾਂ ਨੂੰ, ਸ੍ਰੇਸ਼ਟ ਗੁਣਾਂ ਨੂੰ ਅਸੀਂ ਕਿਉਂ ਨਹੀਂ ਅਪਣਾਉਂਦੇ। ਐਸੀ ਗੱਲ ਤੇ ਨਹੀਂ ਜਿਵੇਂ ਅਸੀਂ ਕਲਾਸ ਦੇ ਵਿੱਚ ਵਿਚਾਰ ਵੀ ਕਰਦੇ ਆ ਰਹੇ ਹਾਂ, ਆਪ ਸਾਰੇ ਲਗਾਤਾਰਤਾ ਦੇ ਨਾਲ ਗਿਆਨੀ ਜੀ ਪਾਸੋਂ ਵੀ ਵਿਚਾਰ ਸੁਣਦੇ ਆ ਰਹੇ ਹੋ। ਹੋਰ ਵੀ ਸਾਰੇ ਬਹੁਤ ਸਾਰਾ ਸਾਡੇ ਕੋਲ ਮੀਡੀਆ ਹੈ ਅੱਜ ਦੇ ਦੌਰ ਦੇ ਵਿੱਚ, ਬਹੁਤ ਸਾਰੀ ਬੁੱਕਸ ਨੇ, ਔਰ ਬਹੁਤ ਸਾਰੇ ਸਾਡੇ ਕੋਲ ਐਸੇ ਸੋਮੇ ਨੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗ ਸਕਦਾ ਹੈ ਕਿ ਅਸੀਂ ਆਪਣੀ ਲਾਈਫ ਵਿੱਚ ਕੀ ਚੇਂਜ ਕਰਨਾ ਹੈ, ਕੀ ਨਹੀਂ ਕਰਨਾ, ਕੀ ਚੰਗਾ ਹੈ ਔਰ ਕੀ ਗਲਤ ਹੈ। ਸਾਨੂੰ ਇਸ ਗੱਲ ਦਾ ਬਾਕਾਇਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੀ ਗਲਤ ਕੰਮ ਕੀਤਾ ਹੈ ਔਰ ਕੀ ਚੰਗਾ ਕੰਮ ਕੀਤਾ ਹੈ। ਇੱਕ ਆਮ ਜੀ ਬੁੱਧ ਰੱਖਣ ਵਾਲੇ ਇਨਸਾਨ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਹੈ। ਪਰ ਸਵਾਲ ਪੈਦਾ ਹੁੰਦਾ ਹੈ, ਇੱਕ ਕੁਐਸਚਨ ਮਨ ਦੇ ਵਿੱਚ ਉੱਠਦਾ ਹੈ, ਫਿਰ ਅਸੀਂ ਆਪਣੇ ਆਪ ਨੂੰ ਚੇਂਜ ਕਿਉਂ ਨਹੀਂ ਕਰਦੇ? ਉਹ ਚੇਂਜ ਨਾ ਕਰਨ ਦਾ ਕਾਰਨ ਕੀ ਹੈ? ਕਬੀਰ ਜੀ ਕਹਿੰਦੇ ਨੇ ਉਹ ਚੇਂਜ ਨਾ ਕਰਨ ਦਾ ਕਾਰਨ ਹੈ ਟਾਲਣਾ। ਟਾਲੈ ਟੋਲੈ ਦਿਨ ਗਿਆ। ਟਾਲਣਾ, ਟਾਲ ਮਟੋਲ ਕਰਨਾ। ਕਿ ਜਦੋਂ ਕੋਈ ਕਹਿੰਦਾ ਹੈ ਕਿ ਤੂੰ ਸੱਚ ਦੇ ਰਾਹ ਤੇ ਤੁਰ, ਰਿਸ਼ਵਤ ਨਾ ਲੈ, ਲੋਕਾਂ ਦੇ ਹੱਕ ਨਾ ਮਾਰ, ਜੀਵਨ ਵਿੱਚ ਪੇਸ਼ੈਂਸ ਰੱਖ, ਗੁੱਸਾ ਨਾ ਕਰ, ਕ੍ਰੋਧ ਨਾ ਕਰ, ਲੋਭ ਨਾ ਕਰ, ਐਸੀਆਂ ਗੱਲਾਂ ਨੂੰ ਹਮੇਸ਼ਾ ਅਸੀਂ ਟਾਲਦੇ ਹਾਂ। ਅਸੀਂ ਚਾਹੁੰਦੇ ਹਾਂ ਪੂਰੀ ਦੁਨੀਆ ਜਿਹੜੀ ਹੈ ਉਹ ਚੰਗੀ ਹੋਵੇ, ਔਰ ਉਹਦੀ ਸ਼ੁਰੂਆਤ ਅਸੀਂ ਆਪਣੇ ਆਪ ਤੋਂ ਨਾ ਕਰੀਏ, ਦੂਜਾ ਚੰਗਾ ਹੋਵੇ, ਅਸੀਂ ਆਪਣੇ ਆਪ ਤੋਂ ਸ਼ੁਰੂਆਤ ਨਾ ਕਰੀਏ। ਦੂਜਾ ਆਪਣੀ ਲਾਈਫ ਨੂੰ ਚੰਗਾ ਕਰੇ, ਸਮਾਜ ਸਾਨੂੰ ਚੰਗਾ ਚਾਹੀਦਾ ਹੈ, ਗਵਾਂਢ ਸਾਨੂੰ ਚੰਗਾ ਚਾਹੀਦਾ ਹੈ। ਪਰ ਜਦੋਂ ਗੁਣ ਖੁਦ ਦੇ ਅੰਦਰ ਆਤਮਸਾਤ ਕਰਨ ਦੀ ਗੱਲ ਆਉਂਦੀ ਹੈ, ਜਦੋਂ ਸੈਲਫ ਐਨਾਲਾਈਸਿਸ ਦੀ ਗੱਲ ਆਉਂਦੀ ਹੈ, ਉਦੋਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਅੰਦਰ ਉਹ ਗੁਣ ਹਲੇ ਉਸ ਨੂੰ ਪੈਂਡਿੰਗ ਕਰ ਦਈਏ, ਅੱਗੇ ਜਾ ਕੇ ਅਸੀਂ ਆਪਣੇ ਜੀਵਨ ਵਿੱਚ ਚੇਂਜ ਕਰ ਸਕਦੇ ਹਾਂ। ਇਸ ਨੂੰ ਕਹਿੰਦੇ ਨੇ ਟਾਲ ਮਟੋਲਣਾ। ਇਸ ਨੂੰ ਕਹਿੰਦੇ ਨੇ ਕਿ ਪ੍ਰੋਕਰਾਸਟੀਨੇਸ਼ਨ, ਜਿਹਦੀ ਸਟੱਡੀ ਹੈ ਹੁਣ ਬਕਾਇਦਾ ਇਹਦੀ ਆ ਚੁੱਕੀ ਹੈ ਕਿ ਕਿਸ ਰੂਪ ਦੇ ਅੰਦਰ ਸਾਡੇ ਲਾਈਫ ਦੇ ਅੰਦਰ ਇਹ ਔਗਣ ਹੈ ਬਹੁਤ ਵੱਡਾ, ਜਿਹਦੇ ਨਾਲ ਅਸੀਂ ਸਾਰੇ ਹੀ ਲਗਭਗ 100% ਹੀ ਕਹਿ ਲਵੋ ਕਿ ਹਰ ਇੱਕ ਮਨੁੱਖ ਮਾਤਰ ਦੇ ਜੀਵਨ ਦੇ ਅੰਦਰ ਇਹ ਔਗਣ ਕਦੇ ਨਾ ਕਦੇ ਜ਼ਰੂਰ ਆਇਆ ਹੁੰਦਾ ਹੈ। ਕਦੇ ਨਾ ਕਦੇ ਉਹ ਇਸ ਔਗਣ ਦੇ ਨਾਲ ਦੋ ਚਾਰ ਹੋਇਆ ਹੁੰਦਾ ਹੈ। ਔਰ ਕਈ ਐਸੇ ਸਾਡੇ ਵਰਗੇ ਹੁੰਦੇ ਨੇ ਜਿਨ੍ਹਾਂ ਦੀ ਸਾਰੀ ਲਾਈਫ ਹੀ ਐਸੀ ਅਵਸਥਾ ਦੇ ਅੰਦਰ ਚਲੀ ਜਾਂਦੀ ਹੈ ਕਿ ਉਹ ਆਪਣੇ ਕੰਮਾਂ ਤੋਂ, ਆਪਣੇ ਸ਼ੁਭ ਗੁਣਾਂ ਤੋਂ, ਆਪਣੀ ਫਰਜ਼ਾਂ ਤੋਂ, ਆਪਣੀ ਚੰਗੀ ਪੇਰੈਂਟਿੰਗ ਤੋਂ, ਜਾਂ ਆਪਣੇ ਬਜ਼ੁਰਗਾਂ ਦੀ ਸੇਵਾ ਤੋਂ, ਜਾਂ ਕੋਈ ਚੰਗਾ ਕਾਰਜ ਕਰਨ ਤੋਂ ਉਹ ਟਾਲ ਮਟੋਲ ਜਾਂ ਪ੍ਰੋਕਰਾਸਟੀਨੇਸ਼ਨ ਕਰਦੇ ਹੀ ਰਹਿੰਦੇ ਨੇ। ਹੁਣ
ਇਹਦੇ ਵਾਸਤੇ ਸਾਨੂੰ ਸਮਝਣਾ ਪਵੇਗਾ ਕਿ ਉਸ ਤੋਂ ਪਹਿਲਾਂ ਨਾ ਇੱਕ ਆਪਣੇ ਕੋਰਸ ਦੇ ਦੌਰਾਨ ਜਦੋਂ ਪੜ੍ਹ ਰਹੇ ਸਾਂ ਅਸੀਂ, ਤੇ ਇੱਕ ਪ੍ਰੋਫੈਸਰ ਮੂਰ ਸੀਗੇ, ਅਮਰੀਕਾ ਦੇ ਪ੍ਰੋਫੈਸਰ ਸੀਗੇ, ਤੇ ਉਹਨਾਂ ਨੇ ਨਾ ਇੱਕ ਸ਼ਬਦ ਜਿਹੜਾ ਹੈ ਉਹ ਉਹਦੇ ਬਾਰੇ ਨਾ ਪੂਰੀ ਕਲਾਸ ਨੂੰ ਕਿਹਾ ਕਿ ਇਹਦੇ ਬਾਰੇ ਤੁਸੀਂ ਆਪਣੇ ਆਪਣੇ ਵਿਚਾਰ ਦੇਣੇ ਨੇ। ਉਹ ਸ਼ਬਦ ਸੀਗਾ ਸਿਚੁਏਟਿਡਨੈਸ। ਸਿਚੁਏਟਿਡਨੈਸ ਦਾ ਉਹਨਾਂ ਨੇ ਇਸ ਕਰਕੇ ਇਸ ਸ਼ਬਦ ਦੇ ਉੱਤੇ ਐਮਫਸਾਈਜ਼ ਕੀਤਾ, ਜ਼ੋਰ ਦਿੱਤਾ। ਉਹ ਕਹਿਣ ਲੱਗੇ ਵੀ ਤੁਸੀਂ ਆਪਣੀ ਸਿਚੁਏਟਿਡਨੈਸ ਨੂੰ ਸਮਝ ਕੇ ਜਾਂ ਕਿਸੇ ਦੂਜੇ ਦੀ ਸਿਚੁਏਟਿਡਨੈਸ ਨੂੰ ਸਮਝ ਕੇ ਫਿਰ ਤੁਸੀਂ ਨਿਰਣਾ ਕਰਨਾ ਹੈ ਕਿ ਉਹ ਜਿਹੜਾ ਆਪਣੇ ਧਰਮ ਨੂੰ ਪਾਲਣ ਵਾਸਤੇ, ਜਾਂ ਉਹ ਆਪਣੇ ਰਿਚੁਅਲ ਨੂੰ ਨਿਭਾਉਣ ਦੇ ਵਾਸਤੇ, ਜਾਂ ਉਹ ਆਪਣੇ ਧਰਮ ਦੇ ਅੰਦਰ ਜੋ ਕੁਝ ਉਹਨਾਂ ਦੀਆਂ ਲਿਖਤਾਂ ਲਿਖੀਆਂ ਨੇ, ਜਾਂ ਉਹਦਾ ਸਮਾਜ ਕੈਸਾ ਹੈ, ਫਿਰ ਉਹ ਐਕਟ ਕਿਸ ਰੂਪ ਦੇ ਅੰਦਰ ਕਰਦਾ ਹੈ ਔਰ ਉਹ ਕਿਸ ਲੈਵਲ ਤੱਕ ਪਹੁੰਚ ਸਕਦਾ ਹੈ। ਭਾਵ ਕੀ ਹੈ ਕਿ ਹਰ ਮਨੁੱਖ ਦੀ ਇੱਕ ਵੱਖਰੀ ਸਿਚੁਏਸ਼ਨ ਹੈ। ਹਰ ਮਨੁੱਖ ਇੱਕ ਵੱਖਰੀ ਸਿਚੁਏਸ਼ਨ ਦੇ ਅੰਦਰ ਆਪਣਾ ਜੀਵਨ ਜਿਉਂਦਾ ਹੈ। ਜਿਵੇਂ ਅਸੀਂ ਪਿਛਲੇਰੇ ਸਮੇਂ ਦੇ ਦੌਰਾਨ ਜਾਂ ਪਿਛਲੇਰੀ ਕਲਾਸਿਸ ਦੇ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸੰਗਤ ਜਿਹੜੀ ਹੈ ਉਹ ਗਰਭ ਤੋਂ ਹੀ ਸਟਾਰਟ ਹੋ ਜਾਂਦੀ ਹੈ। ਲੇਕਿਨ ਇਸ ਤੋਂ ਬਾਅਦ ਅਸੀਂ ਇਹ ਗੱਲ ਸਾਂਝੀ ਕੀਤੀ ਸੀ ਕਿ ਜਨਮ ਤੋਂ ਬਾਅਦ ਫਿਰ ਜਿਹੜੀ ਸਿਚੁਏਸ਼ਨ ਦੇ ਅੰਦਰ ਉਹ ਬੱਚਾ ਉਸ ਆਲੇ ਦੁਆਲੇ ਦੇ ਅੰਦਰ ਜ਼ਿੰਦਗੀ ਜਿਉਂਦਾ ਹੈ, ਫਿਰ ਉਹ ਜੋ ਕੁਝ ਗ੍ਰੈਬ ਕਰਦਾ ਹੈ, ਜਿਹੜੇ ਵਿਚਾਰ ਉਹਨੂੰ ਆਲੇ ਦੁਆਲੇ ਤੋਂ ਮਿਲਦੇ ਨੇ, ਫਿਰ ਉਹਦਾ ਪਰਸੀਵ ਕਰਨ ਦਾ ਜਿਹੜਾ ਢੰਗ ਔਰ ਤਰੀਕਾ ਹੁੰਦਾ ਹੈ ਉਹ ਹਰ ਇੱਕ ਇਨਸਾਨ ਦਾ ਵੱਖਰਾ ਵੱਖਰਾ ਹੁੰਦਾ ਹੈ। ਆਪ ਆਪਣੀ ਬੁੱਧ ਹੈ ਜੀਤੀ, ਸਾਰਿਆਂ ਦਾ ਮਤਲਬ ਇਹ ਕਹਿ ਲਓ ਕਿ ਆਪਣਾ ਆਪਣਾ ਵਿਚਾਰ ਹੈ, ਆਪਣੀ ਆਪਣੀ ਸੋਚ ਹੈ। ਹਰ ਇੱਕ ਮਨੁੱਖ ਜਿਹੜਾ ਹੈ ਉਹ ਦੂਜੇ ਨਾਲ ਰਲਦਾ ਨਹੀਂ। ਸੋ ਉਸ ਬੰਦੇ ਦੀ ਜਿਹੜੀ ਸਿਚੁਏਟਿਡਨੈਸ ਹੈ, ਯਾਨੀ ਕਿ ਉਹ ਜਿਸ ਸਿਚੁਏਸ਼ਨ ਦੇ ਅੰਦਰ ਉਹ ਪਲਿਆ ਹੈ, ਵੱਡਾ ਹੋਇਆ ਹੈ, ਵੱਡੇ ਹੋਣ ਤੋਂ ਬਾਅਦ ਜਿਵੇਂ ਦੀ ਉਹਦੀ ਰਿਲੇਸ਼ਨਸ਼ਿਪ ਬਣੀ, ਜਿਵੇਂ ਦਾ ਉਹਦਾ ਰਿਲੇਸ਼ਨਸ਼ਿਪ ਬਿਲਡ ਹੋਈ ਲੋਕਾਂ ਦੇ ਨਾਲ, ਜਿਵੇਂ ਦਾ ਉਹ ਬਿਜ਼ਨਸ ਕਰਦਾ ਹੈ, ਜਿਸ ਮਾਹੌਲ ਵਿੱਚ ਉਹ ਰਹਿੰਦਾ ਹੈ, ਜਾਂ ਜਿਸ ਅਪਰੋਚ ਦੇ ਨਾਲ ਉਹ ਆਪਣਾ ਬਿਹੇਵ ਜਿਹੜਾ ਹੈ ਉਹ ਚੇਂਜ ਕਰਦਾ ਹੈ, ਵੈਸੀ ਹੀ ਉਹਦੀ ਸ਼ਖਸੀਅਤ ਬਣਦੀ ਤੁਰੀ ਹੁੰਦੀ ਹੈ ਔਰ ਵੈਸਾ ਹੀ ਉਹ ਇੱਕ ਸਮਾਜ ਦੇ ਅੰਦਰ ਆਪਣੀ ਇੱਕ ਸ਼ਖਸੀਅਤ ਬਣਾ ਲੈਂਦਾ ਹੈ। ਸੋ ਉਸ ਸਿਚੁਏਟਿਡਨੈਸ ਨੂੰ ਸਮਝ ਕੇ ਅਸੀਂ ਇਹ ਸਮਝਣਾ ਵੀ ਸਾਡੇ ਪਰਸਨਲ ਲਾਈਫ ਦੇ ਵਿੱਚ, ਯਾਨੀ ਕਿ ਜੇ ਇਉਂ ਕਹਿ ਲਓ ਕਿ ਜੇ ਇਸ ਸ਼ਲੋਕ ਦੇ ਰਾਹੀਂ ਸਾਨੂੰ ਸਾਰਿਆਂ ਨੂੰ, ਜੇ ਅਸੀਂ 40-42 ਮੈਂਬਰ ਹਾਂ, ਸਾਨੂੰ ਸਾਰਿਆਂ ਨੂੰ ਹੀ ਕੋਈ ਇੱਕ ਲਾਭ ਮਿਲ ਜਾਵੇ, ਉਹ ਕੀ ਮਿਲੇਗਾ ਕਿ ਮੈਂ ਆਪਣੀ ਲਾਈਫ ਦੇ ਅੰਦਰ ਆਪਣੀ ਸਿਚੁਏਟਿਡਨੈਸ ਨੂੰ ਵੇਖ ਕੇ ਇਹ ਸਮਝਣਾ ਹੈ ਕਿ ਮੈਂ ਕਿਹੜੇ ਕੰਮਾਂ ਨੂੰ, ਕਿਹੜੇ ਪੋਜ਼ਿਟਿਵ ਕੰਮਾਂ ਦੀ ਟਾਲ ਮਟੋਲ ਜਾਂ ਪ੍ਰੋਕਰਾਸਟੀਨੇਸ਼ਨ ਕਰਦਾ ਹਾਂ। ਮੈਂ ਆਪਣੀ ਲਾਈਫ ਦੇ ਵਿੱਚ ਕਿਹੜੇ ਸ਼ੁਭ ਗੁਣਾਂ ਨੂੰ ਅਪਣਾਉਣ ਦੇ ਵਾਸਤੇ ਥੋੜਾ ਜਿਹਾ ਬੈਕਫੁੱਟ ਤੇ ਆ ਜਾਂਦਾ ਹਾਂ, ਕਿਹੜੇ ਚੰਗੇ ਗੁਣਾਂ ਨੂੰ ਅਪਣਾਉਣ ਦੇ ਲਈ ਮੈਂ ਬੈਕਫੁੱਟ ਤੇ ਆ ਜਾਂਦਾ ਹਾਂ। ਕੀ ਮੈਂ ਕੋਈ ਐਸਾ ਨਸ਼ੇ ਦੇ ਅੰਦਰ ਤੇ ਖਚਤ ਨਹੀਂ ਹਾਂ ਜਿਹਨੂੰ ਕਿ ਛੱਡਣ ਦੇ ਵਾਸਤੇ ਮੈਂ ਪਹਿਲਾਂ ਬੈਕਫੁੱਟ ਤੇ ਆ ਜਾਂਦਾ, ਫਿਰ ਸੋਚਦਾ ਕਿ ਚਲੋ ਖੰਡੇ ਕੀ ਪੌਲ ਲੈਣੀ ਹੈ ਤੇ ਟਾਈਮ ਪਾ ਕੇ ਲੈ ਲਵਾਂਗਾ, ਮੈਂ ਫਿਰ ਬੈਕਫੁੱਟ ਤੇ ਆ ਗਿਆ। ਐਸੀ ਪ੍ਰੋਕਰਾਸਟੀਨੇਸ਼ਨ ਕੀ ਸਾਡੀ ਲਾਈਫ ਦੇ ਵਿੱਚ ਤੇ ਨਹੀਂ। ਕਬੀਰ ਟਾਲਾ ਟੋਲਾ ਦਿਨ ਗਿਆ, ਵਿਆਜ ਵਧਣ ਤੋਂ ਜਾਏ, ਕਿਉਂਕਿ ਵਿਆਜ ਵੱਧਦਾ ਜਾ ਰਿਹਾ ਹੈ, ਉਹ ਬੁਰਾਈ ਹੁਣ ਵੱਧਦੀ ਜਾ ਰਹੀ ਹੈ ਔਰ ਇਹਦਾ ਕਾਰਨ ਹੈ, ਔਰ ਇਹਦਾ ਜਿਹੜਾ ਰੂਟ ਕੋਜ਼ ਹੈ ਉਹ ਇਹ ਕਾਜ਼ ਹੈ ਕਿ ਜ਼ਿਆਦਾਤਰ ਜਿਹੜੇ ਟਾਸਕ ਨੇ ਨਾ, ਜਿਨ੍ਹਾਂ ਨੂੰ ਕੰਪਲੀਟ ਕਰਨ ਦੇ ਵਿੱਚ ਫੇਲ ਹੋਣ ਦਾ ਡਰ ਹੋਵੇ, ਯਾਨੀ ਕਿ ਫੀਅਰ ਆਫ ਫੇਲਿਅਰ ਹੋਵੇ, ਉਹਦੇ ਕਰਕੇ ਅਸੀਂ ਟਾਲ ਮਟੋਲ ਜ਼ਿਆਦਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਮੇਰੇ ਤੋਂ ਹੋਣਾ ਨਹੀਂ, ਮੈਂ ਤਾਂ ਕਰ ਹੀ ਨਹੀਂ ਸਕਦਾ। ਫੀਅਰ ਆਫ ਫੇਲਿਅਰ ਹੈ ਇਹਦਾ ਰੂਟ ਕੋਜ਼। ਜਿਹੜਾ ਜੇ ਅਸੀਂ ਕਹਿ ਲਈਏ ਨਾ ਟਾਲ ਮਟੋਲ ਦਾ, ਪ੍ਰੋਕਾਸਟੀਨੇਸ਼ਨ ਦਾ ਰੂਟ ਕੋਜ਼ ਇਹ ਹੈ ਕਿ ਅਸੀਂ ਆਪਣੀ ਲਾਈਫ ਦੇ ਅੰਦਰ ਡਰਦੇ ਹਾਂ ਕਿ ਕਿਤੇ ਮੈਂ ਫੇਲ ਨਾ ਹੋ ਜਾਵਾਂ ਇਹਦੇ ਅੰਦਰ। ਇਹ ਪਹਿਲਾ ਜਿਹੜਾ ਹੈ ਇਹਦਾ ਰੂਟ ਕੋਜ਼ ਹੈ ਟਾਲ ਮਟੋਲ ਕਰਨ ਦਾ। ਫਿਰ ਇਹਦੇ ਨਾਲ ਹੁੰਦਾ ਕੀ ਹੈ ਕਿ ਦੂਜੀ ਬਾਤ ਇਹ ਆ ਜਾਂਦੀ ਹੈ ਕਿ ਲੋ ਸੈਲਫ ਕੌਨਫੀਡੈਂਸ ਹੋ ਜਾਂਦਾ ਹੈ ਕਿ ਆਪਣੇ ਆਪ ਦੇ ਵਿੱਚ ਬੰਦੇ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਮੈਂ ਕੰਮ ਕਰ ਸਕਦਾ ਹਾਂ, ਮੈਂ ਇਹ ਕੰਮ ਕਰ ਸਕਦਾ ਹਾਂ, ਮੈਂ ਲੋਕਾਂ ਦੇ ਵਿੱਚ ਕੋਈ ਸੱਚ ਦੀ ਗੱਲ ਕਰ ਸਕਦਾ ਹਾਂ, ਮੈਂ ਚਾਰ ਲੋਕਾਂ ਦੇ ਵਿੱਚ ਬੋਲ ਸਕਦਾ ਹਾਂ। ਮੈਂ ਆਪਣੀ ਗੱਲ ਕਰਾਂ ਤੇ ਜਦੋਂ ਸਾਡੇ ਸਕੂਲ ਹੁੰਦਾ ਸੀ, ਸਕੂਲ ਦੇ ਵਿੱਚ ਨਾ ਇੱਕ ਦਿਨ ਐਸਾ ਹੁੰਦਾ ਸੀ ਜਿਹਦੇ ਵਿੱਚ ਸਟੇਜ ਤੇ ਚੜ੍ਹ ਕੇ ਤੇ ਸਾਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨਾ ਨਿਊਜ਼ ਬੋਲਣੀ ਹੈ ਅੱਜ। ਔਰ ਉਹਦਾ ਮਤਲਬ ਇਹ ਹੁੰਦਾ ਸੀ ਕਿ ਜਿਹੜਾ ਬੱਚਾ ਹੈ ਉਹਦੇ ਅੰਦਰ ਕੌਨਫੀਡੈਂਸ ਆਵੇ, ਉਹਦੇ ਅੰਦਰ ਇੱਕ ਜਜ਼ਬਾ ਆਵੇ ਕਿ ਮੈਂ ਆਪਣੇ ਲੋਕਾਂ ਦੇ ਸਾਹਮਣੇ ਮੈਂ ਬੋਲ ਸਕਦਾ ਹਾਂ, ਜਾਂ ਸਟੇਜ ਤੇ ਜਾ ਕੇ ਮੈਂ ਕੌਨਫੀਡੈਂਸ ਦੇ ਨਾਲ ਸਪੀਚ ਦੇ ਸਕਦਾ ਹਾਂ।
ਤੇ ਨਿਊਜ਼ ਪੜ੍ਹੀ ਜਾਂਦੀ ਸੀ ਤੇ ਜਿੱਦਣ ਮੇਰਾ ਰੋਲ ਨੰਬਰ ਹੁੰਦਾ ਸੀ ਤੇ ਮੈਂ ਉਸ ਦਿਨ 1-1.5 ਘੰਟਾ ਸਕੂਲ ਹੀ ਲੇਟ ਜਾਂਦਾ ਸੀ, ਕਿਉਂਕਿ ਬਚਪਨ ਵਿੱਚ ਇੰਨਾ ਸ਼ਾਈ ਸੀ ਕਿ ਲੋਕਾਂ ਦੇ ਵਿੱਚ, 2 ਲੋਕਾਂ ਦੇ ਵਿੱਚ ਜਾਂ 3-4 ਲੋਕਾਂ ਦੇ ਵਿੱਚ ਜਾ ਕੇ ਮਨ ਦੇ ਅੰਦਰ ਇੰਨਾ ਇੱਕ ਸ਼ਰਮ ਮਹਿਸੂਸ ਹੁੰਦੀ ਸੀ ਬੋਲਣ ਦੇ ਵਿੱਚ, ਕਿ ਮਨ ਦੇ ਅੰਦਰ ਇਹ ਸੋਚ ਆ ਜਾਂਦੀ ਸੀ ਕਿ ਮੈਂ ਨਹੀਂ ਬੋਲ ਸਕਦਾ ਜਾ ਕੇ। ਤਰੇਲੀਆਂ ਆਉਂਦੀਆਂ ਸੀਗੀ, ਸਾਹ ਜਿਹੜਾ ਹੈ ਉਹ ਉੱਤੇ ਥੱਲੇ ਹੋ ਜਾਂਦਾ ਸੀ, ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਹ ਆਮ ਹੁੰਦਾ ਹੈ, ਸਾਡੇ ਸਾਰਿਆਂ ਦੇ ਨਾਲ ਆਮ ਹੁੰਦਾ ਹੈ ਕਿ ਜਿੱਥੇ ਜਾ ਕੇ ਸਾਨੂੰ ਲੱਗਦਾ ਹੈ ਕਿ ਅਸੀਂ ਨਹੀਂ ਕਰ ਪਾਵਾਂਗੇ। ਔਰ ਇਹਦਾ ਕਾਰਨ ਹੈ ਕਿ ਲੋ ਸੈਲਫ ਕੌਨਫੀਡੈਂਸ, ਯਾਨੀ ਕਿ ਕੌਨਫੀਡੈਂਸ ਦੀ ਘਾਟ ਹੋਣੀ, ਆਪਣੇ ਆਪ ਦੇ ਵਿੱਚ ਵਿਸ਼ਵਾਸ ਨਾ ਹੋਣਾ। ਔਰ ਬੱਚਿਆਂ ਦੇ ਅੰਦਰ ਖਾਸ ਤੌਰ ਤੇ ਇਹ ਕਮੀਆਂ ਜਿਹੜੀਆਂ ਨੇ ਵੇਖਣ ਨੂੰ ਮਿਲਦੀਆਂ ਨੇ, ਕਿ ਜਿਹੜੇ ਬੱਚੇ ਦੇ ਅੰਦਰ ਆਤਮ ਵਿਸ਼ਵਾਸ ਦੀ ਘਾਟ ਹੁੰਦੀ ਹੈ, ਸੈਲਫ ਐਸਟੀਮ ਦੀ ਘਾਟ ਹੁੰਦੀ ਹੈ, ਜਿਹੜੇ ਬੱਚੇ ਨੂੰ ਬਚਪਨ ਤੋਂ ਹੀ ਥੋੜਾ ਜਿਹਾ ਘਰ ਦੇ ਅੰਦਰ ਦਬਾ ਕੇ ਰੱਖਿਆ ਜਾਂਦਾ ਹੈ, ਦੱਬੂ ਬੱਚੇ ਹੁੰਦੇ ਨੇ, ਉਹ ਜਿਹੜੇ ਬੱਚੇ ਹੁੰਦੇ ਨੇ ਫਿਰ ਜਦੋਂ ਵੱਡੇ ਹੁੰਦੇ ਨੇ ਉਹਨਾਂ ਦੇ ਅੰਦਰ ਇਹ ਪ੍ਰੋਕ੍ਰਾਸਟੀਨੇਸ਼ਨ ਦੀ ਬੜਾ ਔਗਣ ਜਿਹੜਾ ਹੈ ਇਹ ਬੜੇ ਵੱਡੇ ਪੱਧਰ ਤੇ ਆ ਜਾਂਦਾ ਹੈ। ਫਿਰ ਉਹ ਹਰ ਕੰਮ ਨੂੰ, ਚੰਗੇ ਕੰਮ ਨੂੰ ਉਟਾਲਦਾ ਰਹਿੰਦਾ ਹੈ, ਕਿ ਜੇ ਉਹਨੂੰ ਕਿਹਾ ਤੂੰ ਜਾ ਕੇ ਸਪੋਰਟਸ ਦੇ ਵਿੱਚ ਸਪੋਰਟਸ ਨੂੰ ਜੁਆਇਨ ਕਰ, ਉਹ ਕਹਿੰਦਾ ਨਹੀਂ, ਮੈਨੂੰ ਅੱਜ ਮੇਰਾ ਢਿੱਡ ਪੀੜ ਹੋ ਰਿਹਾ ਹੈ, ਜੇ ਸਕੂਲ ਜਾਣਾ ਹੈ ਤਾਂ ਢਿੱਡ ਪੀੜ ਹੋ ਰਿਹਾ ਹੈ, ਜੇ ਪੜ੍ਹਨ ਵਾਸਤੇ ਕਹਿ ਦਿੱਤਾ ਤਾਂ ਮੈਨੂੰ ਕੋਈ ਨਾ ਕੋਈ ਪ੍ਰੋਬਲਮ ਹੈ, ਜੇ ਬਾਹਰ ਕਿਸੇ ਸੁਸਾਇਟੀ ਦੇ ਵਿੱਚ ਮੂਵ ਕਰਨ ਵਾਸਤੇ ਕਹਿ ਦਿੱਤਾ ਤਾਂ ਕੋਈ ਨਾ ਕੋਈ ਬਹਾਨਾ ਲਾ ਦਿੰਦਾ। ਸੋ ਪ੍ਰੋਕ੍ਰਾਸਟੀਨੇਸ਼ਨ ਜਿਹੜੀ ਹੈ, ਟਾਲ ਮਟੋਲ, ਇਹ ਫਿਰ ਬਹਾਨੇਬਾਜ਼ੀ ਤੇ ਚਲੀ ਜਾਂਦੀ ਹੈ। ਸ਼ੁਰੂਆਤ ਟਾਲ ਮਟੋਲ ਤੋਂ ਹੁੰਦੀ ਹੈ, ਰੂਟ ਕੋਸ ਇਹਦਾ ਹੈ ਕਿ ਬੰਦੇ ਦੇ ਅੰਦਰ ਫੀਅਰ ਆਫ ਫੇਲਿਅਰ ਹੁੰਦਾ ਹੈ, ਲੋ ਸੈਲਫ ਕੌਨਫੀਡੈਂਸ ਹੁੰਦਾ ਹੈ, ਉਸ ਤੋਂ ਬਾਅਦ ਲੋ ਸੈਲਫ ਐਸਟੀਮ ਹੁੰਦਾ ਹੈ, ਫਿਰ ਇਹ ਬਹਾਨੇਬਾਜ਼ੀ ਤੇ ਚਲੀ ਜਾਂਦੀ ਹੈ ਗੱਲ, ਔਰ ਉਹ ਬੰਦਾ ਆਪਣੀ ਲਾਈਫ ਦੇ ਅੰਦਰ ਢਾਹ-ਢੇਰੀ ਹੋ ਕੇ ਬਹਿ ਜਾਂਦਾ ਹੈ। ਬਿਲਕੁਲ, ਇਸ ਤੋਂ ਬਾਅਦ ਉਹ ਸੋਚ ਲੈਂਦਾ ਕਿ ਨਹੀਂ, ਮੈਂ ਇਸ ਜਗਤ ਦੇ ਵਿੱਚ ਕੁਝ ਕਰ ਹੀ ਨਹੀਂ ਪਾਵਾਂਗਾ, ਕੁਝ ਕਰ ਹੀ ਨਹੀਂ ਸਕਦਾ। ਔਰ ਫਿਰ ਕਈ ਇਹਦੇ ਅੰਦਰ ਇੱਕ ਹੋਰ ਕੈਟੇਗਰੀ ਆ ਜਾਂਦੀ ਹੈ, ਜਿਹਦੇ ਵਿੱਚ ਅਸੀਂ ਕਈ ਵਾਰੀ ਸਾਡੇ ਨਾਲ ਆ ਘਟਨਾ ਆਮ ਵਾਪਰਦੀ ਹੋਵੇਗੀ। ਤੁਸੀਂ ਕਦੇ ਕੋਈ ਸੋਸ਼ਲ ਮੀਡੀਆ ਤੇ ਬੈਠੇ ਹੋ, ਸਪੋਜ਼ ਕਰੋ ਤੁਸੀਂ FB ਤੇ ਬੈਠੇ ਹੋ, ਫੇਸਬੁੱਕ ਖੋਲਿਆ, ਤੁਸੀਂ ਫੇਸਬੁੱਕ ਤੇ ਕੋਈ ਖੋਲਿਆ, YouTube ਖੋਲਿਆ, ਕੋਈ ਮੂਵੀ ਖੋਲ ਲਈ, ਕੋਈ ਮੂਵੀ ਦੇਖਣ ਵਾਸਤੇ ਬਹਿ ਗਏ। ਹੁਣ ਉਸ ਮੂਵੀ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਇੰਨਾ ਖਚਤ ਹੋ ਗਏ, ਇੰਨੇ ਜ਼ਿਆਦਾ ਡੂੰਘਾ ਚਲੇ ਗਏ, ਤੇ ਕੀ ਹੋਇਆ ਕਿ ਉਹ ਕੰਮ ਜਿਹੜਾ ਹੈ, ਉਸ ਤੋਂ ਬਾਅਦ ਜਿਹੜਾ ਤੁਹਾਡਾ ਕੰਮ ਪੈਂਡਿੰਗ ਸੀ ਨਾ, ਉਹ ਤੇ ਉੱਥੇ ਹੀ ਖੜਾ ਸੀ। ਤੇ ਜਦੋਂ ਉਸ ਮੂਵੀ ਨੂੰ ਬੰਦ ਕੀਤਾ ਤੇ ਵੇਖਿਆ ਵੀ ਹੁਣ ਕੰਮ ਤੇ ਮੇਰਾ ਉੱਥੇ ਹੀ ਖੜਾ ਹੈ, ਕੰਮ ਨੂੰ ਮੈਂ ਕੀਤਾ ਨਹੀਂ ਤੇ ਮੈਂ ਸੋਸ਼ਲ ਮੀਡੀਆ ਤੇ ਬੈਠਾ ਰਿਹਾ। ਹੁਣ ਇੱਥੋਂ ਜਿਹੜਾ ਹੈ ਉਹ ਗਿਲਟ ਸ਼ੁਰੂ ਹੋ ਜਾਂਦਾ ਹੈ ਆਉਣ। ਤੇ ਫਿਰ ਕੀ ਬੰਦਾ ਕਰਦਾ, ਵਿੱਚ ਮਾੜਾ ਮੋਟਾ ਬੇਲੋੜਾ ਕੰਮ ਜਾ ਕਰ ਲੈਂਦਾ ਹੈ, ਤੇ ਫਿਰ ਮਨ ਵਿੱਚ ਆਪਣੇ ਆਪ ਨੂੰ, ਮਨ ਨੂੰ ਸਹਿਲਾਉਂਦਾ, ਚਲੋ ਮੈਂ ਕੁਛ ਤੇ ਚੰਗਾ ਕੀਤਾ। ਪਰ ਸਾਡੀ ਪ੍ਰੋਬਲਮ ਉੱਥੇ ਹੀ ਖੜੀ ਰਹਿ ਜਾਂਦੀ ਹੈ, ਪ੍ਰੋਬਲਮ ਉੱਥੇ ਹੀ ਖੜੀ ਰਹਿ ਜਾਂਦੀ ਹੈ। ਇੱਥੋਂ ਜਿਹੜੀ ਹੈ ਟਾਲ ਮਟੋਲ ਵਾਲੀ ਅਵਸਥਾ ਸ਼ੁਰੂ ਹੁੰਦੀ ਹੈ। ਸਪੋਜ਼ ਕਰੋ ਕਿ ਅੱਜ ਅਸੀਂ ਵਿਆਕਰਣ ਪੜ੍ਹਨੀ ਹੋਵੇ ਜਾਂ ਗ੍ਰਾਮਰ ਪੜ੍ਹਨੀ ਹੋਵੇ, ਜਾਂ ਮਨ ਦੇ ਵਿੱਚ ਇਹ ਚਾਹਤ ਆਏ, ਚਲੋ ਗੁਰਬਾਣੀ ਦੀ, ਵਿਆਕਰਣ ਦੀ ਕੋਈ ਜਾਂ ਇੱਕ ਬੁੱਕ ਅਸੀਂ ਸ਼ੁਰੂ ਕਰ ਲੈਂਦੇ ਹਾਂ, ਪਰ ਬੁੱਕ ਸ਼ੁਰੂ ਨਹੀਂ ਕੀਤੀ ਔਰ ਦੂਜੇ ਕੰਮਾਂ ਦੇ ਅੰਦਰ ਅਸੀਂ ਰੁਚਿਤ ਹੋ ਗਏ, ਜਿਹੜੇ ਬੇਲੋੜੇ ਕੰਮ ਸੀ। ਤੇ ਫਿਰ ਅਸੀਂ ਸੋਚਿਆ ਚਲੋ ਆਹ ਕੰਮ ਕਰਕੇ ਤੇ ਕੁਛ ਨਾ ਕੁਛ ਮੈਨੂੰ ਫਾਇਦਾ ਹੀ ਹੋਵੇਗਾ। ਇਹਨੂੰ ਕਹਿੰਦੇ ਨੇ ਟਾਲ ਮਟੋਲਣਾ, ਯਾਨੀ ਕਿ ਚੰਗਾ ਕੰਮ ਨਾ ਕਰਨ ਦੇ ਬਹਾਨੇ ਫਿਰ ਬੰਦਾ ਜਿਹੜਾ ਹੈ ਉਹ ਲੱਭਣੇ ਸ਼ੁਰੂ ਕਰ ਦਿੰਦਾ ਹੈ। ਹੁਣ ਇਹ ਕਰਦਾ ਕੀ ਹੈ? ਇਹ ਸਾਡੀ ਲਾਈਫ ਦੇ ਵਿੱਚ ਹੋਰ ਕੀ ਕੁਝ ਕਰ ਸਕਦਾ ਹੈ? ਇਹ ਸਾਡੀ ਲਾਈਫ ਦੇ ਵਿੱਚ ਸਟ੍ਰੈਸ ਵਧਾ ਸਕਦਾ ਹੈ। ਇਹਦੇ ਕਰਕੇ ਸਾਡੀ ਲਾਈਫ ਦੇ ਵਿੱਚ ਐਂਗਜ਼ਾਇਟੀ ਆਉਂਦੀ ਹੈ, ਉਤਾਵਲਾਪਣ ਹੁੰਦਾ ਹੈ, ਬੰਦੇ ਦੇ ਕਾਲਾਪਨ ਜਿਹੜਾ ਕਹਿੰਦੇ ਨੇ ਨਾ, ਕਿ ਇੱਕ ਬੱਚਿਆਂ ਦੇ ਵਿੱਚ ਤੁਸੀਂ ਖਾਸ ਤੌਰ ਤੇ ਟੀਨੇਜ ਦੇ ਬੱਚਿਆਂ ਦੇ ਵਿੱਚ ਦੇਖਿਆ ਹੋਵੇਗਾ ਕਿ ਜਿਹੜੇ ਬੱਚੇ ਆਪਣੇ ਲੈਕਚਰਸ ਪੂਰੇ ਨਹੀਂ ਕਰਦੇ, ਜਾਂ ਜਿਹੜੇ ਬੱਚੇ ਆਪਣੀ ਸਟੱਡੀ ਨੂੰ ਬਰਾਬਰ ਸਮੇਂ ਦੇ ਅੰਦਰ ਪੂਰਾ ਨਹੀਂ ਕਰ ਪਾਉਂਦੇ, ਹੋਮਵਰਕ ਜਿਹੜਾ ਟਾਈਮ ਤੇ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਉਹ ਕਾਲਾਪਨ ਜਿਹੜਾ ਹੈ, ਉਤਾਵਲਾਪਨ, ਐਂਗਜ਼ਾਇਟੀ ਔਰ ਸਟ੍ਰੈਸ ਵਧਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਆਪਣਾ 100% ਜਿਹੜਾ ਹੈ ਉਸ ਚੀਜ਼ ਨੂੰ ਨਹੀਂ ਦੇ ਪਾਉਂਦੇ, ਕਿਉਂਕਿ ਸਾਰਾ ਸਾਲ ਤੇ ਬੱਚਾ ਪੜ੍ਹਿਆ ਨਹੀਂ। ਹੁਣ ਜਿਹਨੇ ਸਾਰਾ ਸਾਲ ਸਟੱਡੀ ਨੂੰ ਉਸ ਲੈਵਲ ਤੇ ਜਾ ਕੇ ਨਹੀਂ ਕੀਤਾ, ਤੇ ਕੀ ਉਹ ਜਦੋਂ ਐਗਜ਼ਾਮ ਆ ਗਿਆ, ਉਸ ਐਗਜ਼ਾਮ ਵਾਲੇ ਦਿਨ ਆ ਕੇ ਉਹ ਬੱਚਾ ਕੀ ਉਹ 100% ਦੇ ਪਾਏਗਾ? ਨਹੀਂ ਦੇ ਪਾਏਗਾ। ਫਿਰ ਉਹ ਕੀ ਹੋਏਗਾ? ਉਹਦੇ ਨਾਲ ਸਟ੍ਰੈਸ ਵਧੇਗਾ, ਉਹਦੇ ਨਾਲ ਐਂਗਜ਼ਾਇਟੀ ਵਧੇਗੀ, ਔਰ ਉਹ ਇੱਕ ਢਹਿੰਦੀ ਕਲਾ ਦੇ ਵਿੱਚ ਬੱਚਾ ਚਲਾ ਜਾਏਗਾ। ਬਸ ਇਹੀ ਬਾਤ ਹੈ। ਇਹੀ ਗੱਲ ਰੂਹਾਨੀਅਤ ਦੇ ਤੌਰ ਤੇ ਸਾਡੇ ਨਾਲ ਜੁੜਦੀ ਹੈ ਕਿ ਸਾਡੇ ਵੀ ਪਰਚੇ ਹੁੰਦੇ ਨੇ, ਸਾਡੇ ਵੀ ਇਮਤਿਹਾਨ ਹੁੰਦੇ ਨੇ, ਸਾਡੇ ਨਾਲ ਵੀ ਐਸੀ ਜਿਹੜੀਆਂ ਸਮੱਸਿਆਵਾਂ 2-4 ਦਿਨ ਦੇ ਵਿੱਚ ਹੋ ਹੀ ਜਾਂਦੀਆਂ ਨੇ
ਕਿ ਜਿਹਦੇ ਅੰਦਰ ਸਾਡੇ ਉੱਤੇ ਪਰਚਾ ਪੈ ਜਾਂਦਾ, ਯਾਨੀ ਕਿ ਸਾਡਾ ਵੀ ਇਮਤਿਹਾਨ ਹੋ ਜਾਂਦਾ ਹੈ। ਸਪੋਜ਼ ਕਰੋ ਕੋਈ ਐਸੀ ਘਰ ਦੇ ਅੰਦਰ ਸਿਚੁਏਸ਼ਨ ਕ੍ਰੀਏਟ ਹੋ ਗਈ ਕਿ ਜਿਹਦੇ ਵਿੱਚ ਕੋਈ ਗੁੱਸਾ ਕਰਨ ਦੀ ਬਹੁਤੀ ਲੋੜ ਨਹੀਂ ਸੀ, ਪਰ ਬੰਦਾ ਗੁੱਸੈਲ ਸੁਭਾਅ ਦੇ ਕਰਕੇ ਫਟ ਜਾਂਦਾ ਹੈ, ਬਰਸਟ ਹੋ ਜਾਂਦਾ ਹੈ। ਔਰ ਬਰਸਟ ਹੋਣ ਤੋਂ ਬਾਅਦ ਦੇ ਵਿੱਚ ਉਹਨੂੰ ਮਹਿਸੂਸ ਹੁੰਦਾ ਮੈਨੂੰ ਨਹੀਂ ਸੀ ਕਰਨਾ ਚਾਹੀਦਾ, ਹੋ ਜਾਂਦਾ ਹੈ ਐਸਾ। ਐਸੇ ਕਰਕੇ ਨਾ ਮੈਨੂੰ ਇੱਕ ਕਵਿਤ ਚੇਤਾ ਆਇਆ, ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜੈਸੇ ਕਰ ਲਾਗੇ ਆਗ ਜਾਗ ਕੁआं ਖੋਦਿਓ, ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਯਾਦ ਕਰਿਓ ਕਿ ਜੇ ਉਹ ਕਹਿੰਦੇ ਨੇ ਵੀ ਖਿਆਲ ਰੱਖੋ ਇਸ ਗੱਲ ਦਾ ਕਿ ਜੇ ਘਰ ਵਿੱਚ ਅੱਗ ਲੱਗ ਜੇ ਤੇ ਤੁਹਾਡੇ ਕੋਲ ਕੋਈ ਪਾਣੀ ਦਾ ਕੋਈ ਸੋਮਾ ਨਾ ਹੋਵੇ, ਸਰੋਤ ਨਾ ਹੋਵੇ, ਤੇ ਕੀ ਕਰੋਗੇ? ਪੁਰਾਣੇ ਸਮਿਆਂ ਦੇ ਵਿੱਚ ਨਾ ਕਿਸੇ ਦੇ ਘਰ ਖੂਹ ਨਾ ਹੋਵੇ, ਜੇ ਉਹਦੇ ਘਰ ਵਿੱਚ ਅੱਗ ਲੱਗ ਗਈ ਤੇ ਉਸਨੇ ਉਸ ਵੇਲੇ ਕੀ ਕਿਹਾ ਵੀ ਮੈਂ ਆਪਣੇ ਵਿਹੜੇ ਵਿੱਚ ਖੂਹ ਪੱਟ ਲਵਾਂ ਤੇ ਆਪਣੇ ਘਰ ਦੀ ਅੱਗ ਬੁਝਾ ਲਵਾਂ। ਤੇ ਕभी ਭਾਈ ਗੁਰਦਾਸ ਜੀ ਕਹਿੰਦੇ ਐਸਾ ਨਹੀਂ ਹੋ ਸਕਦਾ, ਏਦਾਂ ਨਹੀਂ ਹੋਵੇਗਾ। ਕਹਿੰਦੇ ਜੇ ਜੰਗ ਲੱਗੀ ਹੋਵੇ ਤੇ ਜੰਗ ਦੇ ਵਿੱਚ ਦੋ ਸੂਰਮੇ ਆਮੋ ਸਾਹਮਣੇ ਖੜੇ ਨੇ, ਜੰਗ ਪੂਰੀ ਭਖੀ ਏ, ਦੋਨਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਨੇ, ਤੇ ਇੱਕ ਆਖੇ ਕਿ ਭਾਈ ਮੈਨੂੰ ਤੇ ਤਲਵਾਰ ਚਲਾਉਣੀ ਨਹੀਂ ਆਉਂਦੀ, ਤੇ ਦੂਜਾ ਉਹਨੂੰ ਛੱਡੇਗਾ? ਉਹ ਨਹੀਂ ਛੱਡੇਗਾ, ਉਹਦਾ ਗਾਟਾ ਲਾ ਦੇਗਾ। ਕਿਉਂ? ਕਿਉਂਕਿ ਤੈਨੂੰ ਪਹਿਲਾਂ ਤਿਆਰੀ ਕਰਕੇ ਆਉਣੀ ਚਾਹੀਦੀ ਸੀ। ਜੇ ਤੂੰ ਜੰਗ ਦੇ ਮੈਦਾਨ ਵਿੱਚ ਆਇਆ ਤੇ ਤੇਰੀ ਤਿਆਰੀ ਹੋਣੀ ਚਾਹੀਦੀ ਸੀ ਨਾ, ਤੂੰ ਪਹਿਲਾਂ ਪ੍ਰੀਪੇਅਰ ਹੋ ਕੇ ਆਂਦਾ, ਤੂੰ ਪਹਿਲਾਂ ਪ੍ਰੀਪੇਅਰ ਹੋ ਕੇ ਜੰਗ ਦੇ ਮੈਦਾਨ ਵਿੱਚ ਆਉਣਾ ਸੀ ਤੈਨੂੰ, ਤੂੰ ਪ੍ਰੀਪੇਅਰ ਨਹੀਂ, ਇਸ ਕਰਕੇ ਉਸਨੇ ਗਾਟਾ ਲਾ ਦੇਣਾ। ਕਹਿੰਦੇ ਏਦਾਂ ਹੀ ਦੋ ਤਿੰਨ ਐਗਜ਼ਾਮਪਲ ਦੇ ਕੇ ਨਾ ਫਿਰ ਉਹ ਕਹਿੰਦੇ ਨੇ ਤੈਸੇ ਮਾਇਆ ਧੰਦ ਬੰਦ ਵਿਖੇ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ ਹੈ। ਕਹਿੰਦੇ ਐਵੇਂ ਹੀ ਮਾਇਆ ਦੇ ਧੰਦਿਆਂ ਦੇ ਵਿੱਚ ਬੰਦਾ ਖਚਤ ਹੋ ਕੇ ਨਾ ਸ਼ੁਭ ਗੁਣਾਂ ਨੂੰ ਨਾ ਅਪਣਾ ਕੇ ਟਾਲਾ ਮਟੋਲਾ ਕਰਦਾ ਰਹਿੰਦਾ ਹੈ। ਫਿਰ ਉਹ ਸਮਾਂ ਜਦੋਂ ਅੰਤ ਕਾਲ ਸਿਰ ਤੇ ਆ ਕੇ ਖੜਾ ਹੋ ਗਿਆ, ਭਾਵ ਜਦੋਂ ਜ਼ਮੀਰ ਦੀ ਮੌਤ ਹੋਣੀ ਸ਼ੁਰੂ ਹੋ ਗਈ, ਕਹਿੰਦੇ ਉਹ ਉਦੋਂ ਜੇ ਅਸੀਂ ਸੋਚਾਂਗੇ ਕਿ ਅਸੀਂ ਰੱਬੀ ਸੁਰਤ ਨਾਲ, ਰੱਬੀ ਉਸ ਗਿਆਨ ਨਾਲ ਆਪਣੀ ਸੁਰਤ ਨੂੰ ਜੋੜ ਲਈਏ, ਸ਼ੁਭ ਗੁਣਾਂ ਦੇ ਨਾਲ ਅਸੀਂ ਆਪਣੇ ਮੈਂਟਲ ਸਟੇਟ ਨੂੰ ਜੋੜ ਲਈਏ, ਕਹਿੰਦੇ ਫਿਰ ਨਹੀਂ ਹੋ ਸਕਦਾ, ਐਸੇ ਇਸ ਢੰਗ ਦੇ ਨਾਲ ਨਹੀਂ ਹੋ ਸਕਦਾ। ਇਸ ਕਰਕੇ ਬਾਣੀ ਨੇ ਸਾਨੂੰ ਸਮਝਾਇਆ ਕਿ ਵਕਤ ਵਿਚਾਰੈ ਸੋ ਬੰਦਾ ਹੋਏ, ਕਿ ਜਿਹੜਾ ਵਕਤ ਨੂੰ ਵਿਚਾਰ ਲੈਂਦਾ ਹੈ ਅਸਲ ਵਿੱਚ ਬੰਦਾ ਉਹੀ ਹੈ, ਇਨਸਾਨ ਉਹੀ ਹੈ। ਵਕਤ ਨੂੰ ਵਿਚਾਰੋ, ਵਕਤ ਨੂੰ ਬਰਬਾਦ ਨਾ ਕਰੋ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਨਾ, ਆਪਨੇ ਕਈ ਵਾਰੀ ਸੁਣਿਆ ਹੋਣਾ ਕਿ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਨੇ ਵੀ ਮੈਂ, ਮੇਰੀ ਹਾਲਾਤ ਪਤਾ ਕੈਸੀ ਹੈ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ, ਸ਼ਬ ਰੋਜ਼ ਰਾਤ ਦਿਨ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ। ਮੇਰੇ ਮਨ ਵਿੱਚ ਨਾ ਇੱਕ ਗਸ਼ਤ ਜਿਹੜੀ ਹੈ ਚੱਲਦੀ ਰਹਿੰਦੀ ਹੈ ਮਾੜੇ ਮੰਦੇ ਖਿਆਲਾਂ ਦੀ, ਰਾਤ ਦਿਨ ਇਹ ਭੈੜੇ ਵਾਲੇ ਪਾਸੇ ਤੁਰਦਾ ਰਹਿੰਦਾ ਹੈ, ਚੰਗੇ ਵਾਲੇ ਪਾਸੇ ਜਾਣ ਦਾ ਯਤਨ ਹੀ ਨਹੀਂ ਕਰਦਾ, ਟਾਲਦਾ ਰਹਿੰਦਾ ਉਸ ਨੂੰ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚਨੀ ਹਵਾਲ। ਕਹਿੰਦੇ ਨੇ ਇੱਕ ਵਾਰ ਵੀ ਮਨ ਦੇ ਅੰਦਰ ਇਹ ਭਾਵਨਾ ਨਹੀਂ ਆਉਂਦੀ ਕਿ ਮੈਂ ਕੋਈ ਨੇਕੀ ਵਾਲਾ ਕੰਮ ਕਰਾਂ, ਕੋਈ ਚੰਗਾ ਕੰਮ ਕਰਾਂ, ਕੋਈ ਸ੍ਰੇਸ਼ਟ ਕੰਮ ਕਰਾਂ, ਕੋਈ ਸਮਾਜ ਦੇ ਅੰਦਰ ਕੋਈ ਉਸਾਰੂ ਬਿਰਤੀ ਵਾਲੀ ਸੋਚ ਰੱਖਾਂ। ਐਸੀ ਅਵਸਥਾ ਤੇ ਨਹੀਂ ਹੈ। ਮੈਂ ਏਦਾਂ ਆਪਣੇ ਦਿਨ ਰਾਤਾਂ ਨੂੰ ਵਿਅਰਥ ਬਰਬਾਦ ਕਰ ਰਿਹਾ ਹਾਂ। ਇਸੇ ਕਰਕੇ ਨਾ ਗੁਰਬਾਣੀ ਦੇ ਅੰਦਰ ਸਾਨੂੰ ਗੁਰੂ ਸਾਹਿਬ ਨੇ 12 ਮਾਹ ਸਮਝਾਏ ਕਿ 12 ਮਹੀਨਿਆਂ ਵਿੱਚ ਤੁਸੀਂ ਕੀ ਕਰਨਾ ਹੈ। ਸਾਨੂੰ ਸਮਝਾਇਆ ਕਿ ਹਰ ਇੱਕ ਜੀਵਨ ਦੇ ਅੰਦਰ ਤੁਸੀਂ ਕੀ ਕਰਨਾ ਹੈ, 12 ਮਹੀਨਿਆਂ ਵਿੱਚ ਤੁਸੀਂ ਕੀ ਕਰਨਾ ਹੈ। ਫਿਰ ਪਹਿਰ ਨੇ, ਫਿਰ ਘੜੀਆਂ ਨੇ, ਸਾਨੂੰ ਹਰ ਇੱਕ ਦਿਨ ਦੀ ਬਾਤ ਸਮਝਾਈ ਗਈ ਕਿ ਤੁਸੀਂ ਦਿਨਾਂ ਦੀ ਵਿਚਾਰ ਜਿਹੜੀ ਹੈ ਦੁਨਿਆਵੀ ਤੌਰ ਤੇ ਕਰਦੇ ਹੋ, ਪਰ ਤੁਸੀਂ ਦਿਨਾਂ ਦੇ ਵਿੱਚ ਕਿਵੇਂ ਕਰਨਾ ਹੈ। ਭਾਵ ਕਿ ਹਰ ਇੱਕ ਘੜੀ ਪਲ ਚਸੇ ਵਿਸਵੇ, ਹਰ ਇੱਕ ਪਲ ਦੀ ਸਾਨੂੰ ਕੀਮਤ ਸਮਝਾਈ ਗਈ ਬਾਣੀ ਦੇ ਵਿੱਚ। ਜਦ ਕਿ ਜਦੋਂ ਅਸੀਂ ਵਰਲਡ ਲੈਵਲ ਤੇ ਦੇਖਦੇ ਹਾਂ ਤੇ ਮੈਕਸ ਵੈਬਰ ਵਰਗੇ ਜਿਹੜੇ ਵਿਦਵਾਨ ਨੇ ਨਾ, ਉਹਨਾਂ ਨੇ ਇਹ ਗੱਲ ਆਖੀ, ਉਹ ਕਹਿਣ ਲੱਗੇ ਕਿ ਯੂਰਪ, ਇੰਗਲੈਂਡ ਔਰ ਅਮਰੀਕਾ ਜਿਹੜੇ ਥਾਂ ਨੇ, ਇਹਨਾਂ ਨੇ ਤਰੱਕੀ ਕਿਉਂ ਕੀਤੀ, ਇਹ ਡਿਵੈਲਪ ਕਿਉਂ ਹੋਏ, ਇਹਦੇ ਪਿੱਛੇ ਕੀ ਕਾਰਨ ਸੀ। ਤੇ ਮੈਕਸ ਵੈਬਰ ਵਰਗੇ ਵਿਦਵਾਨ ਕਹਿੰਦੇ ਨੇ ਇਹਦੇ ਪਿੱਛੇ ਕਾਰਨ ਸੀ ਪ੍ਰੋਟੈਸਟੈਂਟ ਸੋਚ ਦਾ, ਜਿਹੜੀ ਕਿ ਈਸਾਈਆਂ ਦਾ ਇੱਕ ਫਿਰਕਾ ਹੈ ਪ੍ਰੋਟੈਸਟੈਂਟ। ਇੱਕ ਕੈਥੋਲਿਕ ਹੁੰਦਾ ਹੈ, ਦੂਜਾ ਪ੍ਰੋਟੈਸਟੈਂਟ ਹੁੰਦਾ ਹੈ। ਤੇ ਉਹ ਜਿਹੜੇ ਪ੍ਰੋਟੈਸਟੈਂਟ ਫਿਰਕੇ ਵਾਲੇ ਲੋਕ ਸਨ, ਉਹਨਾਂ ਦੇ ਤੁਸੀਂ ਬਹੁਤ ਵਾਰੀ ਉਹ ਜਿਹੜਾ ਕੋਟ ਸੁਣਿਆ ਹੋਣਾ ਜਿਹਦੇ ਵਿੱਚ ਇਹ ਗੱਲ ਆਉਂਦੀ ਹੈ, ਟਾਈਮ ਇਜ਼ ਮਨੀ, ਟਾਈਮ ਇਜ਼ ਮਨੀ। ਉਹਦੇ ਵਿੱਚ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ।
ਉਹ ਕਹਿਣ ਲੱਗਾ ਕਿ ਟਾਈਮ ਇਜ਼ ਮਨੀ ਅਸਲ ਵਿੱਚ ਪ੍ਰੋਟੈਸਟੈਂਟ ਔਰ ਕ੍ਰਿਸਚੀਅਨਿਟੀ ਦਾ ਇੱਕ ਸਲੋਗਨ ਹੈ, ਔਰ ਉਹਦੇ ਕਰਕੇ ਜਿੱਥੇ ਜਿੱਥੇ ਇਹ ਪ੍ਰੋਟੈਸਟੈਂਟ ਗਏ ਇਹਨਾਂ ਨੇ ਸਮੇਂ ਦੀ ਬੜੀ ਕੀਮਤ ਸਮਝੀ ਔਰ ਉਸ ਸਮੇਂ ਨੂੰ ਸਮਝ ਕੇ ਇਹਨਾਂ ਨੇ ਤਰੱਕੀ ਕੀਤੀ, ਮਿਹਨਤ ਕੀਤੀ। ਇਸੇ ਕਰਕੇ ਅੱਜ ਦੁਨੀਆ ਦੇ ਅੰਦਰ ਜਿੱਥੇ ਜਿੱਥੇ ਪ੍ਰੋਟੈਸਟੈਂਟ ਬੈਠੇ ਨੇ ਸਭ ਤੋਂ ਖੁਸ਼ਹਾਲ ਅਵਸਥਾ ਦੇ ਵਿੱਚ ਬੈਠੇ ਨੇ। ਕਿ ਸਾਨੂੰ ਇਹ ਸਿੱਖਿਆ ਨਹੀਂ ਸੀ ਦਿੱਤੀ ਗਈ, ਸਾਨੂੰ ਤੇ ਉਹਨਾਂ ਤੋਂ ਪਹਿਲਾਂ ਇਹ ਸਿੱਖਿਆਵਾਂ ਮਿਲੀਆਂ ਨੇ ਕਿ ਜਿਨ੍ਹਾਂ ਸਮਿਆਂ ਦੇ ਅੰਦਰ ਕਿ ਲੋਕਾਂ ਨੂੰ ਬਿਲਕੁਲ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ। ਉਦੋਂ ਕਬੀਰ ਸਾਹਿਬ ਕਹਿ ਰਹੇ ਸਨ ਕਿ ਕਬੀਰ ਕਾਲ ਕਰੰਤਾ ਅਭੈ ਕਰ, ਕੱਲ ਦਾ ਕਰਦਾ ਅੱਜ ਕਰ, ਅਬ ਕਰਤਾ ਸੋਏ ਤਾਲ, ਤੇ ਹੁਣ ਦਾ ਕਰਦਾ ਇਸ ਤੋਂ ਵੀ ਪਹਿਲਾਂ ਕਰ ਲੈ, ਸੋਚ ਲੈ, ਪਾਛਾ ਕਛੂ ਨਾ ਹੋਏਗਾ ਜੋ ਸਿਰ ਆਵੇ ਕਾਲ। ਕਹਿੰਦੇ ਫਿਰ ਨਹੀਂ ਤੇਰੇ ਕੋਲ ਹੋਣਾ ਜਦੋਂ ਸਿਰ ਤੇ ਕਾਲ ਆ ਕੇ ਬਹਿ ਗਿਆ। ਜਿਵੇਂ ਕਹਿੰਦੇ ਨੇ ਨਾ ਉਹ ਮੁਹਾਵਰਾ ਹੈ ਕਿ ਫਿਰ ਪਛਤਾਏ ਕਿਆ ਕਰੇ ਜਬ ਚਿੜੀਆ ਚੁਗ ਗਈ ਖੇਤ। ਉਹ ਚਿੜੀਆ ਜਿਹੜੀ ਹੈ ਤੇਰੇ ਸ਼ੁਭ ਗੁਣਾ ਦੇ ਖੇਤ ਨੇ ਉਹਨਾਂ ਨੂੰ ਚੁਗ ਨਾ ਜਾਵੇ, ਇਸ ਤੋਂ ਪਹਿਲਾਂ ਤਿਆਰੀ ਕਰ, ਇਸ ਤੋਂ ਪਹਿਲਾਂ ਆਪਣੀ ਤਿਆਰੀ ਕਰ ਲੈ, ਇਸ ਤੋਂ ਪਹਿਲਾਂ ਆਪਣੀ ਕਬਾੜ ਬਣਾ ਔਰ ਉਸ ਨੂੰ ਤੂੰ ਕ੍ਰੀਏਟਿਵ ਤੌਰ ਦੇ ਉੱਤੇ ਕਈ ਵਾਰੀ ਜਿੱਦਾਂ ਨਾ ਅਸੀਂ ਇਹਦੇ ਅੰਦਰ ਜਦੋਂ ਅਸੀਂ ਪ੍ਰੋਕ੍ਰਾਸਟੀਨੇਸ਼ਨ ਦੀ ਜਾਂ ਕਿ ਟਾਲਾ ਟੋਲਾ ਦਿਨ ਗਿਆ ਜਿਹੜਾ ਸਾਡਾ ਸਮਾਂ ਬੀਤ ਰਿਹਾ ਹੈ ਅਸੀਂ ਇਹਨੂੰ ਯੂਟਿਲਾਈਜ਼ ਨਹੀਂ ਕਰਦੇ। ਇਹਦੇ ਪਿੱਛੇ ਕਾਰਨ ਪਤਾ ਕੀ ਹੈ ਕਿ ਕਿਉਂ ਨਹੀਂ ਕਰਦੇ? ਕਿਉਂਕਿ ਸਾਨੂੰ ਇੱਕ ਕੰਮ ਬੋਰਿੰਗ ਲੱਗਦੇ ਨੇ, ਜਿਵੇਂ ਕਿ ਬਾਣੀ ਪੜ੍ਹਨੀ, ਇਹ ਸਾਨੂੰ ਬੋਰਿੰਗ ਲੱਗਦੀ ਹੈ। ਖਾਸ ਤੌਰ ਤੇ ਜਿਹੜੇ ਟੀਨਏਜਰ ਬੱਚੇ ਨੇ ਤੁਸੀਂ ਕਹਿ ਲਓ ਜਾਂ ਨੌਜਵਾਨ ਬੱਚੇ ਨੇ ਉਹਨਾਂ ਨੂੰ ਬੋਰਿੰਗ ਲੱਗਦੀ ਹੈ। ਜਾਂ ਸਾਡੇ ਵਰਗੇ ਵੀ ਜਦੋਂ ਗੁਰਬਾਣੀ ਦਾ ਵਿਆਕਰਣ ਦਾ ਯਾਨੀ ਕਿ ਗ੍ਰਾਮਰ ਦਾ ਵਿਸ਼ਾ ਚੁਣ ਲੈਂਦੇ ਆ ਨਾ, ਕਿ ਜਦੋਂ ਸਾਨੂੰ ਪਤਾ ਲੱਗਦਾ ਵੀ ਗ੍ਰਾਮਰ ਦੀ ਗੱਲ ਕਰਾਂਗੇ ਅਸੀਂ ਤੇ ਔਂਕੜ ਕਿਉਂ ਆ ਰਿਹਾ ਹੈ, ਔਂਕੜ ਦਾ ਆਉਣ ਦਾ ਕੀ ਕਾਰਨ ਹੈ, ਸਿਹਾਰੀ ਕਿਉਂ ਆ ਰਹੀ ਹੈ, ਫਿਰ ਉਹਦਾ ਕੀ ਕਾਰਨ ਹੈ, ਫਿਰ ਮੁਕਤਾ ਕਿਉਂ ਆ ਰਿਹਾ ਹੈ, ਮੁਕਤੇ ਹੋਣ ਦਾ ਕੀ ਕਾਰਨ ਹੈ, ਇਹ ਸਾਨੂੰ ਚੀਜ਼ਾਂ ਬੋਰਿੰਗ ਲੱਗਦੀਆਂ ਨੇ। ਇਹਦਾ ਹੱਲ ਜਿਹੜੇ ਨੇ ਉਹ ਇਹ ਦੱਸਿਆ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਸ਼ੁਭ ਗੁਣ ਨੂੰ ਅਪਣਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਲੱਗਦਾ ਹੈ ਤੁਹਾਡਾ ਮਨ, ਜਿਵੇਂ ਕਿ ਅਸੀਂ ਗੱਲ ਸ਼ੁਰੂ ਕੀਤੀ ਸੀ ਨਾ ਕਿ ਸਿਚੁਏਟਿਡਨੈਸ, ਆਪਣੀ ਸਿਚੁਏਟਿਡਨੈਸ ਨੂੰ ਸਮਝ ਕੇ ਉਸ ਨੂੰ ਇਹ ਸਮਝੀਏ ਕਿ ਸਾਡਾ ਮਨ ਕਿਸੇ ਇੱਕ ਸ਼ੁਭ ਗੁਣ ਨੂੰ ਅਪਣਾਉਣਾ ਚਾਹੁੰਦਾ ਹੈ ਔਰ ਮੈਂ ਉਸ ਨੂੰ ਟਾਲ ਮਟੋਲ ਉਹਦੀ ਕਰਦਾ ਰਹਿਣਾ, ਮੈਂ ਉਸ ਨੂੰ ਅਪਣਾਉਣਾ ਵੀ ਚਾਹੁੰਦਾ ਪਰ ਮੈਂ ਉਹਨੂੰ ਪੈਂਡਿੰਗ ਪਾ ਕੇ ਰੱਖਦਾ। ਉਹਦੇ ਨਾਲ ਨਾ ਕ੍ਰੀਏਟਿਵਿਟੀ ਜੋੜ ਲਵੋ, ਉਹ ਚੰਗਾ ਲੱਗਣਾ ਸ਼ੁਰੂ ਹੋ ਜਾਵੇਗਾ। ਬੱਚਿਆਂ ਨੂੰ ਵੀ ਜੇ ਅਸੀਂ ਸਿੱਖਿਆ ਦੇਣੀ ਹੈ, ਕੋਈ ਚੀਜ਼ ਅਸੀਂ ਸਿਖਾਉਣੀ ਆ ਉਹਨਾਂ ਨੂੰ, ਉਹਦੇ ਨਾਲ ਕ੍ਰੀਏਟਿਵਿਟੀ ਜੋੜ ਦਵੋ, ਉਹਦੇ ਅੰਦਰ ਚੇਂਜ ਆਉਣਾ ਸ਼ੁਰੂ ਹੋ ਜਾਵੇਗਾ। ਕੋਰਸ ਦੇ ਦੌਰਾਨ ਨਾ ਆਪਣੇ ਇੱਕ ਉਹਨਾਂ ਨੇ ਇੱਕ ਸਾਨੂੰ ਇੱਕ ਚੈਪਟਰ ਦਿੱਤਾ ਸੀ ਜਿਹਦੇ ਵਿੱਚ ਨਾ ਇੱਕ ਅਲਸੀਦ ਨਾਮ ਦਾ ਟਿਊਨੀਸ਼ੀਅਨ ਪੇਂਟਰ ਸੀਗਾ। ਅਲਸੀਦ ਇਹ ਹੈ ਸੀ ਫ੍ਰੈਂਚ, ਹੁਣ ਫ੍ਰੈਂਚ ਟਿਊਨੀਸ਼ੀਅਨ ਹੈ, ਰਹਿੰਦਾ ਫ੍ਰੈਂਚ ਹੈ ਪਰ ਹੈ ਇਹ ਪਿੱਛੋਂ ਜਿਹੜਾ ਹੈ ਮਿਡਲ ਈਸਟ ਤੋਂ ਮੂਵ ਹੋ ਕੇ ਤੇ ਫਰਾਂਸ ਦੇ ਵਿੱਚ ਗਿਆ ਸੀਗਾ। ਇਸਲਾਮ ਮਤ ਦਾ ਧਾਰਨੀ ਸੀਗਾ। ਇਸਨੇ ਇਹਦੇ ਮਨ ਵਿੱਚ ਆਇਆ ਕਿ ਸਾਡੇ ਇਸਲਾਮ ਦੀ ਜਾਂ ਸਾਡੀ ਅਰਬੀ ਦੀ ਜਿਹੜੀ ਸਾਡੀ ਕੁਰਾਨ ਦੀਆਂ ਕੁਝ ਆਇਤਾਂ ਨੇ ਜਾਂ ਸਾਡੇ ਜਿਹੜੇ ਕੁਝ ਚੰਗੇ ਸੋਮੇ ਨੇ ਉਹਨਾਂ ਨੂੰ ਨਾ ਵਰਲਡ ਲੈਵਲ ਦੇ ਉੱਤੇ ਮੈਂ ਕਿਵੇਂ ਪ੍ਰਮੋਟ ਕਰਾਂ, ਕਿਉਂਕਿ ਵਰਲਡ ਲੈਵਲ ਦੇ ਅੰਦਰ ਇਹਨਾਂ ਨੂੰ ਕੇਵਲ ਇੱਕ ਸੰਕੀਰਣ ਸੋਚ ਦੇ ਨਾਲ, ਛੋਟੀ ਸੋਚ ਦੇ ਨਾਲ ਦੇਖਿਆ ਜਾਂਦਾ ਸੀ, ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਆ ਲੋਕ ਤੇ ਟੈਰਰਿਸਟ ਨੇ ਜਾਂ ਇਹ ਲੋਕ ਜਿਹੜੇ ਨੇ ਉਹ ਭੈੜੀ ਸੋਚ ਰੱਖਦੇ ਨੇ, ਇਹਨਾਂ ਦੀ ਸੋਚ ਬੜੀ ਭੈੜੀ ਹੈ, ਗੰਦੀ ਹੈ। ਤੇ ਇਸਨੇ ਸ਼ੁਰੂਆਤ ਕੀਤੀ ਸੀਗੀ ਕੈਲੀਗ੍ਰਾਫੀ ਤੋਂ, ਔਰ ਇਸਨੇ ਆਪਣੀ ਜਿਹੜੀ ਕੈਲੀਗ੍ਰਾਫੀ ਸ਼ੁਰੂ ਕੀਤੀ ਤੇ ਇਸਨੇ ਕੈਲੀਗ੍ਰਾਫੀ ਸ਼ੁਰੂ ਕੀਤੀ ਸੀ ਵੱਡੇ ਵੱਡੇ ਘਰਾਂ ਨੂੰ ਇਸਨੇ ਨਾ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਅਰਬੀ ਦੇ ਵਿੱਚ ਹੀ, ਯੂਰਪ ਦੇ ਵਿੱਚ। ਤੇ ਕਈਆਂ ਨੂੰ ਪਤਾ ਨਹੀਂ ਸੀ ਹੁੰਦਾ, ਉਹ ਪੇਂਟ ਕਰ ਜਾਂਦਾ ਸੀ ਸਾਰਾ ਦਾ ਸਾਰਾ, ਤੇ ਜਦੋਂ ਪਤਾ ਲੱਗਦਾ ਸੀ ਤੇ ਉਹਨਾਂ ਨੇ ਉਹਨੂੰ ਜਿਹੜਾ ਉਹ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਖੈਰ ਇਸਨੇ ਨਾ ਉਹਦੇ ਉਸ ਕ੍ਰੀਏਟਿਵਿਟੀ ਨੂੰ, ਉਹ ਜਿਹੜੀਆਂ ਅਰਬੀ ਦੀਆਂ ਆਇਤਾਂ ਸਨ, ਇਸਨੇ ਉਸ ਨੂੰ ਖਤਮ ਨਹੀਂ ਕੀਤਾ, ਇਸਨੇ ਉਸ ਨੂੰ ਆਪਣੇ ਆਰਟ ਦੇ ਨਾਲ ਜੋੜ ਕੇ ਵੱਡੇ ਕੈਨਵਸ ਤੇ ਲਿਆ ਕੇ ਇਸਨੇ ਕਰਨ ਦਾ ਕੁਝ ਕਰਨ ਦਾ ਯਤਨ ਕੀਤਾ। ਇਹ ਇਜਿਪਟ ਗਿਆ। ਇਜਿਪਟ ਦੇ ਵਿੱਚ ਜਾ ਕੇ ਨਾ ਇਸਨੇ ਉੱਥੇ ਕੁਝ ਗਾਰਬੇਜ ਕਲੈਕਟਰ ਏਰੀਆ ਨੇ ਜਿੱਥੇ ਜਿਹੜੇ ਗੰਦਗੀ ਚੁਣਦੇ ਨੇ, ਜਾਤੀਵਾਦ ਸਾਡੇ ਵਿੱਚ ਹੀ ਨਹੀਂ, ਇਹ ਲਗਭਗ ਵਰਲਡ ਦੇ ਅੰਦਰ ਹੀ ਹੈ। ਉੱਥੇ ਨਾ ਜ਼ਰੀਬ ਲੋਕ ਰਹਿੰਦੇ ਨੇ, ਉਹਨਾਂ ਦਾ ਨਾਮ ਹੈ ਜ਼ਰੀਬ ਲੋਕ। ਪਿਗ ਪਾਲਦੇ ਨੇ, ਇਹ ਸੂਰ ਪਾਲਦੇ ਨੇ। ਤੇ ਹੋਇਆ ਕੀ ਸੀ ਕਿ ਉਸ ਸਲਮ ਦੇ ਵਿੱਚ ਰਹਿੰਦੇ ਜ਼ਰੀਬ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਇਜਿਪਟ ਵਿੱਚ ਜਬਾਲੀਨ ਕਿਹਾ ਜਾਂਦਾ ਹੈ, ਹੋਇਆ ਕੀ ਕਿ ਇੱਕ ਵਾਇਰਸ ਫੈਲਣ ਕਰਕੇ, ਜਿਵੇਂ ਹੁਣ ਕੋਵਿਡ ਵਾਇਰਸ ਫੈਲਿਆ ਹੈ ਨਾ, ਇਜਿਪਟ ਦੇ ਵਿੱਚ ਇੱਕ ਵਾਇਰਸ ਫੈਲ ਗਿਆ ਔਰ ਉਹ ਜਿਹੜੇ ਉਹਦੇ ਉਸ ਇਲਾਕੇ ਦੇ ਇੱਕ
ਕਿੱਤਾ ਸੀ ਜਿਨ੍ਹਾਂ ਦਾ, ਜਿਹੜੇ ਕਿ ਉਹ ਪਿਗਸ ਨੂੰ ਪਾਲਦੇ ਸੀਗੇ ਤੇ ਉਹਨਾਂ ਦਾ ਬਿਜ਼ਨਸ ਕਰਦੇ ਸੀ, ਉੱਥੇ ਵਾਇਰਸ ਫੈਲਣ ਕਰਕੇ ਨਾ ਉਹ ਜਿਹੜੇ ਸੂਰ ਸੀ ਉਹ ਖਤਮ ਹੋ ਗਏ ਤੇ ਸਾਰੇ ਸੂਰਾਂ ਨੂੰ ਸਲੋਟਰ ਕਰਨਾ ਪਿਆ ਉਹਨਾਂ ਨੂੰ, ਉਹ ਖਤਮ ਹੋ ਗਏ, ਉਹਨਾਂ ਦਾ ਬਿਜ਼ਨਸ ਖਤਮ ਹੋ ਗਿਆ, ਉਹ ਡਾਊਨ ਹੋ ਗਏ। ਤੇ ਇਹ ਬੰਦਾ ਉਸ ਗੰਦਗੀ ਵਿੱਚ ਜਾ ਕੇ ਨਾ, ਸਲਮ ਦੇ ਵਿੱਚ ਜਾ ਕੇ ਇਸਨੇ ਜਿਹੜਾ ਦੂਰੋਂ ਸ਼ਹਿਰ ਦੇ ਵਿੱਚ ਕੋਈ ਜਾਂਦਾ ਨਹੀਂ ਸੀ ਨਾ, ਇਸਨੇ ਬਹੁਤ ਵੱਡੇ ਬਿਲਡਿੰਗਸ ਨੂੰ ਕੈਨਵਸ ਦੇ ਰੂਪ ਦੇ ਵਿੱਚ ਬਣਾ ਕੇ ਉੱਥੇ ਅਰਬੀ ਦੀ ਆਇਤਾਂ ਨੂੰ ਪੇਂਟ ਕੀਤਾ, ਯਾਨੀ ਕਿ ਆਪਣੇ ਆਰਟ ਦੇ ਵਿੱਚ ਕ੍ਰੀਏਟੀਵਿਟੀ ਲਿਆ ਕੇ ਅਰਬੀ ਦੀਆਂ ਆਇਤਾਂ ਲਿਖ ਦਿੱਤੀਆਂ। ਔਰ ਇੰਨਾ ਸੋਹਣਾ ਉਸ ਇਲਾਕੇ ਨੂੰ ਬਣਾ ਲਿਆ ਕਿ ਵੱਡੇ ਦੂਰੋਂ ਜਿਹੜਾ ਵੀ ਟੂਰਿਸਟ ਆਉਂਦਾ ਸੀ, ਜਿਹੜਾ ਇਜਿਪਟ ਜਾਂਦਾ ਸੀਗਾ, ਉਹ ਇਹਦੀ ਪੇਂਟਿੰਗਸ ਨੂੰ ਦੇਖਣ ਵਾਸਤੇ ਉੱਥੇ ਜ਼ਰੂਰ ਜਾਂਦਾ ਸੀ। ਤੇ ਜਦੋਂ ਉਹ ਅਰਬੀ ਪੜ੍ਹਦਾ ਸੀ, ਲਿਖੀ ਹੋਈ ਇਬਾਰਤਾਂ ਪੜ੍ਹਦਾ ਸੀ, ਤੇ ਉਹਦਾ ਫਿਰ ਮੀਨਿੰਗ ਵੀ ਪੁੱਛਦਾ ਸੀ ਕਿ ਇਹਦਾ ਮੀਨਿੰਗ ਕੀ ਹੈ। ਇਸੇ ਢੰਗ ਦੇ ਨਾਲ ਨਾ ਇੱਕ ਕੁਰਾਨ ਦੀ ਆਇਤਾਂ ਯੂਰਪੀਅਨਸ ਨੂੰ, ਅਮਰੀਕਨਸ ਨੂੰ ਜਾਂ ਹੋਰ ਵੱਡੇ ਲੈਵਲ ਤੇ, ਦੇਖੋ ਜਿਹਦੀ ਗੱਲ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਕੋਰਸਿਸ ਵਿੱਚ ਹੋ ਰਹੀ ਹੈ, ਇਹਦਾ ਮਤਲਬ ਕੀ ਹੈ ਕਿ ਆਪਣੀ ਆਰਟ ਨੂੰ ਇਸ ਲੈਵਲ ਤੇ ਜਾ ਕੇ ਲੈ ਗਿਆ, ਕ੍ਰੀਏਟੀਵਿਟੀ ਬਣਾ ਕੇ, ਕਿ ਇਸ ਨੇ ਦੁਨੀਆ ਦੇ ਸਾਹਮਣੇ ਕੁਰਾਨ ਦੀਆਂ ਆਇਤਾਂ ਨੂੰ ਰੱਖ ਦਿੱਤਾ ਕਿ ਜਿਹੜਾ ਹੈ ਆ ਕੁਰਾਨ ਦੀਆਂ ਆਇਤਾਂ ਨੇ, ਇਹਦਾ ਇਹ ਮਤਲਬ ਹੈ। ਔਰ ਸਾਡਾ ਧਰਮ ਜਿਹੜਾ ਹੈ ਇਹ ਪੀਸਫੁਲ ਧਰਮ ਹੈ, ਜਿਹੜਾ ਕਿ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ, ਪੀਸ ਦਾ ਸੰਦੇਸ਼ ਦਿੰਦਾ ਹੈ। ਇੱਕ ਆਰਟ ਸੀ ਨਾ, ਟਾਲਿਆ ਨਹੀਂ ਉਸਨੇ ਉਸ ਆਰਟ ਨੂੰ ਬੋਰਿੰਗ ਨਹੀਂ ਬਣਾਇਆ, ਉਸਨੇ ਉਸ ਆਪਣੇ ਹੁਨਰ ਨੂੰ ਬੋਰਿੰਗ ਨਹੀਂ ਬਣਾਇਆ, ਉਸਨੇ ਉਸ ਹੁਨਰ ਨੂੰ ਕ੍ਰੀਏਟੀਵਿਟੀ ਦੇ ਨਾਲ ਜੋੜ ਕੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ। ਔਰ ਐਸੇ ਹਾਲਾਤਾਂ ਦੇ ਵਿੱਚ ਰੱਖਿਆ ਜਿੱਥੇ ਕਿ ਕੋਈ ਆ ਕੇ ਵੜਦਾ ਨਹੀਂ ਸੀ, ਜਿੱਥੇ ਦੁਰਗੰਧੀ ਹੈ, ਗੰਦਗੀ ਹੈ, ਜਿੱਥੇ ਕੋਈ ਸਮਾਜ ਦਾ, ਜਿੱਥੇ ਕੋਈ ਭਲਾ ਨਹੀਂ ਹੋ ਰਿਹਾ, ਉਸ ਸਥਾਨ ਤੇ ਜਾ ਕੇ ਉਸਨੇ ਉਹ ਗੱਲ ਕੀਤੀ। ਔਰ 1 ਸਾਲ ਵਿੱਚ ਉਸਨੇ ਫਰਾਂਸ, ਨਾਰਥ ਅਮਰੀਕਾ, ਮਿਡਲ ਈਸਟ ਦੇ ਵਿੱਚ ਜਾ ਕੇ ਆਪਣੀਆਂ ਪੇਂਟਿੰਗਸ ਵਰਲਡ ਲੈਵਲ ਤੇ ਉਸ ਰੂਪ ਦੇ ਅੰਦਰ ਉਸਨੇ ਬਣਾਈਆਂ। ਸੋ ਐਸੀ ਕ੍ਰੀਏਟੀਵਿਟੀ ਦੇ ਨਾਲ ਅਸੀਂ ਆਪਣੇ ਸ਼ੁਭ ਗੁਣ ਨੂੰ, ਜਿਸ ਨੂੰ ਅਸੀਂ ਅਪਣਾਉਣਾ ਚਾਹੁੰਦੇ ਹਾਂ, ਉਸ ਨੂੰ ਕ੍ਰੀਏਟੀਵਿਟੀ ਨਾਲ ਜੋੜ ਕੇ ਆਪਣੀ ਲਾਈਫ ਦੇ ਅੰਦਰ ਇਹ ਚੇਂਜ ਲਿਆ ਸਕਦੇ ਹਾਂ, ਜਿਹਦੇ ਬਾਰੇ ਕਬੀਰ ਸਾਹਿਬ ਜੀ ਬਾਤ ਕਰ ਰਹੇ ਨੇ ਕਿ ਜੇ ਕੁਝ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ, ਕੋਈ ਵੱਡੀ ਗੱਲ ਨਹੀਂ। ਇੱਕ ਇਕੱਲਾ ਇਨਸਾਨ ਸ਼ੁਰੂ ਕਰ ਸਕਦਾ ਹੈ। ਇਕੱਲੇ ਇਨਸਾਨ ਦੇ ਅੰਦਰ ਇੰਨੀ ਕਾਬਲੀਅਤ ਹੈ ਕਿ ਉਹ ਇਸ ਦੁਨੀਆ ਦੇ ਅੰਦਰ ਕੁਝ ਵੀ ਅਚੀਵ ਕਰ ਸਕਦਾ ਹੈ, ਔਰ ਉਹ ਯਤਨ ਕਰੇ, ਅੱਜ ਤੋਂ ਸ਼ੁਰੂਆਤ ਕਰ ਦੇਵੇ ਤੇ ਉਹ ਆਪਣੇ ਉਸ ਮਕਸਦ ਤੱਕ ਆਰਾਮ ਦੇ ਨਾਲ ਪਹੁੰਚ ਸਕਦਾ ਹੈ। ਸੋ ਕਬੀਰ ਸਾਹਿਬ ਜੀ ਇਸ ਪਾਵਨ ਸ਼ਲੋਕ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਕਬੀਰ ਟਾਲੈ ਟੋਲੈ ਦਿਨ ਗਿਆ, ਵਿਆਜ ਬਢੰਤੋ ਜਾਏ, ਨਾ ਹਰ ਭਜਿਓ ਨਾ ਖਤ ਪਟਿਓ, ਕਾਲ ਪਹੁੰਚੋ ਆਏ। ਕਿ ਜੇ ਉਸ ਆਤਮਕ ਮੌਤ ਤੋਂ ਅਸੀਂ ਬਚਣਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਕੋਈ ਨਾ ਕੋਈ ਚੰਗਾ ਕੰਮ ਕਰਨ ਵਾਸਤੇ ਤਤਪਰ ਰਹਿਣਾ ਪਵੇਗਾ, ਅੱਜ ਤੋਂ ਸ਼ੁਰੂ ਕਰਨਾ ਪਵੇਗਾ। ਜਿੱਦਾਂ ਫਰੀਦ ਜੀ ਕਹਿੰਦੇ ਨੇ, ਆਜ ਮਿਲਾਵਾਂ ਸ਼ੇਖ ਫਰੀਦ, ਹੁਣੇ ਤੋਂ ਸ਼ੁਰੂ ਕਰਨਾ ਪਵੇਗਾ। ਹੈ ਹਜੂਰ ਕਤ ਦੂਰ ਬਤਾਓ, ਦੁੰਦਰ ਬਾਂਧੋ ਸੁੰਦਰ ਪਾਵੋ। ਕਿ ਹੁਣੇ ਤੋਂ ਮੈਨੂੰ ਉਹ ਕਰਨਾ ਪਵੇਗਾ ਕਿ ਮੈਂ ਜਿਹੜਾ ਆਪਣੇ ਮਨ ਦੇ, ਜਿਹੜੇ ਮੇਰੇ ਮਨ ਦੇ ਦਵੰਦ ਨੇ, ਇਸ ਦਵੰਦ ਨੂੰ ਮੈਂ ਕੰਟਰੋਲ ਕਰ ਸਕਾਂ। ਅੱਜ ਤੋਂ ਇਹਦੀ ਸ਼ੁਰੂਆਤ ਕਰਨੀ ਪਵੇਗੀ ਤਾਂ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਰਾ ਮਿਲਾਪ ਹੋ ਸਕੇ। ਔਰ ਉਹ ਕਿਵੇਂ ਹੋ ਸਕਦਾ ਹੈ? ਇੱਕ ਟੈਕਨੀਕ ਨੂੰ ਅਸੀਂ ਅਪਣਾ ਸਕਦੇ ਹਾਂ। ਕਈ ਵਾਰੀ ਸਾਨੂੰ ਬੋਰਿੰਗ ਲੱਗਦੀ ਹੈ ਕੋਈ ਚੀਜ਼, ਪਰ ਉਸਨੂੰ ਅਸੀਂ ਇੰਜੋਏ ਕਰਨਾ ਸਿੱਖ ਸਕਦੇ ਹਾਂ। ਜਿਵੇਂ 25 ਮਿੰਟ ਰੱਖ ਲਓ ਬਾਣੀ ਪੜ੍ਹਨ ਦੇ, ਕਿ ਅਸੀਂ 25 ਮਿੰਟ ਬਾਣੀ ਪੜ੍ਹਨੀ ਹੈ, 25 ਮਿੰਟ ਅਰਥ ਪੜ੍ਹਨੇ ਨੇ, ਜਾਂ 10 ਮਿੰਟ ਅਸੀਂ ਅਰਥ ਪੜ੍ਹਨੇ ਨੇ। ਘੱਟੋ ਘੱਟ ਵੈਸੇ 25 ਮਿੰਟ ਦਾ ਟੈਕਨੀਕਸ ਦੱਸੀ ਜਾਂਦੀ ਹੈ ਵੀ 25 ਮਿੰਟ ਤੁਸੀਂ ਲਗਾਤਾਰ ਸਟੱਡੀ ਕਰੋ, 5 ਮਿੰਟ ਦੀ ਬ੍ਰੇਕ ਲੈ ਲਓ। ਔਰ ਉਸ 5 ਮਿੰਟ ਦੀ ਬ੍ਰੇਕ ਦੇ ਵਿੱਚ ਨਾ ਤੇ ਫੋਨ ਯੂਜ਼ ਕਰੋ ਤੇ ਨਾ ਹੀ ਕੋਈ ਹੋਰ ਜਿਹੜਾ ਮੀਡੀਆ ਦਾ ਕੋਈ ਵੀ ਢੰਗ ਤਰੀਕਾ ਹੈ, ਜਿਹੜਾ ਟੈਲੀਵਿਜ਼ਨ ਹੈ ਜਾਂ ਹੋਰ ਕੋਈ ਚੀਜ਼ ਹੈ ਜਿਹੜੀ ਤੁਹਾਡੇ ਉਸ ਸੋਚ ਨੂੰ ਭਟਕਾ ਦੇਵੇ, ਉਹਦੀ ਵਰਤੋਂ ਨਾ ਕਰੋ। ਹਾਂ, ਪਾਣੀ ਪੀਓ, ਘੁੰਮੋ, ਫਿਰ 5 ਮਿੰਟ ਤੋਂ ਬਾਅਦ, 5 ਮਿੰਟ ਰੈਸਟ ਤੋਂ ਬਾਅਦ ਫਿਰ ਉਹ 25 ਮਿੰਟ ਜਿਹੜਾ ਹੈ ਉਹ ਆਪਣੇ ਉਸ ਅਧਿਐਨ ਤੇ ਲਾਓ, ਜਾਂ ਆਪਣਾ ਕੋਈ ਵੀ ਕੰਮ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਸੀਂ ਗੋਲ ਪੂਰਾ ਕਰਨਾ ਚਾਹੁੰਦੇ ਹੋ, ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਜਿਹੜਾ ਤੁਸੀਂ ਗੋਲ ਹਾਸਲ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ 25 ਮਿੰਟ ਜਿਹੜੇ ਨੇ ਉਹਦੇ 3 ਸੈਸ਼ਨ ਲੈ ਕੇ ਉਹਦਾ ਕੰਮ ਕਰਨਾ ਸ਼ੁਰੂ ਕਰ ਦਵੋ। ਜਦੋਂ ਤੱਕ ਤੁਹਾਡਾ ਟਾਸਕ ਕੰਪਲੀਟ ਨਾ ਹੋਵੇ, ਫੋਨ ਤੇ ਸੋਸ਼ਲ ਮੀਡੀਆ ਤੋਂ ਦੂਰ ਰਹੋ। ਫਿਰ ਟਾਲ ਮਟੋਲ ਕਰਨ ਦਾ ਇੱਕ ਹੋਰ ਬਹਾਨਾ ਹੁੰਦਾ, ਸਾਨੂੰ ਸਾਨੂੰ ਤਾਂ ਚੇਤਾ ਹੀ ਨਹੀਂ ਰਿਹਾ। ਆਪਣੀ ਟੂ ਡੂ ਲਿਸਟ ਬਣਾਉਣਾ ਸ਼ੁਰੂ ਕਰੋ ਕਿ ਅੱਜ ਤੋਂ ਅਸੀਂ ਇਹ ਬਣਾਉਂਦੇ ਹਾਂ ਕਿ ਹਾਂ, ਜੋ ਸਾਡੇ ਕੋਲ ਆ ਲਿਖਿਆ ਹੈ,
ਕਿ ਜਿਹਦੇ ਅੰਦਰ ਮੈਨੂੰ ਪਤਾ ਹੋਵੇ ਕਿ ਮੈਂ ਆਪਣੇ ਆਉਣ ਵਾਲੇ ਸਮੇਂ ਦੇ ਅੰਦਰ ਇੰਨੇ ਸਮੇਂ ਦੇ ਵਿੱਚ ਆਪਣੀ ਇਸ ਪ੍ਰੋਬਲਮ ਤੋਂ ਛੁਟਕਾਰਾ ਪ੍ਰਾਪਤ ਕਰ ਲਵਾਂਗਾ। ਟਾਈਮ ਪੀਰੀਅਡ ਸੈੱਟ ਕਰੋ। ਸਪੋਜ਼ ਕਰੋ ਕਿ ਹਫਤਾ ਇੱਕ ਅਸੀਂ ਲੈ ਲਿਆ ਔਰ ਇੱਕ ਹਫਤੇ ਦੇ ਅੰਦਰ ਅਸੀਂ ਸੋਚ ਲਿਆ ਕਿ ਅਸੀਂ ਜਪਜੀ ਸਾਹਿਬ ਦੇ ਅਰਥ ਪੂਰੇ ਕਰਨੇ ਨੇ। ਫਿਰ ਉਸ ਪੌੜੀਆਂ ਦੇ ਹਿਸਾਬ ਦੇ ਨਾਲ ਅਸੀਂ ਵੰਡ ਲਓ ਉਹਨੂੰ ਕਿ ਕਿੰਨੇ ਪੌੜੀਆਂ ਅਸੀਂ ਡੇਲੀ ਕਰਨੀਆਂ ਨੇ, ਉਹਦੇ ਅਰਥ ਅਸੀਂ ਕਿਸ ਢੰਗ ਦੇ ਨਾਲ ਇੱਕ ਹਫਤੇ ਦੇ ਅੰਦਰ ਉਹਨੂੰ ਕੰਪਲੀਟ ਕਰ ਦੇਣਾ ਹੈ। ਯਾਨੀ ਕਿ ਇੱਕ ਟਾਈਮ ਮਿਥ ਕੇ, ਟੂ ਡੂ ਲਿਸਟ ਬਣਾ ਕੇ, ਟਾਈਮ ਮਿਥ ਕੇ ਉਹਦੇ ਉੱਤੇ ਕੰਮ ਕਰਨ ਦਾ ਯਤਨ ਕਰਦੇ ਰਹੋ। ਤੇ ਜੇ ਅਸੀਂ ਟਾਲਦੇ ਰਹੇ ਤੇ ਫਿਰ ਕੀ ਹੋਏਗਾ? ਅਸੀਂ ਖੁਦ ਦੇ ਅੰਦਰ ਕੋਈ ਚੰਗੀ ਗੁਣਾ ਦਾ ਜਿਹੜਾ ਹੈ ਉਹ ਵਾਧਾ ਨਹੀਂ ਕੀਤਾ। ਟਾਲਣ ਕਰਕੇ ਅੱਜ ਸਾਡਾ ਇਹ ਹਾਲ ਹੋ ਗਿਆ ਕਿ ਵਿਕਾਰ ਸਾਨੂੰ ਚਿੰਬੜ ਗਏ। ਫਿਰ ਕੀ ਹੋਏਗਾ ਕਿ ਜਦੋਂ ਅਸੀਂ ਕੌਮੀ ਪੱਧਰ ਤੇ ਦੇਖਾਂਗੇ, ਆ ਜਿਹੜਾ ਡੇਰਾਵਾਦ ਪਨਪਿਆ ਹੈ ਇਹਦਾ ਕਾਰਨ ਹੀ ਇਹੀ ਹੈ ਕਿ ਅਸੀਂ ਟਾਲਦੇ ਰਹੇ। ਪਹਿਲਾਂ ਟਾਲਦੇ ਰਹੇ ਕਿ ਚਲੋ ਠੀਕ ਹੈ ਡੇਰਾਵਾਦ ਫੈਲ ਰਿਹਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਗੁਰੂ ਸਾਹਿਬ ਜੀ ਦੇ ਆਸ਼ੇ ਮੁਤਾਬਕ ਗੱਲਾਂ ਹੋ ਰਹੀਆਂ ਨੇ, ਕੋਈ ਗੱਲ ਨਹੀਂ, ਸਾਨੂੰ ਕੋਈ ਲੋੜ ਨਹੀਂ। ਅੱਜ ਜਿਹੜਾ ਇਹ ਮੀਡੀਆ ਦੇ ਰਾਹੀਂ ਅਸੀਂ ਸਾਰੇ ਕਲਾਸਿਸ ਦੇ ਨਾਲ ਜੁੜ ਰਹੇ ਹਾਂ ਜਾਂ ਵਰਲਡ ਲੈਵਲ ਤੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਪਹਿਲਾਂ ਹੋਣੀਆਂ ਚਾਹੀਦੀਆਂ ਸੀਗੀਆਂ। ਜਿਹੜਾ ਪ੍ਰਚਾਰ ਦਾ ਜਿਹੜਾ ਢੰਗ ਤਰੀਕਾ ਹੈ ਇਹ ਪਹਿਲਾਂ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸ਼ੁਰੂ ਹੋਣੀਆਂ ਚਾਹੀਦੀਆਂ ਸੀਗੀਆਂ। ਗੁਰਦੁਆਰੇ ਸਾਹਿਬਾਨਾਂ ਦੇ ਅੰਦਰ ਸਾਡੇ ਇੱਥੇ ਇੰਡੀਆ ਦੇ ਵਿੱਚ ਤੇ ਚਲੋ ਬਾਹਰਲੇ ਦੇਸ਼ਾਂ ਦੇ ਅੰਦਰ ਤੇ ਫਿਰ ਵੀ ਬਹੁਤ ਸਾਰੀ ਅਵੇਅਰਨੈਸ ਆ ਚੁੱਕੀ ਹੈ। ਇੰਡੀਆ ਦੇ ਵਿੱਚ ਹਲੇ ਵੀ ਐਸੀ ਸੋਚ ਜਿਹੜੀ ਹੈ ਉਹ ਸੋਚ ਜਿਹੜੀ ਹੈ ਆਮ ਗੁਰਦੁਆਰੇ ਸਾਹਿਬਾਨਾਂ ਦੇ ਜਿਹੜੇ ਮੈਂਬਰਸ ਨੇ ਜਾਂ ਜਿਹੜੇ ਲੋਕਲ ਕਮੇਟੀਜ਼ ਨੇ ਉਹਨਾਂ ਦੇ ਅੰਦਰ ਇਹ ਸੋਚ ਜਿਹੜੀ ਹਲੇ ਤੱਕ ਪੂਰਨ ਤੌਰ ਤੇ ਉਹਦਾ ਵਾਧਾ ਨਹੀਂ ਹੋ ਪਾਇਆ। ਇਹੀ ਕਾਰਨ ਹੈ ਕਿ ਅਸੀਂ ਅਵਿਸਲੇ ਹੋ ਗਏ ਔਰ ਜਿਹੜੇ ਲੋਕਾਂ ਦਾ ਜਿਹੜੀ ਇੱਕ ਸੋਚ ਹੈ, ਜਿਹੜਾ ਇੱਕ ਥਿੰਕ ਟੈਂਕਸ ਨੇ ਜਿਹੜੇ ਸਿੱਖੀ ਦੇ ਵਿਰੋਧੀ ਨੇ, ਭਾਵੇਂ ਉਹ ਕਿਹੜੀ ਸੰਸਥਾਵਾਂ ਦਾ ਉਹਨਾਂ ਨੂੰ ਤੁਸੀਂ ਨਾਮ ਦੇ ਸਕਦੇ ਹੋ, ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਇੰਟੈਲੈਕਚੁਅਲਸ ਨੇ, ਜਿਨ੍ਹਾਂ ਦੇ ਕੋਲ ਆਉਣ ਵਾਲੇ ਸਮੇਂ ਦੇ ਆਉਣ ਵਾਲੇ 50 ਔਰ 100 ਸਾਲ ਦਾ ਖਾਕਾ ਪੂਰਾ ਦਾ ਪੂਰਾ ਤਿਆਰ ਹੈ ਔਰ ਉਹਦੇ ਉੱਤੇ ਅੱਜ ਤੋਂ ਕੰਮ ਕਰਨਾ ਉਹਨਾਂ ਨੇ ਸ਼ੁਰੂ ਵੀ ਕਰ ਦਿੱਤਾ ਹੈ ਕਿ ਅੱਜ ਤੋਂ 100 ਸਾਲ ਬਾਅਦ ਅਸੀਂ ਸਿੱਖੀ ਦੀ ਰੂਪ ਰੇਖਾ ਕਿਸ ਰੂਪ ਦੇ ਅੰਦਰ ਦੇਖਾਂਗੇ, ਉਹਦੇ ਵਾਸਤੇ ਉਹ ਕੰਮ ਹੁਣੇ ਤੋਂ ਕਰ ਰਹੇ ਨੇ, ਅੱਜ ਤੋਂ ਕਰ ਰਹੇ ਨੇ। ਸਾਡੇ ਕੋਲ ਕੀ ਪਲੈਨਿੰਗ ਹੈ ਇਹਦੇ ਵਾਸਤੇ ਕਿ ਅਸੀਂ ਕਿਵੇਂ ਉਹਨਾਂ ਦੇ ਇਹਨਾਂ ਹਮਲਿਆਂ ਤੋਂ ਬਚ ਸਕਦੇ ਹਾਂ? ਕਿਵੇਂ ਉਹ ਸਾਨੂੰ ਗੁਰਦੁਆਰੇ ਸਾਹਿਬਾਨਾਂ ਨੂੰ ਉਹਨਾਂ ਨੇ ਇੱਕ ਹੋਰ ਹੀ ਰੂਪ ਦੇ ਕੇ ਰੱਖ ਦਿੱਤਾ ਔਰ ਸਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਔਰ ਅਸੀਂ ਦੇਖ ਰਹੇ ਹਾਂ। ਕਾਰਨ ਇਹ ਹੈ ਕਿ ਅਸੀਂ ਅਵਿਸਲੇ ਹਾਂ। ਅਸੀਂ ਆਪ ਕੁਝ ਯਤਨ ਨਹੀਂ ਕਰਨਾ ਚਾਹੁੰਦੇ, ਆਪ ਅਸੀਂ ਵਿਸਲੇ ਹੋ ਕੇ ਬਹਿ ਗਏ। ਸਾਡਾ ਅੰਦਰ ਟਾਲ ਮਟੋਲ ਵਾਲੀ ਅਵਸਥਾ ਆ ਗਈ, ਡੇਰਾਵਾਦ ਪਨਪ ਗਿਆ। ਫਿਰ ਪੋਲੀਟੀਕਲੀ ਤੌਰ ਤੇ ਕਰਪਸ਼ਨ ਜਿਹੜੀ ਆਈ ਉਹ ਵਿਕਰਾਲ ਰੂਪ ਲੈ ਗਈ। ਸਾਡੀਆਂ ਜਿਹੜੀਆਂ ਆਪਣੀਆਂ ਖੁਦ ਦੀਆਂ ਜਥੇਬੰਦੀਆਂ ਨੇ, ਉਹ ਜਥੇਬੰਦੀਆਂ ਜੋ ਕੁਝ ਕਰ ਰਹੀਆਂ ਨੇ ਅੱਜ ਦੇ ਦੌਰ ਦੇ ਅੰਦਰ ਔਰ ਉਹਨਾਂ ਨੂੰ ਬਣਾਉਣ ਵਾਲੇ ਵੀ ਅਸੀਂ ਆਪ ਹੀ ਬਣਾਉਂਦੇ ਹਾਂ ਉਹਨਾਂ ਨੂੰ। ਸਾਡੇ ਕੋਲ ਕੋਈ ਇੱਕ ਵੀ ਐਸਾ ਸੁਹਿਰਦ ਲੀਡਰ ਸਾਡੀ ਕੌਮ ਦੇ ਕੋਲ ਨਹੀਂ ਦਿਸਦਾ। ਜਦੋਂ ਅਸੀਂ ਆਪਣੇ ਇੰਡੀਆ ਦੇ ਅੰਦਰ ਇਹ ਦੇਖਦੇ ਹਾਂ, ਆਲੇ ਦੁਆਲੇ ਬਾਤ ਸੋਚਦੇ ਹਾਂ ਕਿ ਐਸਾ ਕੋਈ ਇੱਕ ਸੁਹਿਰਦ ਲੀਡਰ ਨਹੀਂ ਦਿਸਦਾ ਕਿ ਜਿਹੜਾ ਕੌਮ ਦੀ ਗੱਲ ਕਰਦਾ ਹੋਵੇ, ਜਿਹੜਾ ਸੱਚੇ ਮਨ ਦੇ ਨਾਲ ਆਪਣੀ ਕੌਮ ਦੇ ਵਾਸਤੇ ਜੁੜਿਆ ਹੋਵੇ ਜਾਂ ਜਿਹਦੇ ਕੋਲ ਐਸਾ ਕੋਈ ਪਲੈਨਿੰਗ ਹੋਵੇ ਜਿਹਦੇ ਕਰਕੇ ਅਸੀਂ ਇਹਨਾਂ ਸਾਰਿਆਂ ਹੱਲਿਆਂ ਤੋਂ, ਇਹਨਾਂ ਸਾਰਿਆਂ ਹਮਲਿਆਂ ਤੋਂ ਬਚਿਆ ਜਾ ਸਕਦਾ ਹੋਵੇ। ਐਸਾ ਸਾਡੇ ਕੋਲ ਕੋਈ ਪਲਾਨ ਨਹੀਂ। ਤੇ ਫਿਰ ਕੀ ਹੋਏਗਾ? ਉਹ ਜਿਵੇਂ ਕਬੂਤਰ ਅੱਖਾਂ ਮੀਟ ਕੇ ਬਹਿ ਜਾਂਦਾ ਹੈ ਕਿ ਬਿੱਲੀ ਨੇ ਆਣਾ ਹੈ ਤੇ ਮੈਂ ਸ਼ਾਇਦ ਅੱਖਾਂ ਮੀਟ ਕੇ ਬਚ ਜਾਵਾਂਗਾ, ਨਹੀਂ ਬਚੇਗਾ ਨਹੀਂ, ਫਿਰ ਤੇ ਉਸਨੇ ਖਾਈ ਜਾਣਾ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਇਸ ਤੋਂ ਪਹਿਲਾਂ ਕਿ ਤੇਰੇ ਹੱਥੋਂ ਸਾਰਾ ਕੁਝ ਨਿਕਲ ਜਾਏ, ਸਭ ਕੁਝ ਚਲਾ ਜਾਏ ਤੇਰੇ ਕੋਲੋਂ, ਤੂੰ ਇਹਨਾਂ ਨੂੰ ਟਾਲ ਨਾ ਔਰ ਆਪਣੇ ਉਸ ਟਾਲ ਮਟੋਲ ਵਾਲੀ ਅਵਸਥਾ ਦੇ ਵਿੱਚੋਂ ਨਿਕਲ ਔਰ ਆਪਣੇ ਜੀਵਨ ਦੇ ਅੰਦਰ ਚੇਂਜ ਕਰ। ਅੱਜ ਤੋਂ ਚੇਂਜ ਕਰਨਾ ਸ਼ੁਰੂ ਕਰ ਔਰ ਅੱਜ ਤੋਂ ਹੀ ਆਪਣੇ ਆਲੇ ਦੁਆਲੇ ਨੂੰ ਵੀ ਮੋਟੀਵੇਟ ਕਰ ਕਿ ਅਸੀਂ ਆਪਣੀ ਲਾਈਫ ਦੇ ਅੰਦਰ ਟਾਲ ਮਟੋਲ ਵਾਲੀ ਅਵਸਥਾ ਦੇ ਅੰਦਰ ਨਹੀਂ ਰਹਿਣਾ। ਜਿਵੇਂ ਕਿ ਸਟੂਡੈਂਟਸ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਾ ਉਦੋਂ ਅਹਿਸਾਸ ਨਹੀਂ ਹੁੰਦਾ, ਟਾਲ ਮਟੋਲ ਇਸੇ ਕਰਕੇ ਕਰਦਾ, ਸਟੂਡੈਂਟ ਵੀ ਇਸੇ ਕਰਕੇ ਕਰਦਾ ਕਿ ਉਹਦੇ ਹੱਥ ਦੇ ਅੰਦਰ ਟੀਵੀ ਮੋਬਾਈਲ ਦੇ ਦਿੱਤਾ ਜਾਂਦਾ ਹੈ ਬਚਪਨ ਤੋਂ ਹੀ। ਇੱਥੇ ਇੰਡੀਆ ਦੇ ਵਿੱਚ ਤੇ ਅਸੀਂ ਦੇਖਦੇ ਹਾਂ ਕਿ ਬੱਚਾ ਮਾੜਾ ਜਿਹਾ ਰੋਂਦਾ ਹੈ ਤੇ ਮਾਤਾ ਪਿਤਾ ਕੀ ਕਰਦੇ ਨੇ ਕਿ ਉਹ ਉਸ ਨੂੰ ਪੜ੍ਹਾਈ ਵਾਸਤੇ ਮੋਟੀਵੇਟ ਤੇ ਕਰਦੇ ਨਹੀਂ। ਉਹ ਸੋਚਦੇ ਨੇ ਵੀ ਬੱਚਾ ਰੋ ਰਿਹਾ, ਉਹਦੇ ਹੱਥ ਦੇ ਵਿੱਚ ਬਚਪਨ ਤੋਂ ਹੀ ਮੋਬਾਈਲ ਦੇਣਾ ਸ਼ੁਰੂ ਕਰ ਦਿੰਦੇ ਨੇ।
ਤੇ ਟਾਲ ਮਟੋਲ ਵਾਲੀ ਅਵਸਥਾ ਜਿਹੜੀ ਬਚਪਨ ਤੋਂ ਹੀ ਬੱਚੇ ਦੇ ਅੰਦਰ ਪਾ ਦਿੱਤੀ ਜਾਂਦੀ ਹੈ, ਔਰ ਜਦੋਂ ਤੱਕ ਉਹ ਆਪਣੀ ਲਾਈਫ ਦੇ ਅੰਦਰ ਅੱਗੇ ਜਾਂਦਾ ਹੈ ਤੇ ਉਹਦੇ ਲਾਈਫ ਦੇ ਅੰਦਰ ਫਿਰ ਇਹ ਜਿਹੜੀਆਂ ਨੇ ਇਹ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਤੋਂ ਅਗਲੇ ਦਾ ਸ਼ਲੋਕ ਜਿਹੜਾ ਕਬੀਰ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ, ਜੋ ਕਿ ਬੜਾ ਪਿਆਰਾ ਬਚਨ ਕਰਦੇ ਨੇ। ਕਬੀਰ ਸਾਹਿਬ ਜੀ ਦੇ ਇਹਨਾਂ ਸ਼ਲੋਕਾਂ ਤੋਂ ਬਾਅਦ ਦੋ ਜਿਹੜੇ ਸ਼ਲੋਕ ਨੇ, ਇਹ ਜਿਹੜੇ ਦੋ ਸ਼ਲੋਕ ਨੇ 209 ਔਰ 210, ਇਹ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਲੋਕ ਨੇ। ਮਹਿਲਾ ਪੰਜਵਾਂ। ਕਬੀਰ ਕੂਕਰ ਭੌਂਕਣਾ, ਕਰੰਗ ਪਿਛੈ ਉਠ ਧਾਏ, ਕਰਮੀ ਸਤਿਗੁਰ ਪਾਇਆ, ਜਿਨ ਹਉ ਲਿਆ ਛਡਾਏ। ਹੁਣ ਇਹ ਸ਼ਲੋਕ ਜਿਹੜਾ ਹੈ ਨਾ 200 ਨੰਬਰ ਵਾਲਾ ਸ਼ਲੋਕ, ਇਹ ਗੁਰੂ ਅਰਜਨ ਸਾਹਿਬ ਦੇ 211 ਤੱਕ ਸ਼ਾਇਦ ਇਹ ਸ਼ਲੋਕ ਜਿਹੜੇ ਨੇ ਇਹ ਚੱਲਦੇ ਨੇ। ਮਹਿਲਾ ਪੰਜਵਾਂ ਸਿਰਲੇਖ ਇਸ ਕਰਕੇ ਆਇਆ ਹੈ ਕਿ ਜਦੋਂ ਕੋਈ ਸ਼ਲੋਕ ਨੂੰ ਸਪਸ਼ਟ ਕਰਨਾ ਹੋਵੇ, ਜਾਂ ਆਪਣਾ ਕੋਈ ਜਿੱਥੇ ਗੁਰੂ ਸਾਹਿਬ ਨੂੰ ਲੱਗਦਾ ਸੀ ਕਿ ਮੈਨੂੰ ਆਪਣਾ ਵਿਜ਼ਨ ਵੀ ਇੱਥੇ ਦੇ ਕੇ ਇਸ ਸ਼ਲੋਕ ਨੂੰ ਹੋਰ ਖੋਲ ਦੇਣਾ ਚਾਹੀਦਾ ਹੈ, ਤਾਂ ਕਿ ਜਿਹੜਾ ਆਮ ਪੜ੍ਹਨ ਵਾਲਾ ਹੈ ਉਸ ਨੂੰ ਇਹ ਗੱਲ ਸਮਝ ਆ ਸਕੇ, ਉਹ ਸਿੱਖ ਸਮਝ ਸਕਣ ਕਿ ਅਸਲ ਵਿੱਚ ਕਬੀਰ ਸਾਹਿਬ ਜੀ ਇਹਦੇ ਅੰਦਰ ਕੀ ਕਹਿਣਾ ਚਾਹ ਰਹੇ ਨੇ। ਜਿੱਦਾਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ, ਉਹਨਾਂ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਨੂੰ ਦਰਜ ਕੀਤਾ ਹੈ, ਕਿਉਂਕਿ ਇਹ ਇੱਕ ਗੁਰਬਾਣੀ ਦੀ ਤਰਤੀਬ ਜਦੋਂ ਭਾਈ ਗੁਰਦਾਸ ਜੀ ਲਿਖਾਰੀ ਸੀਗੇ, ਜਦੋਂ ਲਿਖ ਰਹੇ ਸਨ ਤੇ ਉਹਨਾਂ ਨੂੰ ਤਾਕੀਦ ਕਰ ਦਿੰਦੇ ਸੀ ਕਿ ਜਿੱਥੇ ਕਿ ਕੁਝ ਖੁਲਾਸਾ ਕਰਨਾ ਹੈ, ਸਾਨੂੰ ਗੁਰੂ ਅਮਰਦਾਸ ਜੀ ਦੇ ਸ਼ਲੋਕ ਮਿਲ ਜਾਂਦੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਲੋਕ ਮਿਲ ਜਾਂਦੇ ਨੇ। ਜਿਵੇਂ ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜਗ, ਉੱਚਾ ਚੜ ਕੇ ਦੇਖਿਆ ਘਰ ਘਰ ਇਹ ਅੱਗ। ਕਹਿੰਦੇ ਨੇ ਵੀ ਜਦੋਂ ਮੈਂ ਆਪਣੀ ਮਾਨਸਿਕਤਾ ਨੂੰ ਚੇਰੀ ਲੈ ਕੇ ਗਿਆ, ਮੈਨੂੰ ਸਾਰੇ ਘਰਾਂ ਦੇ ਅੰਦਰ ਦੁੱਖਾਂ ਦੀ ਅੱਗ ਲੱਗ ਰਹੀ ਹੈ, ਕਿਤੇ ਟਪਲਾ ਨਾ ਖਾ ਜਾਣ ਕੋਈ, ਕਿਤੇ ਕੋਈ ਕਿਸੇ ਦੇ ਅੰਦਰ ਇਹ ਨਾ ਸੋਚ ਆ ਜਾਵੇ ਕਿ ਬਾਬਾ ਫਰੀਦ ਜੀ ਨਿਰਾਸ਼ਾਵਾਦੀ ਸੀਗੇ, ਬਾਬਾ ਫਰੀਦ ਜੀ ਕਿਤੇ ਨਿਰਾਸ਼ ਹੋ ਗਏ ਸੀ। ਨਹੀਂ, ਭਗਤ ਕਦੇ ਨਿਰਾਸ਼ ਨਹੀਂ ਹੁੰਦੇ, ਔਰ ਨਾ ਹੀ ਉਹਨਾਂ ਨੇ ਇਹ ਆਪਣੇ ਉੱਤੇ ਲੈ ਕੇ ਟੁਕਾ ਕੇ ਗੱਲ ਆਖੀ ਹੁੰਦੀ ਹੈ। ਉਹ ਸਾਨੂੰ ਸਿਖਾਉਣ ਵਾਸਤੇ ਸਮਝਾ ਰਹੇ ਨੇ। ਫਿਰ ਉਸ ਸ਼ਲੋਕ ਤੋਂ ਅਗਲੇਰਾ ਸ਼ਲੋਕ ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਮਹਿਲਾ ਪੰਜਵਾਂ ਹੀ ਹੈ, ਉਹਦੇ ਵਿੱਚ ਲਿਖਦੇ ਨੇ ਫਰੀਦਾ ਭੂਮ ਰੰਗਾਵਲੀ, ਵੀ ਧਰਤੀ ਦੁੱਖਾਂ ਭਰੀ ਨਹੀਂ ਹੈ, ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ। ਇਹਦੇ ਕਹਿੰਦੇ ਨੇ ਧਰਤੀ ਤੇ ਸੁੱਖਾਂ ਭਰੀ ਧਰਤੀ ਹੈ, ਬਸ ਇਹਦੇ ਅੰਦਰ ਇੱਕ ਬਾਗ ਕ੍ਰੀਏਟ ਕਰ ਲਿਆ। ਵਿਸੂਲਾ ਕਹਿੰਦੇ ਨੇ ਜ਼ਹਿਰ ਭਰਿਆ, ਕਿ ਇੱਕ ਜ਼ਹਿਰ ਭਰਿਆ ਬਾਗ ਬਣਾ ਲਿਆ। ਕਿਸਨੇ ਬਣਾਇਆ? ਬੰਦੇ ਨੇ ਬਣਾ ਲਿਆ। ਇਹ ਬੰਦਿਆਂ ਨੇ ਬਣਾ ਲਿਆ ਜ਼ਹਿਰ ਭਰਿਆ ਬਾਗ। ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨਾ ਲਾਗ। ਜਿਨ੍ਹਾਂ ਉੱਤੇ ਉਸ ਗੁਰੂ ਨੇ ਰਹਿਮਤ ਕਰ ਦਿੱਤੀ, ਉਹਨਾਂ ਨੂੰ ਇਸ ਦੁੱਖਾਂ ਦਾ ਸੇਕ ਨਹੀਂ ਲੱਗਦਾ, ਯਾਨੀ ਕਿ ਉਹ ਇਸ ਦੁੱਖਾਂ ਤੋਂ ਉਹ ਬਚਿਆ ਰਹਿੰਦਾ ਹੈ, ਉਹਨਾਂ ਨੂੰ ਸੇਕ ਨਹੀਂ ਲੱਗਦਾ। ਯਾਨੀ ਕਿ ਜਦੋਂ ਸ਼ਲੋਕ ਜਿਹੜੇ ਨੇ ਉਹ ਕਈ ਵਾਰੀ ਸਾਨੂੰ ਸਮਝ ਨਾ ਆਉਣ ਤੇ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਨੂੰ ਸਮਝਾਉਣ ਦੇ ਵਾਸਤੇ ਆਪਣੇ ਸ਼ਲੋਕ ਕੁਝ ਅੰਕਿਤ ਕਰ ਦਿੱਤੇ, ਜਾਂ ਆਪਣਾ ਉਹ ਕਹ ਲਓ ਆਪਣਾ ਵਿਜ਼ਨ ਵੀ ਦੇ ਦਿੱਤਾ ਨਾਲ ਨਾਲ। ਉਸੇ ਹੀ ਸੰਦਰਭ ਦੇ ਅੰਦਰ ਆ ਜਿਹੜਾ ਸ਼ਲੋਕ ਹੈ, ਇਸ ਸ਼ਲੋਕ ਦੇ ਅੰਦਰ ਸਾਨੂੰ ਸਮਝਾ ਰਹੇ ਨੇ, ਇਹਨੂੰ ਹੋਰ ਖੋਲ ਕੇ ਬਿਆਨ ਕਰਦੇ ਨੇ। ਕਹਿੰਦੇ ਨੇ ਕਬੀਰ ਕੂਕਰ ਭੌਂਕਣਾ, ਕਰੰਗ ਪਿਛੈ ਉਠ ਧਾਏ, ਕਰਮੀ ਸਤ ਪਾਇਆ, ਜਿਨ ਹਉ ਲਿਆ ਛਡਾਏ। ਕੂਕਰ ਕਹਿੰਦੇ ਨੇ ਕੁੱਤੇ ਨੂੰ। ਕਰੰਗ ਦਾ ਮਤਲਬ ਹੁੰਦਾ ਹੈ ਮੁਰਦਾਰ, ਯਾਨੀ ਕਿ ਜਿਹੜਾ ਢਾਂਚਾ ਹੁੰਦਾ ਹੱਡੀਆਂ ਦਾ, ਇਉਂ ਕਹਿ ਲਓ ਕਿ ਜਿੱਥੇ ਹੱਡਾਂ ਰੋੜੀਆਂ ਦੇ ਉੱਤੇ ਪਏ ਹੁੰਦੇ ਨੇ। ਕਰਮੀ ਸਤਿਗੁਰ ਪਾਇਆ, ਪ੍ਰਭੂ ਦੀ ਮਿਹਰ ਦੇ ਨਾਲ ਕਹਿੰਦੇ ਨੇ ਕਿ ਜਿਸ ਵੀ ਬੰਦੇ ਨੇ, ਹੇ ਕਬੀਰ, ਉਹ ਭੌਂਕਣ ਵਾਲਾ ਭਾਵ ਲਾਲਚ ਦਾ ਮਾਰਿਆ ਕੁੱਤਾ ਜਿਹੜਾ ਸਦਾ ਮੁਰਦਾਰ ਵੱਲ ਦੌੜਦਾ ਹੈ, ਯਾਨੀ ਕਿ ਉਹ ਹੱਡਾਂ ਦੇ ਪਿੱਛੇ ਦੌੜਦਾ ਹੈ। ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿੱਚ ਫਸਿਆ ਹੋਇਆ ਮਨੁੱਖ ਸਦਾ ਵਿਕਾਰਾਂ ਤੇ ਆਸ਼ਾਵਾਂ ਵੱਲ ਹੀ ਦੌੜਦਾ ਹੈ। ਮਨ ਨੂੰ ਇੱਕ ਕੁੱਤੇ ਦੀ ਨਿਆਈ, ਮਨ ਨੂੰ ਇੱਕ ਲੋਭੀ ਇਨਸਾਨ ਦੀ ਨਿਆਈ ਪੇਸ਼ ਕਰ ਰਹੇ ਨੇ, ਇੱਕ ਕੁੱਤੇ ਦੀ ਨਿਆਈ ਪੇਸ਼ ਕਰ ਰਹੇ ਨੇ। ਐਸਾ ਕੁੱਤਾ ਜਿਹੜਾ ਕਿ ਹੱਡਾਂ ਦੇ ਪਿੱਛੇ, ਮੁਰਦਾਰ ਦੇ ਪਿੱਛੇ ਦੌੜਦਾ ਹੈ। ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਆਸ਼ਾਵਾਂ ਤੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ
ਇਹ ਮੁਰਦਾਰ ਦੇ ਵੱਲ ਦੌੜਦਾ ਹੈ। ਔਰ ਕੁੱਤਾ ਜਦੋਂ ਉਸ ਮੁਰਦਾਰ ਨੂੰ ਫੜ ਲੈਂਦਾ ਹੈ, ਹੱਡਾਂ ਨੂੰ ਫੜਦਾ ਹੈ ਨਾ, ਉਸ ਨੂੰ ਚਬਾਉਂਦਾ ਹੈ, ਤੇ ਉਹਦਾ ਮੂੰਹ ਜਿਹੜਾ ਹੈ ਉਹ ਬਲੀਡ ਕਰਦਾ ਹੈ, ਸਾਰਾ ਦਾ ਸਾਰਾ ਖੂਨ ਦੇ ਨਾਲ ਭਰ ਜਾਂਦਾ ਹੈ। ਤੇ ਕੁੱਤੇ ਨੂੰ ਲੱਗਦਾ ਹੈ ਕਿ ਹੱਡ ਵਿੱਚ ਮੈਨੂੰ ਸਵਾਦ ਆ ਰਿਹਾ, ਨੁਕਸਾਨ ਉਹਦਾ ਆਪਣਾ ਆਪਣਾ ਹੁੰਦਾ ਹੈ, ਉਹਦਾ ਹੱਡ ਨੂੰ ਚਬਾਉਣ ਦੇ ਕਰਕੇ ਉਹਦਾ ਮੂੰਹ ਜ਼ਖਮੀ ਹੋ ਜਾਂਦਾ ਹੈ, ਪਰ ਉਹ ਸੋਚਦਾ ਹੈ ਕਿ ਮੈਨੂੰ ਇਸ ਹੱਡ ਵਿੱਚੋਂ ਰਸ ਆ ਰਿਹਾ ਹੈ। ਐਸਾ ਨਹੀਂ ਹੁੰਦਾ, ਨੁਕਸਾਨ ਉਹਦਾ ਖੁਦ ਦਾ ਹੀ ਹੋ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਵਿਕਾਰ ਨੇ, ਇਹ ਜਿਹੜੇ ਚਸਕੇ ਨੇ, ਇਹਨਾਂ ਦੇ ਮਗਰ ਪਿਆ ਹੋਇਆ ਇਨਸਾਨ ਸ਼ੁਭ ਗੁਣਾਂ ਨੂੰ ਅਪਣਾਉਂਦਾ ਨਹੀਂ, ਸ਼ੁਭ ਗੁਣਾਂ ਨੂੰ ਟਾਲਦਾ ਰਹਿੰਦਾ ਹੈ, ਸ਼ੁਭ ਗੁਣਾਂ ਦੀ ਟਾਲ ਮਟੋਲ ਕਰਦਾ ਰਹਿੰਦਾ ਹੈ, ਔਰ ਮਨ ਵਾਸ਼ਨਾਵਾਂ ਦੇ ਅੰਦਰ ਇੰਨਾ ਖਚਤ ਹੋ ਜਾਂਦਾ ਹੈ ਕਿ ਮੁਰਦਾਰ ਪਿੱਛੇ ਦੌੜਦਾ ਰਹਿੰਦਾ ਹੈ ਔਰ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਗੁਰਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਹੀ ਇੱਕ ਬਚਨ ਹੈ, ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਬਾਲ। इस घर में है सो तू ढूंढ खाए, और किसी की तू मत ही जाए। चाकी चट है चून खाए, चाकी का चिथरा कहाँ ले जाए। छीके पर तेरी बहुत डीठ, मतलब लकड़ी सोटा तेरी पर पीठ। ਇਹਦਾ ਮਤਲਬ ਕੀ ਹੈ? ਇਹਦਾ ਅਰਥ ਹੈ, ਜੇ ਅਸੀਂ ਅਖਰੀ ਅਰਥ ਕਰੀਏ ਇਹਦੇ, ਤੇ ਅਖਰੀ ਅਰਥ ਇਹ ਬਣਦੇ ਨੇ ਕਿ ਇੱਕ ਕੁੱਤਾ ਹੈ ਜਿਹੜਾ ਆਪਣੇ ਮਾਲਕ ਦੇ ਕੋਲ ਰਹਿੰਦਾ ਹੈ ਤੇ ਮਾਲਕ ਦਾ ਵਫਾਦਾਰ ਵੀ ਬਣਦਾ ਹੈ, ਤੇ ਚਾਲ ਜਦੋਂ ਮਾਲਕ ਦੇ ਸਾਹਮਣੇ ਚੱਲਦਾ ਹੈ ਐਦਾਂ ਚੱਲਦਾ ਜਿੱਦਾਂ ਗਊ ਚੱਲਦੀ ਹੋਵੇ, ਪੂੰਛ ਵੀ ਹਿਲਾਉਂਦਾ ਹੈ ਆਪਣੀ ਮਾਲਕ ਦੇ ਸਾਹਮਣੇ, ਵਫਾਦਾਰੀ ਦਾ ਸੰਕੇਤ ਵੀ ਦੇ ਰਿਹਾ ਹੈ, ਯਾਨੀ ਕਿ ਗੈਸਚਰ ਐਸਾ ਬਣਾ ਰਿਹਾ ਹੈ ਕਿ ਮੈਂ ਤੇਰਾ ਵਫਾਦਾਰ ਵੀ ਹਾਂ। ਪਰ ਕੀ ਕਰਦਾ ਹੈ ਕਿ ਜਦੋਂ ਘਰ ਵਿੱਚ ਮਾਲਕ ਨਹੀਂ ਹੁੰਦਾ, ਘਰਾਂ ਵਿੱਚ ਪਹਿਲਾਂ ਵਿਹੜਿਆਂ ਵਿੱਚ ਚੱਕੀ ਪਈ ਹੁੰਦੀ ਸੀ, ਚੱਕੀ ਨੂੰ ਚੱਟ ਲੈਂਦਾ ਹੈ। ਘਰ ਵਿੱਚ ਦੇਖਿਆ ਕੋਈ ਨਹੀਂ, ਵਿਹੜੇ ਵਿੱਚ ਦੇਖਿਆ ਕੋਈ ਨਹੀਂ, ਚੱਕੀ ਜਿਹੜਾ ਆਟਾ ਪੀਣ ਵਾਸਤੇ ਮਾਲਕਣ ਨੇ ਰੱਖੀ ਹੋਈ ਸੀ, ਉਹ ਚੱਕੀ ਕੋਲ ਆਇਆ ਤੇ ਚੱਕੀ ਦਾ ਆਟਾ ਸਾਰਾ ਚੱਟ ਲਿਆ। ਚਾਕੀ ਚੱਟ ਹੈ ਚੂਨ ਖਾਏ, ਚਾਕੀ ਕਾ ਚੀਥੜਾ ਕਹਾਂ ਲੈ ਜਾਏ। ਚੀਥੜਾ ਵੀ ਨਹੀਂ ਛੱਡਿਆ, ਚੀਥੜਾ ਦੇ ਵਿੱਚ ਪਰੋਲਾ ਜਿਹੜਾ ਹੁੰਦਾ ਸੀ ਉਹਨੂੰ ਵੀ ਦੰਦਾਂ ਵਿੱਚ ਫਸਾ ਕੇ ਪਾੜ ਲਿਆ। ਛੀਕੇ ਪਰ ਤੇਰੀ ਬਹੁਤ ਡੀਠ, ਫਿਰ ਮੱਖਣ ਦਾ ਛਿੱਕਾ ਟੰਗਿਆ ਸੀ। ਪਹਿਲਾਂ ਰੈਫਰੀਜਰੇਟਰਸ ਨਹੀਂ ਹੁੰਦੇ ਸੀਗੇ, ਫ੍ਰਿਜ ਨਹੀਂ ਸੀ ਹੁੰਦੇ, ਛਿੱਕਾ ਹੁੰਦਾ ਸੀ ਜਿਹਦੇ ਵਿੱਚ ਮੱਖਣ ਟੰਗਿਆ ਹੁੰਦਾ ਸੀ। ਇਸਨੇ ਵੇਖਿਆ ਮਾਲਕ ਤੇ ਆਇਆ ਨਹੀਂ, ਇਸਨੇ ਛਾਲ ਮਾਰੀ ਛਿੱਕੇ ਦੇ ਉੱਤੇ, ਛਿੱਕਾ ਥੱਲੇ ਡਿੱਗਿਆ, ਖੜਾਕ ਹੋ ਗਿਆ, ਮੱਖਣ ਫੈਲ ਗਿਆ ਸਾਰਾ ਵਿਹੜੇ ਦੇ ਵਿੱਚ। ਅੰਦਰੋਂ ਮਾਲਕ ਸੁੱਤਾ ਪਿਆ ਸੀ, ਘਰ ਦੇ ਅੰਦਰ ਸੀਗਾ। ਉਹ ਜਾਗਿਆ, ਉਹ ਬਾਹਰ ਆਇਆ, ਉਹਨੇ ਵੇਖਿਆ ਕਿ ਕੁੱਤਾ ਜਿਹੜਾ ਮੇਰਾ ਹੀ ਵਫਾਦਾਰ ਸੀ, ਮੇਰਾ ਆਪਣਾ ਪਾਲਿਆ ਹੋਇਆ ਕੁੱਤਾ ਮੇਰੇ ਹੀ ਘਰ ਦਾ ਨੁਕਸਾਨ ਕਰ ਗਿਆ, ਜਿਹਦਾ ਕੰਮ ਰਾਖੀ ਕਰਨਾ ਸੀ ਉਹੀ ਕੰਮ ਉਹ ਨੁਕਸਾਨ ਕਰ ਗਿਆ। ਉਹਨੇ ਸੋਟੀ ਚੁੱਕ ਕੇ ਤੇ ਕੁੱਤੇ ਦੀ ਕਮਰ ਤੋੜਤੀ। ਮਤ ਲੱਕੜੀ ਸੋਟਾ ਤੇਰੀ ਪਰ ਪੀਠ। ਹੁਣ ਇਹ ਜਿਹੜਾ ਸ਼ਬਦ ਹੈ ਇਹ ਅਸਲ ਵਿੱਚ ਸਾਡੇ ਵਾਸਤੇ, ਬੰਦਿਆਂ ਦੇ ਵਾਸਤੇ ਹੈ ਕਿ ਇਹ ਬੰਦਿਆ, ਅਸਲ ਵਿੱਚ ਤੂੰ ਇਨਸਾਨ ਨਹੀਂ ਹੈ, ਤੂੰ, ਤੇਰੀ ਕਰਤੂਤਾ ਪਸ਼ੂਆਂ ਵਰਗੀਆਂ ਨੇ ਤੇ ਤੇਰੇ ਅੰਦਰ ਇੱਕ ਕੁੱਤਾ ਬੈਠਾ ਹੈ। ਤੇਰੀ ਬਿਰਤੀ ਜਿਹੜੀ ਹੈ ਉਹ ਸਵਾਨ ਬਿਰਤੀ ਹੈ, ਲੋਭੀ ਬਿਰਤੀ ਹੈ, ਜਿਨ੍ਹਾਂ ਨੂੰ ਤੂੰ ਆਪਣਾ ਕਹਿੰਦਾ ਹੈ। ਸੁਰ ਹੈ ਕਿ ਜੈਸੀ ਤੇਰੀ ਚਾਲ, ਅੰਦਰੋਂ ਤੂੰ ਸਵਾਨ ਬਿਰਤੀ ਵਾਲਾ ਹੈ, ਲੋਭੀ ਬਿਰਤੀ ਵਾਲਾ ਹੈ। ਚਾਲ ਤੇਰੀ ਹੈ ਜਿਹੜੀ ਹੈ ਉਹ ਗਊ ਵਰਗੀ ਹੈ, ਗਊ ਦੀ ਤਰ੍ਹਾਂ ਤੁਰਦਾ ਹੈ ਜਗਤ ਦੇ ਵਿੱਚ, ਗਊ ਦੀ ਤਰ੍ਹਾਂ ਸਾਊ ਬਣ ਕੇ ਤੁਰਦਾ ਹੈ। ਮੈਂ ਬੜਾ ਸ਼ਰੀਫ ਹਾਂ, ਦੋਵੇਂ ਹੱਥ ਜੋੜ ਕੇ ਤੁਰਦਾ ਹੈ, ਮੈਂ ਬੜਾ ਸ਼ਰੀਫ ਹਾਂ। ਤੇ ਜਦੋਂ ਆਪਣੇ ਮਿੱਤਰਾਂ ਦੇ ਨਾਲ ਮਿਲਦਾ ਹੈ, ਉਹਨਾਂ ਨੂੰ ਫਤਿਹ ਬੁਲਾਉਂਦਾ ਹੈ, ਪਿਆਰ ਨਾਲ ਬੋਲਦਾ ਹੈ, ਉਹਨਾਂ ਨੂੰ ਕਹਿੰਦਾ ਮੈਂ ਤੁਹਾਡਾ ਵਫਾਦਾਰ ਹਾਂ, ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਅਸਲ ਵਿੱਚ ਕਰਦਾ ਨਹੀਂ। ਬਿਰਤੀ ਅਸਲ ਦੇ ਅੰਦਰ ਉਹ ਹੈ ਕਬੀਰ ਕੂਕਰ ਭੌਂਕਣਾ, ਅੰਦਰ ਤੇ ਉਹ ਜਿਹੜਾ ਹੈ ਉਹ ਭੌਂਕ ਰਿਹਾ ਹੈ ਕੁੱਤਾ, ਮਨ ਵਿਕਾਰਾਂ ਦੇ ਰੂਪ ਦੇ ਵਿੱਚ ਕਰੰਗ ਪਿੱਛੇ ਉੱਠਦਾ ਹੈ। ਇਹਦੀ ਬਿਰਤੀ ਜਿਹੜੀ ਹੈ ਇਹ ਰਿਸ਼ਤੇਦਾਰੀ ਨਿਭਾਉਣ ਦੇ ਵਿੱਚ ਇੱਥੇ ਤੱਕ ਸੀਮਤ ਹੈ ਕਿ ਮੈਨੂੰ ਪ੍ਰੋਫਿਟ ਕਿਵੇਂ ਹੋਵੇਗਾ, ਜਾਂ ਮੈਂ ਇਹਦਾ ਨੁਕਸਾਨ ਕਿਸ ਢੰਗ ਦੇ ਨਾਲ ਕਰ ਸਕਦਾ ਹਾਂ, ਜਾਂ ਮੈਂ ਆਪਣੇ ਮਨ ਦੀਆਂ ਡਿਜ਼ਾਇਰਸ ਕਿਵੇਂ, ਭੈੜੀਆਂ ਜਿਹੜੀਆਂ ਡਿਜ਼ਾਇਰਸ ਨੇ ਉਹਨਾਂ ਨੂੰ ਕਿਵੇਂ ਪੂਰਾ ਕਰ ਸਕਦਾ ਹਾਂ। ਰਿਸ਼ਤੇਦਾਰੀ ਵੀ ਤਾਂ, ਦੋਸਤੀ ਵੀ ਤਾਂ, ਔਰ ਅੰਦਰ ਉਹ ਕੁੱਤਾ ਜਿਹੜਾ ਬੈਠਾ ਹੈ ਉਸੇ ਰੂਪ ਦੇ ਅੰਦਰ ਹੈ। ਫਿਰ ਕਰਦਾ ਕੀ ਹੈ? ਚਾਕੀ ਚੱਟ ਹੈ ਚੂਨ ਖਾਏ, ਚੱਕੀ ਚੱਟ ਲੈਂਦਾ ਹੈ। ਚੱਕੀ ਚੱਟਣ ਦਾ ਮਤਲਬ ਕੀ? ਘਰ ਵਿੱਚ ਗਿਆ, ਵਫਾਦਾਰ ਜਿਹਨੂੰ ਕਹਿੰਦਾ ਸੀ ਮੈਂ ਤੇਰਾ ਵਫਾਦਾਰ ਹਾਂ, ਰਿਸ਼ਤੇਦਾਰ ਨੂੰ ਕਹਿੰਦਾ ਸੀ ਕਿ ਮੈਂ ਤੇ ਤੇਰਾ ਵਫਾਦਾਰ ਹਾਂ, ਰਿਸ਼ਤੇਦਾਰ ਵੀ ਵਿਸ਼ਵਾਸ ਕਰ ਲੈਂਦਾ, ਦੋਸਤ ਵੀ ਵਿਸ਼ਵਾਸ ਕਰ ਲੈਂਦਾ। ਉੱਥੇ ਜਾ ਕੇ ਦੇਖਦਾ ਹੈ ਕਿ ਮਹਿੰਗਾ ਜਿਹਾ ਇੱਕ ਮੋਬਾਈਲ ਪਿਆ ਹੈ, ਉਹ ਆਫ ਕਰਕੇ ਜੇਬ ਵਿੱਚ ਪਾ ਲਿਆ, ਚੱਕੀ ਚੱਟ ਲਈ। ਚੂਨ ਖਾਏ ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਹੋਰ ਕੀਮਤੀ ਜਿਹੜੀ ਰੋਲੈਕਸ ਦੀ ਘੜੀ ਪਈ ਸੀ ਉਹ ਵੀ ਚੁੱਕ ਕੇ ਜੇਬ ਵਿੱਚ ਪਾ ਲਈ। ਬੜੀ ਮਹਿੰਗੀ ਘੜੀ ਆ, ਮੈਂ ਤੇ ਖਰੀਦ ਨਹੀਂ ਸਕਦਾ, ਇੱਥੋਂ ਚੋਰੀ ਕਰ ਲਾ।
चाकी का चीथरा कहाँ ले जाए, छीके पर तेरी बहुत ढीठ। फिर की कीता कि छिक्का देख लिया। छिक्का का मतलब हुंदा है कि बद नजर भी पा दी घर के अंदर, मैली नजर भी पा दी। मालक नूं पता लग्या, दोस्त मित्र रिश्तेदार नूं पता लग्या। उसनूं जदों पता लग्या कि बंदा विश्वास पात्र नहीं, विश्वासयोग नहीं, उसने की कीता, मत लकड़ी सुटा तेरी परै पीठ। उन्हें चुक के छोटे नाल घुड़ सवार दित्ती। बेइज्जती दा कारण बनिया। ओदी अपणियां बद फैलियां ओदी बेइज्जती दा कारण बनिया। कबीर साहब कहते ने कि जे तू चाहता है, कहो कबीर भोग पले कीन, मत को मारे ईंट टेम। जे तू जगत विच अपनी इज्जत चाहता है, जे तू चाहता है जगत दे अंदर तेरा मान होवे, इज्जत होवे, जे तू चाहता है जगत दे अंदर तेरी वाहवाही होवे, तेरी सारे लोग रिस्पेक्ट करन, ते अपने कम क्यों नहीं चंगे करदा? अंदरों बाहरों एक क्यों नहीं हुंदा? अंदर ते वो जिहड़ा भौंकण वाला वो जिहड़ा कुत्ता बैठा है उसनूं शांत क्यों नहीं करदा? इंसान वाली जोन विच क्यों नहीं हुंदा? जूंदे जू पशु क्यों बनिया फिरदा है? करतूत पशु की मानस चाल। कबीर कूकर भौंकना करंग पिछे उठता है। कहते ने जे बचना चाहता है बेइज्जती तो, बचना चाहता है नामोशी तो, बचना चाहता है आ जड़ा मौत तेरे सिर ते आके ना कूके, करमी सतपुर पाया जिन होलियां छड़ाई। कदे पुछ के वेख उन्हां लोकां नूं जिन्हां ने अपने जीवन दे अंदर सतगुरु नूं पा लिया, शब्द नूं शब्द दे नाल जिहड़े जुड़ गए, ते फिर उन्हां दे जीवन दे अंदर ये चेंज आ गया। और वो इस चेंज दे सदका उन्हां वकारां तो बच गए, उन्हां आशावां तो बच गए कि लोड़ नहीं कि मेरा विआह है ते मैं विआह दे अंदर इन्ने लख खर्चांगा तां ही बरादरी विच मेरा नक नमूज रवेगा। जरूरी नहीं कि मैं एडे करोड़ां दा घर बनावांगा तां ही मेरा नक नमूज रवेगा। जरूरी नहीं कि जे मैं महंगे कपड़े पावांगा तां ही सोसाइटी दे अंदर मेरी कोई पुछ प्रतीत होएगी। जरूरी नहीं कि जे मेरे घर महंगा कीमती सोफा या कीमती लग्जरी जिहड़े ने ਉਹ ਆਈਟਮਸ ਹੋਣਗੀਆਂ ਤਾਂ ਹੀ ਸਮਾਜ ਵਿੱਚ ਮੇਰੀ ਇੱਜ਼ਤ ਹੋਵੇਗੀ। ਉਹ ਬਚ ਜਾਂਦਾ ਇਹਨਾਂ ਚੀਜ਼ਾਂ, ਉਹ ਬਚ ਜਾਂਦਾ ਹੈ। ਫਿਰ ਉਹ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਤਾਰਦਾ ਹੈ। ਤੇ ਇਹ ਕਿਵੇਂ ਹੁੰਦਾ ਹੈ? ਕਹਿੰਦੇ ਨੇ ਅਗਲੇ ਦੇ ਸ਼ਲੋਕ ਵਿੱਚ, ਮਹਿਲਾ ਪੰਜਵਾਂ, ਕਬੀਰ ਧਰਤੀ ਸਾਧਕੀ तस्कर बैसह गाहे, धरती भार ना व्यापी, उनको लाहू लाहे। इस श्लोक के अंदर कबीर साहब जी पावन फरमान करते हैं कि हे कबीर, जे विकारी मनुख चंगे भागा नाल होर झाक छड़ दे, छड़ के सतगुरु की संगत विच आ बैठन, तां विकारियां दा असर उस संगत उत्ते नहीं पैंदा। हाँ, विकारी बंदियां नूं जरूर लाभ अपड़दा है, वो विकारी बंदे जरूर लाभ उठाते हैं। यानी कि इहदा मतलब की होया कि जे कोई विकारी इंसान, कबीर धरती साधकी तस्कर बैसै गाहे। धरती साधकी दा मतलब चंगे लोकां दी संगत, श्रेष्ठ लोकां दी संगत, गुरसिखां दी संगत, गुरमुखां दी संगत, गुरु दी संगत। जे ऐसी संगत दे विच जुड़ जावे आके, कोई चोर बिरती वाला भी होवे, तस्कर भी होवे, धाड़वी भी होवे, विकारी भी होवे, जे उत्थे आके जुड़ जावे ना, धरती भार ना व्यापी, उनको लाहू पाए। ਉਹਦੇ ਨਾਲ ਸੰਗਤ ਨੂੰ ਕੋਈ ਅਸਰ ਨਹੀਂ ਪੈਂਦਾ, ਉਹ ਵਿਕਾਰੀ ਨਹੀਂ ਹੋਣਗੇ। ਜਿਹੜਾ ਇੱਕ ਵਾਰੀ ਕੋਈ ਚੰਗਾ ਇਨਸਾਨ ਹੈ ਨਾ, ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿੰਨਾ ਲੋਕਾਂ ਦੇ ਨਾਲ ਮਿਲਦੇ ਨੇ। ਅਸੀਂ ਕਹਿੰਦੇ ਆ ਨਾ ਕਿ ਗੁਰੂ ਨਾਨਕ ਸਾਹਿਬ ਜੀ ਸੱਜਣ ਠੱਗ, ਜਿਹਨੂੰ ਠੱਗ ਕਿਹਾ ਜਾਂਦਾ ਸੀ, ਜਿਹੜੇ ਕਦੇ ਭਾਈ ਫਿਰ ਭਾਈ ਸੱਜਣ ਹੋ ਗਏ, ਧਰਮਸ਼ਾਲਾ ਬਣਾ ਲਈ ਉਹਨਾਂ ਨੇ, ਲੋਕਾਂ ਨੂੰ ਮਾਰਨ ਵਾਲਾ ਕੰਮ ਹੈ, ਉਹਨਾਂ ਦੇ ਕੋਲ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਕੋਡੇ ਭੀਲ ਵਰਗੇ, ਜਿਹੜਾ ਰਾਖਸ਼ੀ ਬਿਰਤੀ ਵਾਲਾ ਸੀਗਾ, ਹੈ ਸੀ ਭੀਲ ਪਰ ਲੋਕਾਂ ਨੂੰ ਮਾਰ ਮਾਰ ਕੇ ਖਾਂਦਾ ਸੀਗਾ, ਉਹਦੇ ਕੋਲ ਜਾ ਰਹੇ ਨੇ। ਗੁਰੂ ਸਾਹਿਬ ਬਾਬਰ ਵਰਗੇ ਕੋਲ ਜਾ ਰਹੇ ਨੇ। ਗੁਰੂ ਸਾਹਿਬ ਜੀ ਨੂਰ ਸ਼ਾਹ ਜਾਦੂਗਰਨੀ ਵਰਗੀਆਂ ਕੋਲ ਜਾ ਰਹੇ ਨੇ। ਗੁਰੂ ਸਾਹਿਬ ਜੀ ਬਲੀ ਕੰਧਾਰੀ, ਜਿਹੜਾ ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਉਹਦੇ ਕੋਲ ਜਾ ਰਹੇ ਨੇ। ਗੁਰੂ ਸਾਹਿਬ ਜੀ ਉਹਨਾਂ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਰਹੇ ਨੇ ਜਿਹੜੇ ਧਰਮ ਦੇ ਹੰਕਾਰੀ ਲੋਕ ਨੇ, ਜਿਹੜੇ ਕਰਮ ਕਾਂਡਾਂ ਦੇ ਨਾਲ ਭਰੇ ਹੋਏ ਨੇ ਨੱਕੋ ਨੱਕ, ਜਿਨ੍ਹਾਂ ਦੇ ਲਾਈਫ ਦੇ ਅੰਦਰ ਐਸੀ ਅਵਸਥਾਵਾਂ ਨੇ ਕਿ ਜਿਹੜੇ ਅੱਤ ਦੀ ਗਿਰਾਵਟ ਵਾਲੇ ਜੀਵਨ ਜੀਣ ਵਾਸਤੇ ਮਜਬੂਰ ਹੋ ਗਏ ਨੇ। ਪਰ ਗੁਰੂ ਸਾਹਿਬ ਜੀ ਦਾ ਤਾਂ ਉਹਨਾਂ ਨੂੰ ਫਾਇਦਾ ਹੋਇਆ, ਪਰ ਐਸਾ ਤਾਂ ਨਹੀਂ ਹੋਇਆ ਨਾ ਕਿ ਗੁਰੂ ਸਾਹਿਬ ਦੇ ਜੀਵਨ ਦੇ ਅੰਦਰ ਕੋਈ ਚੇਂਜਿੰਗ ਆਣੀ ਸ਼ੁਰੂ ਹੋ ਗਈ। ਇਸ ਸ਼ਲੋਕ ਦੇ ਅੰਦਰ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਕਿ ਜੇ ਕੋਈ ਐਸਾ ਇਨਸਾਨ ਆਪਣੀ ਲਾਈਫ ਦੇ ਅੰਦਰ
अपने जीवन ਦੇ ਅੰਦਰ ਜੇ ਉਹਦੀ ਐਸੀ ਬਿਰਤੀ ਦਾ ਉਹ ਮਾਲਕ ਹੈ ਕਿ ਉਹਦੇ ਜੀਵਨ ਦੇ ਅੰਦਰ ਆਸ਼ਾਵਾਂ ਤੇ ਮਨਸ਼ਾਵਾਂ ਦੇ ਵਿੱਚੋਂ ਬੱਝਾ ਹੋਇਆ ਵਿਕਾਰੀ ਕਰਮ ਕਰਦਾ ਹੈ, ਤਾਂ ਉਮਰ ਹੋ ਗਈ, ਉਸ ਨੂੰ ਚੇਂਜ ਨਹੀਂ ਹੋ ਰਿਹਾ, ਤੇ ਚੰਗੀ ਸੰਗਤ ਕਰਨੀ ਸ਼ੁਰੂ ਕਰ ਦੇ, ਸ੍ਰੇਸ਼ਟ ਸੰਗਤ ਕਰਨੀ ਸ਼ੁਰੂ ਕਰ ਦੇ। ਇਹਦੇ ਨਾਲ ਕੀ ਹੋਏਗਾ ਕਿ ਉਹਦੇ ਜੀਵਨ ਦੇ ਅੰਦਰ ਤਬਦੀਲੀ ਹੋਣੀ ਸ਼ੁਰੂ ਹੋ ਜਾਵੇਗੀ, ਤੇ ਇਸ ਦੇ ਨਾਲ ਉਸ ਸੰਗਤ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਇਹਦਾ ਇਹ ਮਤਲਬ ਨਹੀਂ, ਕਈ ਵਾਰੀ ਅਸੀਂ ਸੋਚਦੇ ਹਾਂ ਕਈ ਵਿਕਾਰੀ ਬੰਦੇ ਹੁੰਦੇ ਨੇ ਨਾ, ਉਹਨਾਂ ਦੇ ਨਾਲ ਅਸੀਂ ਗੱਲ ਕਰਨ ਤੋਂ ਗੁਰੇਜ਼ ਕਰਦੇ ਹਾਂ। ਸਪੋਜ਼ ਕਰੋ ਕਈ ਆਪਣੀ ਰਿਸ਼ਤੇਦਾਰੀ ਦੇ ਅੰਦਰ ਕੋਈ ਨਸ਼ੇ ਕਰਦਾ ਹੈ, ਕੋਈ ਆਪਣੇ ਰਿਸ਼ਤੇਦਾਰੀ ਦੇ ਵਿੱਚ ਕੋਈ ਐਸਾ ਬੰਦਾ ਹੈ ਕਿ ਜਿਹਨੂੰ ਆਮ ਕਰਕੇ ਸਾਡੀ ਸੁਸਾਇਟੀ ਉਸ ਨੂੰ ਨਕਾਰਦੀ ਹੈ, ਉਸ ਨੂੰ ਗਲੇ ਨਾਲ ਲਾਉਣ ਦਾ ਯਤਨ ਨਹੀਂ ਕਰਦੀ। ਫਿਰ ਕੀ ਹੋਏਗਾ ਕਿ ਜੇ ਅਸੀਂ ਵੀ ਉਹਦੇ ਨਾਲ ਵੈਸਾ ਹੀ ਬਿਹੇਵ ਕਰਾਂਗੇ ਤੇ ਉਹਦੇ ਅੰਦਰ ਸੁਧਾਰ ਦੀ ਗੁੰਜਾਇਸ਼ ਹੀ ਨਹੀਂ ਰਹੇਗੀ, ਉਹ ਸੁਧਰੇਗਾ ਨਹੀਂ, ਉਸ ਕੋਲ ਹੋਰ ਵਰਸ ਹੋ ਜਾਏਗਾ। ਇਸੇ ਕਰਕੇ ਜਿਹੜਾ ਕਿ ਜੇਲ੍ਹ ਦੇ ਵਿੱਚ ਇੱਕ ਵਾਰੀ ਚਲਾ ਜਾਂਦਾ ਹੈ, ਇੱਕ ਵਾਰੀ ਜੇਲ੍ਹ ਦਾ ਮਾਹੌਲ ਦੇਖ ਲੈਂਦਾ ਹੈ, ਮੁੜ ਕੇ ਸੁਸਾਇਟੀ ਤੋਂ ਉਹ ਦੂਰ ਹੋ ਜਾਂਦਾ ਹੈ ਤੇ ਉਹਦੇ ਵਿਗੜਨ ਦੇ ਹੋਰ ਜ਼ਿਆਦਾ ਚਾਂਸ ਹੋ ਜਾਂਦੇ ਨੇ, ਉਹ ਵਰਸ ਬਣ ਕੇ ਨਿਕਲਦਾ ਜੇਲ੍ਹ ਵਿੱਚੋਂ। ਬਹੁਤੇ ਇੰਡੀਅਨਸ ਦੀ ਜੇਲ੍ਹਾਂ ਦੇ ਅੰਦਰ ਤੇ ਜਿਹੜੀ ਰਿਸਰਚ ਹੋਈ ਹੈ, ਇਹੀ ਮੈਂਟੈਲਿਟੀ ਹੈ ਕਿ ਜਿਹੜਾ ਇੱਕ ਵਾਰੀ ਜੇਲ੍ਹ ਚਲਾ ਗਿਆ ਨਾ, ਛੋਟੇ ਮੋਟੇ ਜੁਰਮ ਕਿਸੇ ਨੇ ਕੀਤੇ, ਫਿਰ ਜੇਲ੍ਹ ਵਿੱਚੋਂ ਸੁਧਰ ਕੇ ਨਹੀਂ ਨਿਕਲਦਾ, ਜੇਲ੍ਹ ਵਿੱਚੋਂ ਵਰਸ ਹੋ ਕੇ ਨਿਕਲਦਾ ਹੈ, ਕਿਉਂਕਿ ਸੁਸਾਇਟੀ ਹੀ ਐਸੀ ਬਣਾ ਦਿੱਤੀ ਗਈ। ਜਿਹੜਾ ਸਾਡਾ ਆਲਾ ਦੁਆਲਾ ਹੈ, ਉੱਥੇ ਵੇਖੋ, ਜੇ ਲੱਗਦਾ ਹੈ ਸਾਨੂੰ ਕਿ ਸਾਡੇ ਅੰਦਰ ਕੋਈ ਚੰਗੇ ਗੁਣ ਨੇ, ਸ੍ਰੇਸ਼ਟ ਗੁਣ ਨੇ, ਉਸ ਇਨਸਾਨ ਜਿਸ ਨੂੰ ਕਿ ਬਿਲਕੁਲ ਸਮਾਜ ਵਿੱਚੋਂ ਤੋੜ ਦਿੱਤਾ ਗਿਆ ਹੈ, ਬਰਾਦਰੀ ਵਿੱਚੋਂ ਦਰਕਨਾਰ ਕਰ ਦਿੱਤਾ ਗਿਆ ਹੈ, ਜਿਸ ਨੂੰ ਕੋਈ ਮਾਣ ਇੱਜ਼ਤ ਨਹੀਂ ਦਿੰਦਾ, ਉਸ ਨੂੰ ਗਲੇ ਨਾਲ ਲਾਓ। ਉਹਦੇ ਅੰਦਰ ਵੀ ਕਿਤੇ ਨਾ ਕਿਤੇ ਕਾਬਲੀਅਤ ਹੈ, ਉਹਦੇ ਅੰਦਰ ਕਿਤੇ ਨਾ ਕਿਤੇ ਉਹ ਅੰਸ਼ ਹੈ ਕਿ ਉਹਦੀ ਲਾਈਫ ਦੇ ਵਿੱਚ ਅਸੀਂ ਉਸ ਨੂੰ ਚੇਂਜ ਕਰ ਸਕਦੇ ਹਾਂ। ਬਹੁਤ ਸਾਰੇ ਬੱਚੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਪੋਸੀਬਿਲਿਟੀਜ਼ ਹੁੰਦੀਆਂ ਨੇ, ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਬੱਚਿਆਂ ਦੇ ਨਾਲ ਮਾਤਾ ਪਿਤਾ ਇੰਨੇ ਨਾਰਾਜ਼ ਹੋ ਜਾਂਦੇ ਨੇ ਕਿ ਜੇ ਉਹ ਕੋਈ ਮਾੜਾ ਜਿਹਾ ਸਟੈਪ ਚੁੱਕ ਲਵੇ, ਉਹਦੇ ਨਾਲ ਬੋਲਦੇ ਹੀ ਨਹੀਂ। ਕੈਨੇਡਾ ਦੇ ਵਿੱਚ ਸਾਡਾ ਇੱਕ ਐਸਾ ਹੀ ਇੱਕ ਜਾਣਨ ਵਾਲਾ ਪਰਿਵਾਰ ਹੈ, ਜਿਹਨਾਂ ਦੇ ਪੂਰਾ ਪਰਿਵਾਰ ਬੜਾ ਗੁਰਸਿੱਖ ਸੀਗਾ, ਬੜੇ ਵਧੀਆ ਸੁਭਾਅ ਵਾਲੇ ਨੇ, ਗੁਰਦੁਆਰਾ ਸਾਹਿਬ ਵੀ ਜਾਣ ਵਾਲੇ ਸੀਗੇ, ਸਾਰਾ ਕੁਝ ਠੀਕ ਚੱਲ ਰਿਹਾ ਸੀ। ਬੱਚਾ ਟੀਨੇਜ ਦੇ ਵਿੱਚ ਗਿਆ, ਸੰਗਤੀ ਜਿਹੜੀ ਉਹ ਚੇਂਜ ਹੋ ਗਈ, ਤੇ ਸੰਗਤੀ ਚੇਂਜ ਹੋਣ ਕਰਕੇ ਬੱਚੇ ਨੇ ਆਪਣੇ ਕੇਸ਼ ਕਤਲ ਕਰਾ ਲਏ। ਤੇ ਜਦੋਂ ਘਰ ਮੁੜ ਕੇ ਆਇਆ, ਵਾਪਸ ਆਇਆ, ਤੇ ਘਰ ਕੀ ਹੋਇਆ ਕਿ ਜਿਹੜੇ ਦਾਦਾ ਦਾਦੀ ਸੀਗੇ ਉਹ ਥੋੜੇ ਜਿਹੇ ਗੁਰਸਿੱਖ ਸੀਗੇ, ਉਹਨਾਂ ਨੇ ਉਸ ਬੱਚੇ ਨਾਲ ਬੋਲਣਾ ਹੀ ਛੱਡ ਦਿੱਤਾ, ਬੋਲਣਾ ਹੀ ਤਿਆਗ ਦਿੱਤਾ, ਛੱਡ ਦਿੱਤਾ। ਫਿਰ ਕੀ ਹੋਇਆ ਕਿ ਉਹਦੇ ਨਾਲ ਉਹ ਬੱਚਾ ਹੋਰ ਵਰਸ ਹੋ ਗਿਆ। ਉਹ ਕਹਿੰਦਾ ਵੀ ਪਹਿਲਾਂ ਤੇ ਇਹੀ ਹਾਲਾਤ ਸੀਗੇ ਕਿ ਮੈਂ ਆਪਣੇ ਕੇਸ਼ ਕਤਲ ਕਰਾਇਆ ਸੀ, ਉਸ ਤੋਂ ਬਾਅਦ ਉਹ ਬੱਚਾ ਜਿਹੜਾ ਹੈ ਉਹ ਡਰਿੰਕ ਵੀ ਕਰਨ ਲੱਗ ਗਿਆ, ਨਸ਼ੇ ਵੀ ਕਰਨ ਲੱਗ ਗਿਆ, ਔਰ ਉਹ ਆਪਣੇ ਘਰ ਤੋਂ ਬਿਲਕੁਲ ਛੱਡ ਕੇ ਉਹ ਅਲੱਗ ਰਹਿਣ ਵੀ ਲੱਗ ਗਿਆ। ਕਿਉਂ? ਕਿਉਂਕਿ ਜਿਸ ਘਰ ਵਿੱਚ ਉਸ ਨੂੰ ਉਹ ਮਾਣ ਇੱਜ਼ਤ ਪਿਆਰ ਨਹੀਂ ਮਿਲਿਆ, ਹੋ ਸਕਦਾ ਸੀ ਕਿ ਉਹ ਚੇਂਜ ਹੋ ਸਕਦਾ ਸੀ ਜੇ ਉਸ ਨੂੰ ਗਲੇ ਨਾਲ ਲਾਇਆ ਜਾਂਦਾ। ਕੋਈ ਗੱਲ ਨਹੀਂ, ਗਲਤੀ ਹੋ ਗਈ, ਅੱਗੇ ਤੋਂ ਅੰਸ਼ ਉਹਦੇ ਕੋਲ ਉਹਨੂੰ ਚੇਂਜ ਕਰਨ ਦਾ ਸਾਡੇ ਕੋਲ ਸਮਾਂ ਹੁੰਦਾ, ਚੇਂਜ ਕੀਤਾ ਜਾ ਸਕਦਾ ਸੀ, ਪਰ ਇੱਕਦਮ ਐਸੀ ਅਵਸਥਾ ਆਣ ਕਰਕੇ ਉਹ ਬੱਚਾ ਜਿਹੜਾ ਹੋਰ ਵਰਸ ਹੋ ਗਿਆ। ਸੋ ਕਬੀਰ ਸਾਹਿਬ ਜੀ ਸਮਝਾ ਰਹੇ ਨੇ ਕਿ ਜਿਹੜਾ ਚੰਗਾ ਇਨਸਾਨ ਹੁੰਦਾ ਹੈ ਨਾ, ਚੰਗੀ ਸੰਗਤ ਹੁੰਦੀ ਹੈ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਕਿਸੇ ਮਾੜੇ ਦਾ ਜੀਵਨ ਅਸੀਂ ਚੇਂਜ ਕਰ ਸਕਦੇ ਹਾਂ, ਉਹਦੇ ਅੰਦਰ ਚੇਂਜਿੰਗ ਲਿਆਈ ਜਾ ਸਕਦੀ ਹੈ। ਬੁੱਧ ਦੀ ਬੜੀ ਵਧੀਆ ਘਟਨਾ ਹੁੰਦੀ ਹੈ। ਮਹਾਤਮਾ ਬੁੱਧ ਕੋਲ ਨਾ ਗ੍ਰੰਥ ਸੀਗਾ, ਇੱਕ ਬੜਾ ਮਹੱਤਵਪੂਰਨ ਗ੍ਰੰਥ ਸੀਗਾ, ਤੇ ਉਹਦੇ ਚੇਲੇ ਸਨ, ਸਾਰੇ ਜਿਹੜੇ ਭਿਕਸ਼ੂ ਸੀਗੇ, ਉਹਨਾਂ ਨੂੰ ਵੀ ਪਤਾ ਸੀ ਗ੍ਰੰਥ ਬੜਾ ਕੀਮਤੀ ਹੈ, ਤੇ ਉਹਨਾਂ ਨੇ ਨਾ ਉਹ ਗ੍ਰੰਥ, ਇੱਕ ਬੰਦੇ ਨੇ ਨਾ ਜਿਹਦੇ ਮਨ ਵਿੱਚ ਆਈ ਕਿ ਚਲ ਮੈਂ ਗ੍ਰੰਥ ਚੋਰੀ ਕਰਕੇ ਵੇਚ ਦੇਣਾ, ਉਹਦੇ ਮਨ ਦੇ ਅੰਦਰ ਵਿਕਾਰ ਪੈਦਾ ਹੋ ਗਿਆ, ਲਾਲਚ ਆ ਗਿਆ। ਤੇ ਜਦੋਂ ਲਾਲਚ ਆ ਕੇ ਉਹ ਗ੍ਰੰਥ ਨੂੰ ਚੁੱਕ ਕੇ ਲੈ ਗਿਆ, ਤੇ ਚੁੱਕ ਕੇ ਜਾ ਕੇ ਨਾ ਕਿਸੇ ਸ਼ਾਹੂਕਾਰ ਦੇ ਕੋਲ ਚਲਾ ਗਿਆ, ਕਹਿਣ ਲੱਗਾ ਵੀ ਕਿੰਨੇ ਦਾ ਵਿਕੇਗਾ? ਕਹਿੰਦਾ ਵੀ ਤੂੰ ਗ੍ਰੰਥ ਰੱਖ ਜਾ, ਤੇਰਾ ਗ੍ਰੰਥ ਮੈਂ ਕਿਸੇ ਵਿਦਵਾਨ ਨੂੰ ਦਿਖਾਵਾਂਗਾ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਇਹਦੀ ਕੀਮਤ ਕਿੰਨੀ ਹੈ, ਮੈਂ ਤੈਨੂੰ ਕੀਮਤ ਦੇ ਦੇਵਾਂਗਾ ਉਹਦੀ। ਹੁਣ ਪਿੱਛੋਂ ਜਦੋਂ ਗ੍ਰੰਥ ਚੋਰੀ ਹੋਇਆ ਤੇ ਬੁੱਧ ਜਿਹੜੇ ਸੀਗੇ ਉਹਨਾਂ ਨੂੰ ਪਤਾ ਸੀ ਉਹ ਬੰਦਾ ਚੋਰੀ ਕਰਕੇ ਲੈ ਕੇ ਗਿਆ, ਉਹਨਾਂ ਨੇ ਉਹਦੇ ਪਿੱਛੇ ਬੰਦੇ ਨਹੀਂ ਘੱਲੇ, ਕਿਉਂਕਿ ਜੇ ਕਿਤੇ ਉਸ ਨੂੰ ਫੜ ਲਿਆ ਜਾਂਦਾ, ਉਹਦੇ ਉੱਤੇ ਇੱਕ ਠੱਪਾ ਲੱਗ ਜਾਂਦਾ ਚੋਰੀ ਦਾ, ਮੁੜ ਕੇ ਉਸਨੇ ਝੂਠ ਬੋਲ ਦੇਣਾ ਸੀ ਕਿ ਮੇਰੇ ਕੋਲ ਤੇ ਗ੍ਰੰਥ ਹੈ ਹੀ ਨਹੀਂ। ਉਸਨੇ ਕਿਹਾ ਆਪਣੇ ਬੰਦਿਆਂ ਨੂੰ ਕਿ ਜੇ ਤੁਸੀਂ ਉਹਦੇ ਪਿੱਛੇ ਜਾਓਗੇ, ਉਹਨੇ ਗ੍ਰੰਥ ਕਿਤੇ ਲੁਕੋਇਆ ਹੋਵੇਗਾ, ਤੁਸੀਂ ਉਹਨੂੰ ਆਖੋਗੇ ਇੱਕ ਤੇ ਉਹ ਚੋਰ ਪਹਿਲਾਂ ਹੀ ਬਣ ਚੁੱਕਿਆ ਹੈ,
ਦੂਜਾ ਉਹਦੇ ਅੰਦਰ ਇੱਕ ਹੋਰ ਔਗਣ ਆਏਗਾ, ਫਿਰ ਉਹ ਝੂਠ ਵੀ ਬੋਲਣਾ ਸ਼ੁਰੂ ਕਰ ਦੇਵੇਗਾ, ਝੂਠ ਵੀ ਬੋਲੇਗਾ, ਮੁਕਰ ਵੀ ਜਾਏਗਾ। ਉਹਦੇ ਅੰਦਰ ਸੁਧਾਰ ਦੀ ਗੁੰਜਾਇਸ਼ ਨਹੀਂ ਰਹੇਗੀ, ਇਸ ਕਰਕੇ ਉਹਦੇ ਪਿੱਛੇ ਜਾਣ ਦਾ ਕੋਈ ਲਾਭ ਨਹੀਂ। ਇੱਕ ਗ੍ਰੰਥ ਚਲਾ ਗਿਆ, ਕੋਈ ਗੱਲ ਨਹੀਂ, ਅਸੀਂ ਹੋਰ ਗ੍ਰੰਥ ਤਿਆਰ ਕਰ ਲਾਂਗੇ। ਕਹਿੰਦੇ ਕੋਈ ਗੱਲ ਨਹੀਂ, ਕਿਉਂਕਿ ਉਹਦੇ ਅੰਦਰ ਉਹ ਸੋਚਦੇ ਸੀਗੇ ਕਿ ਇਹਦੇ ਅੰਦਰ ਅਸੀਂ ਤਬਦੀਲੀ ਲਿਆ ਸਕਦੇ ਹਾਂ। ਇਸ ਤੋਂ ਬਾਅਦ ਕੀ ਹੋਇਆ, ਉਹ ਸ਼ਾਹੂਕਾਰ ਜਿਹੜਾ ਸੀ ਉਹ ਗ੍ਰੰਥ ਲੈ ਕੇ ਬੁੱਧ ਕੋਲ ਹੀ ਚਲਾ ਗਿਆ। ਹੁਣ ਵੇਖੋ, ਬੁੱਧ ਉਸ ਨੂੰ ਵੀ ਇਹ ਗੱਲ ਨਹੀਂ ਕਹਿੰਦਾ ਕਿ ਆਹ ਜਿਹੜਾ ਗ੍ਰੰਥ ਹੈ, ਇਹ ਗ੍ਰੰਥ ਜਿਹੜਾ ਹੈ ਚੋਰੀ ਕੀਤਾ ਹੋਇਆ ਹੈ। ਉਹ ਸ਼ਾਹੂਕਾਰ ਪੁੱਛਦਾ ਇਹਦੀ ਕੀਮਤ ਕੀ ਹੋਏਗੀ? ਕਹਿੰਦਾ ਬੇਸ਼ਕੀਮਤੀ ਹੈ, ਇਹਦੀ ਕੋਈ ਕੀਮਤ ਨਹੀਂ, ਬਹੁਤ ਮਹਿੰਗਾ ਹੈ। ਤੇ ਸ਼ਾਹੂਕਾਰ ਅਗਲੇ ਦਿਨ ਜਾ ਕੇ ਉਹ ਚੋਰ ਜਿਹੜਾ ਭਿਕਸ਼ੂ ਹੁੰਦਾ ਉਹਦੇ ਕੋਲ ਜਾਂਦਾ, ਉਹ ਕਹਿੰਦਾ ਵੀ ਕਿੰਨੇ ਦੀ ਹੈ, ਇਹਦੀ ਕੀਮਤ ਕਿੰਨੀ ਲਾਈ? ਕਹਿੰਦਾ ਚੱਲ ਤੈਨੂੰ ਮੈਂ 10 ਮੋਹਰਾਂ ਦੇ ਦੇਵਾਂਗਾ। ਕਹਿੰਦਾ ਤੂੰ ਇਹਦੀ ਕੀਮਤ ਕਿਹਦੇ ਕੋਲੋਂ ਲਵਾ ਕੇ ਲਿਆਇਆ? ਕਹਿੰਦਾ ਸਾਡੇ ਇਲਾਕੇ ਵਿੱਚ ਬੁੱਧ ਤੋਂ ਵੱਡਾ ਵਿਦਵਾਨ ਕੌਣ ਹੋ ਸਕਦਾ, ਉਹਦੇ ਕੋਲ ਲੈ ਕੇ ਗਿਆ। ਕਹਿੰਦਾ ਉਹਨੇ ਤੈਨੂੰ ਕੁਝ ਕਿਹਾ ਨਹੀਂ? ਕਹਿੰਦਾ ਨਹੀਂ, ਉਹਨੇ ਨਹੀਂ ਕੁਝ ਕਿਹਾ। ਉਹਨੇ ਤੈਨੂੰ ਕੁਝ ਦੱਸਿਆ ਨਹੀਂ? ਕਹਿੰਦਾ ਨਹੀਂ, ਉਹਨੇ ਨਹੀਂ ਕੁਝ ਦੱਸਿਆ। ਉਹ ਭਿਕਸ਼ੂ ਇੰਨਾ ਸ਼ਰਮਸਾਰ ਹੋਇਆ ਕਿ ਉਸ ਨੂੰ ਪਤਾ ਸੀ ਗ੍ਰੰਥ ਚੋਰੀ ਦਾ ਹੈ, ਬੁੱਧ ਕੋਲ ਚਲਾ ਵੀ ਗਿਆ ਸੀ, ਉਹ ਰੱਖ ਵੀ ਸਕਦਾ ਸੀ ਆਪਣੇ ਕੋਲ, ਪਰ ਉਸਨੇ ਉਹ ਗ੍ਰੰਥ ਵਾਪਸ ਕਰ ਦਿੱਤਾ। ਉਹ ਗ੍ਰੰਥ ਵਾਪਸ ਕਰਕੇ ਇਹ ਵੀ ਕਹਿ ਦਿੱਤਾ ਬੇਸ਼ਕੀਮਤੀ ਹੈ। ਉਸ ਨੂੰ ਇੰਨੀ ਜ਼ਿਆਦਾ ਆਤਮਗਲਾਨੀ ਹੋਈ, ਉਹ ਉਸੇ ਵੇਲੇ ਉਹ ਗ੍ਰੰਥ ਲੈ ਕੇ ਕਹਿਣ ਲੱਗਾ ਵੀ ਵੇਚ। ਕਹਿੰਦਾ ਨਹੀਂ ਵੇਚਣਾ। ਕਹਿੰਦਾ ਜਿੰਨੀ ਮੋਹਰਾਂ ਕਹੇਗਾ ਉਨੀ ਦਿੰਦਾ ਹਾਂ। ਕਹਿੰਦਾ ਨਹੀਂ, ਹੁਣ ਨਹੀਂ ਦੇਵਾਂਗਾ, ਮੈਂ ਆਪਣੀ ਜ਼ਮੀਰ ਦੀ ਕੋਈ ਕੀਮਤ ਜਿਹੜੀ ਹੈ ਉਹ ਬਿਆਨ ਨਹੀਂ ਕਰ ਸਕਦਾ। ਹੁਣ ਵਾਪਸ ਉਹ ਗ੍ਰੰਥ ਲੈ ਕੇ ਬੁੱਧ ਕੋਲ ਜਾਂਦਾ ਹੈ ਤੇ ਬੁੱਧ ਦੇ ਚਰਨਾਂ ਵਿੱਚ ਬਹਿ ਕੇ ਕਹਿੰਦਾ ਕਿ ਤੁਸੀਂ ਮੈਨੂੰ ਬਰਬਾਦ ਹੋਣ ਤੋਂ ਬਚਾ ਲਿਆ। ਸੋ ਸਤਸੰਗਤ ਦੇ ਵਿੱਚ ਇਹ ਗੁਣ ਹੈ ਕਿ ਜਿੱਥੇ ਜਾ ਕੇ ਸਾਨੂੰ ਸਾਡੀ ਜਿਹੜੇ ਜੀਵਨ ਦੇ ਅੰਦਰ ਔਗਣ ਨੇ, ਸੰਗਤ ਜਾਂ ਗੁਰੂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਸਾਰੇ ਹੀ ਭੁੱਲਣ ਦੇ ਵਿੱਚ ਆ। ਅਭੁੱਲ ਕੌਣ ਹੈ? ਅਭੁੱਲ ਗੁਰੂ ਤੇ ਕਰਤਾਰ। ਅਸੀਂ ਸਾਰੇ ਭੁੱਲਣ ਵਿੱਚ ਆ, ਸਾਰੇ ਭੁੱਲਾਂ ਕਰਦੇ ਹਾਂ ਅਸੀਂ। ਤੇ ਜੇ ਸਾਡੀ ਲਾਈਫ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਜਿਉਂਦਿਆਂ ਸਾਡੇ ਕੋਲੋਂ ਕੋਈ ਭੁੱਲਾਂ ਹੋਈਆਂ ਨੇ, ਤੇ ਗੁਰੂ ਪਾਤਸ਼ਾਹ ਜੀ ਸਾਨੂੰ ਗਲਵਕੜੀ ਦੇ ਵਿੱਚ ਲੈਣ ਵਾਸਤੇ ਤਿਆਰ ਨੇ, ਦੁਬਾਰਾ ਤਿਆਰ ਨੇ। ਸੋ ਯਤਨ ਕਰੀਏ ਕਿ ਇਹ ਜਿਹੜੇ ਇਸ ਸ਼ਲੋਕ ਦੇ ਅੰਦਰ ਸਾਨੂੰ ਸਮਝਾਇਆ ਗਿਆ ਕਿ ਕਬੀਰ ਟਾਲੈ ਟੋਲੈ ਦਿਨ ਗਿਆ, ਵਿਆਜ ਵਢਣ ਤੋਂ ਜਾਏ, ਨਾ ਹਰ ਭਜਿਓ ਨਾ ਖਤ ਪਟਿਓ, ਕਾਲ ਪਹੁੰਚੋ ਆਏ। ਅਸੀਂ ਟਾਲ ਮਟੋਲ ਨਹੀਂ ਕਰਨੀ, ਅਸੀਂ ਐਸੀ ਅਵਸਥਾ ਦੇ ਵਿੱਚ ਨਹੀਂ ਜਾਣਾ ਕਿ ਸਾਡੇ ਔਗਣਾਂ ਦਾ ਵਿਆਜ ਵੱਧਦਾ ਜਾਵੇ ਔਰ ਸਾਡੀ ਉਹ ਕੌਨਸ਼ੀਅਸ ਸਾਡੀ ਜ਼ਮੀਰ ਦੇ ਉੱਤੇ ਇੰਨੇ ਭਾਰੂ ਹੋ ਜਾਣ ਕਿ ਸਾਡੀ ਆਤਮਾ ਦੀ ਆਵਾਜ਼ ਹੀ, ਸਾਡੀ ਅੰਦਰਲੀ ਕੌਨਸ਼ੀਅਸ ਦੀ ਆਵਾਜ਼ ਹੀ ਬੰਦ ਹੋ ਜਾਵੇ। ਕਿਉਂ? ਕਿਉਂਕਿ ਨਾ ਹਰ ਭਜਿਓ ਨਾ ਖਤ ਪਟਿਓ, ਕਾਲ ਪਹੁੰਚੋ ਆਏ। ਕਿਤੇ ਉਹ ਕਾਲ ਸਾਨੂੰ ਮੁੜ ਕੇ ਤੰਗ ਨਾ ਕਰੇ, ਪਰੇਸ਼ਾਨ ਨਾ ਕਰੇ, ਸਾਡੀ ਜ਼ਮੀਰ ਦੀ ਮੌਤ ਨਾ ਹੋ ਜਾਵੇ। ਸੋ ਇਹ ਜਿਹੜੇ ਅਸੀਂ 3 ਸ਼ਲੋਕਾਂ ਦੀ ਵਿਚਾਰ ਕੀਤੀ ਹੈ, ਇੱਥੇ ਅਸੀਂ ਸਮਾਪਤੀ ਕਰਦੇ ਹਾਂ। ਸਮਾਂ ਸਮਾਪਤ ਹੈ। ਹੋਈਆਂ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ